ਮੈਜੋਰਟੀ ਮੇਰੇ ਨਾਲ ਸੀ ਨਾ ਜੀ, ਨੇਰੀ ਵਾਂਗੂ ਕੰਮ ਕਰ, ਤਾਂ ਮੈਂ ਨਕੋਦਰ 'ਚ 100 ਕਰੋੜ ਦੇ ਨੇੜੇ ਦੇ ਕੰਮ ਕੀਤੇ ਆ ਜੀ। ਇਹਦੀ ਜ਼ਿੰਮੇਵਾਰੀ ਉਹਨਾਂ ਵਿਧਾਇਕਾਂ ਦੀ ਵੀ ਆ ਜਿਹੜੇ ਮੁੱਖ ਮੰਤਰੀ ਪਹਿਲੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹੇ, ਕਿ ਉਹਨਾਂ ਦੀ ਰਿਸਪੌਂਸਿਬਿਲਟੀ ਨਹੀਂ। ਉਹ ਸਿੱਧੂ ਸਾਹਿਬ ਵਿਧਾਇਕ ਤਾਂ ਬਾਅਦ 'ਚ ਵੀ ਖੁਸ਼ ਹੋ ਜਾਣਗੇ। ਉਹ ਇਹ ਗੋਲੀਆਂ ਖਾਣ ਨੂੰ ਇਹ ਪੁਲਿਸ ਆ ਆਪਣੇ ਕੋਲ, ਇਹਨਾਂ ਨੂੰ ਸਲੂਟ ਕਰਨਾ ਚਾਹੀਦਾ, ਚਾਹੇ ਆਰਮੀ ਹੋਵੇ ਚਾਹੇ ਪੁਲਿਸ ਹੋਵੇ। ਹਰ ਬੰਦਾ ਕਰਪਟ ਨਹੀਂਗਾ। ਬੇਸਿਕ ਇਨਫਰਾਸਟਰਕਚਰ, ਐਜੂਕੇਸ਼ਨ ਐਂਡ ਹੈਲਥ, ਇਹ ਤਿੰਨ ਚੀਜ਼ਾਂ ਜਿਸ ਵੇਲੇ ਆ ਜਾਣਗੀਆਂ ਨਾ ਜੀ, ਅਸੀਂ ਆਪਣੇ ਆਪ ਹੀ ਤਰੱਕੀ ਕਰਾਂਗੇ, ਕਿਉਂਕਿ ਹਰ ਬੰਦਾ ਪਾਰੀ ਆਪਣੇ ਮੁਤਾਬਕ ਖੇਲਦਾ। ਬਿਲਕੁਲ। ਮੈਂ ਤਾਂ ਆਪਣੇ ਵੱਲੋਂ ਸਿਰਫ ਇਹ ਕਹਿ ਸਕਦਾ, ਵਿਕਾਸ ਦੇ ਮੁੱਦੇ ਤੇ ਜਿੱਥੇ ਨਵੇਂ ਪ੍ਰਧਾਨ ਨੂੰ ਜ਼ਰੂਰਤ ਹੋਈ ਮੈਂ ਉਹਦੇ ਨਾਲ ਖੜਾ। ਠੀਕ ਹੈ, ਮੇਰੇ ਸਾਥੀ ਵੀ ਖੜੇ ਹੋਣਗੇ, ਕਿਉਂਕਿ ਨੋ ਕੌਨਫੀਡੈਂਸ ਮੋਸ਼ਨ ਦਾ ਸਾਡੇ ਨਕੋਦਰ 'ਚ ਰਿਵਾਜ਼ ਬਹੁਤ ਸੀ। ਅੱਜ ਪ੍ਰਧਾਨ ਬਣਾਇਆ ਕੱਲ੍ਹ ਲਾਤਾ, ਅੱਜ ਬਣਾਇਆ ਕੱਲ੍ਹ ਲਾਤਾ, ਪਰ ਸਾਡੀ ਇਹ ਫਿਦਰਤ ਨਹੀਂ। ਜਿਹੜਾ ਪ੍ਰਧਾਨ ਬਣ ਜਾਵੇ, ਮੈਂ ਕਹਿੰਦਾ ਸਾਡਾ ਪ੍ਰਧਾਨ, ਸ਼ਹਿਰ ਦਾ ਪ੍ਰਧਾਨ, ਬਿਲਕੁਲ ਉਹਦਾ ਰਿਗਾਰਡ ਕਰਨਾ ਸਾਡੀ ਰਿਸਪੌਂਸਿਬਿਲਿਟੀ ਬਣਦੀ, ਉਹਦਾ ਸਤਿਕਾਰ ਕਰਨਾ ਸਾਡੀ ਰਿਸਪੌਂਸਿਬਿਲਿਟੀ ਬਣਦੀ ਆ। ਜਿੱਥੇ ਓਪੋਜੀਸ਼ਨ ਦੀ ਗੱਲ ਆਊਗੀ, ਜਿੱਥੇ ਗਲਤ ਲੱਗੂਗਾ, ਡਟ ਕੇ ਕਵਾਂਗੇ ਤੁਸੀਂ ਇੱਥੇ ਪ੍ਰਧਾਨ ਗਲਤ ਹੋ, ਤੁਸੀਂ ਕੋਈ ਮੇਰੇ ਹਲਕੇ ਨੂੰ ਜਾਂ ਮੇਰੇ ਸ਼ਹਿਰ ਨੂੰ ਕੋਈ ਦੇਣ ਦਿਓ। ਮੈਂ ਬਤੌਰ ਅਕਾਲੀ ਦਲ 'ਚ ਅੱਜ ਹੁੰਦੇ ਹੋਏ ਵੀ ਸਭ ਤੋਂ ਪਹਿਲਾਂ ਸਟੇਟਮੈਂਟ ਦਊਂ, ਮੈਂ ਧੰਨਵਾਦ ਕਰਦਾ ਤੁਹਾਡਾ ਕੁਝ ਦੇ ਕੇ। ਉਹ ਇਹ ਤਾਂ ਮੇਰੇ ਕੀਤੇ ਕੰਮ ਵਾ, ਤੁਸੀਂ ਉਹਦੇ ਉਦਘਾਟਨ ਕਰਨ ਲੱਗੇ ਆ। ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੇ ਨਾਲ ਨੇ ਜੀ ਯੰਗਸਟਰ ਕੌਂਸਲਰ ਵੀ ਕਹਿ ਸਕਦੇ ਇਹਨਾਂ ਨੂੰ, ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਆ, ਸਮਾਜ ਸੇਵੀ ਹਨ, ਸ਼੍ਰੀ ਅਦੱਤੇ ਭਟਾਰਾ ਜੀ ਨਕੋਦਰ ਤੋਂ। ਭਟਾਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡਾ K9 ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਤਾਂ ਅੱਜ ਸਾਡੇ ਸ਼ਹਿਰ 'ਚ ਆਏ ਹੋ। ਜੀ ਆਇਆਂ ਨੂੰ ਤੁਹਾਨੂੰ ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਭਟਾਰਾ ਸਾਹਿਬ, ਤੁਹਾਡਾ ਅਸੀਂ ਜਿਹੜੀ ਐਜ ਏ ਪ੍ਰਧਾਨ ਦੀ ਟਰਮ ਸੀਗੀ ਨਗਰ ਕੌਂਸਲ ਦੀ, ਉਹ ਤਾਂ ਅਸੀਂ ਦੇਖੀ ਕਿ ਤੁਸੀਂ ਬੜੇ ਐਫਰਟਸ ਕੀਤੇ ਸ਼ਹਿਰ ਲਈ, ਜੋ ਤੁਸੀਂ ਕਰ ਸਕਦੇ ਸੀ ਵੱਧ ਤੋਂ ਵੱਧ ਕੀਤਾ। ਅੱਜ ਦੀ ਡੇਟ ਦੇ ਵਿੱਚ ਤੁਸੀਂ ਪ੍ਰਧਾਨ ਨਹੀਂ ਹੈਗੇ, ਕੌਂਸਲਰ ਵੀ ਚੇਂਜ ਹੋ ਚੁੱਕੇ ਆ, ਪ੍ਰਧਾਨ ਵੀ ਚੇਂਜ ਹੋ ਗਏ, ਅਤੇ ਸਰਕਾਰ ਵੀ ਇੱਕ ਤਰ੍ਹਾਂ ਦੀ ਤੁਹਾਡੇ ਐਂਟੀ ਹੈਗੀ, ਕਿਉਂਕਿ ਸਰਕਾਰ ਹੈਗੀ ਕਾਂਗਰਸ ਦੀ, ਅਤੇ ਤੁਸੀਂ ਬੇਸਿਕਲੀ ਮੇਰੇ ਹਿਸਾਬ ਨਾਲ ਅਕਾਲੀ ਦਲ ਨੂੰ ਬਿਲੋਂਗ ਕਰਦੇ ਹੋ। ਪਰ ਤੁਸੀਂ ਉਹੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਆ ਸਮਾਜ ਸੇਵੀ ਦੀਆਂ, ਅੱਧੀ ਅੱਧੀ ਰਾਤ ਨੂੰ ਉੱਠ ਕੇ ਤੁਰ ਜਾਂਦੇ ਹੋ। ਕੀ ਗੱਲ ਆ ਜਿਹੜੀ ਮੌਜੂਦਾ ਕੌਂਸਲ 'ਤੇ ਹੁਣ ਤੁਹਾਨੂੰ ਯਕੀਨ ਹੈ ਨਹੀਂ? ਐਕਚੁਅਲ 'ਚ ਕੀ ਹੁੰਦਾ ਜੀ, ਹਰ ਬੰਦੇ ਦੀ ਆਪੋ ਆਪਣੀ ਪਾਰੀ ਹੁੰਦੀ ਹੈ ਜੀ। ਬਤੌਰ ਨਕੋਦਰ ਸ਼ਹਿਰ ਨੇ ਜਿਸ ਵਕਤ ਮੈਨੂੰ ਔਰ ਮੇਰੀ ਟੀਮ ਨੂੰ ਨਗਰ ਕੌਂਸਲ ਦੀ ਸੇਵਾ ਜਾਂ ਸ਼ਹਿਰ ਦੀ ਸੇਵਾ ਕਰਨ ਦਾ ਵਕਤ ਦਿੱਤਾ, ਜੋ ਐਫਰਟਸ ਹੋ ਸਕਦੀਆਂ ਸੀ, ਜਿਹੜੇ ਪ੍ਰੋਜੈਕਟ ਸੀਗੇ, ਅਸੀਂ ਕਦੀ ਇਹ ਨਹੀਂ ਕਹਿਣ ਦੀ ਕੋਸ਼ਿਸ਼ ਕੀਤਾ ਸੀ ਆਹ ਕਰਤਾ, ਕਿਉਂਕਿ ਸਾਡੀਆਂ ਜ਼ਿੰਮੇਵਾਰੀਆਂ ਨੇ, ਕਿਉਂਕਿ ਅੱਜ ਦੀਆਂ ਨੇ। ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ ਕਿ ਇਸ ਵਾਰ ਮੈਂ ਕਿਹੜਾ ਕੌਂਸਲ ਦਾ ਇਲੈਕਸ਼ਨ ਨਹੀਂ ਕੰਟੈਸਟ ਕੀਤਾ, ਮੇਰੇ ਮਦਰ ਨੇ ਕੀਤਾ, ਉਹ ਚੁਣੇ ਗਏ ਨੇ ਜੀ ਐਜ਼ ਅ ਕੌਂਸਲਰ। ਹਾਂਜੀ। ਪਰ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਉਮੀਦ ਕਰਦੇ ਹਾਂ ਕਿਹੜੇ ਨਵੇਂ ਪ੍ਰਧਾਨ ਵੀ ਨੇ ਕਿ ਉਹ ਵੀ ਆਪਣੀਆਂ ਕਿਹੜੀਆਂ ਐਫਰਟਸ ਹੈਗੀਆਂ ਸ਼ਹਿਰ ਦੇ ਪ੍ਰਤੀ, ਜੋ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਉਣ। ਜਿੱਥੇ ਸਾਡੀ ਜ਼ਰੂਰਤ ਵਿਕਾਸ ਦੇ ਮੁੱਦੇ 'ਤੇ ਹੋਊਗੀ, ਅਸੀਂ ਬਿਲਕੁਲ ਉਹਨਾਂ ਦੇ ਨਾਲ ਖੜੇ ਹਾਂ। ਬਿਲਕੁਲ। ਕਦੀ ਕਦਾਈ ਕੀ ਹੁੰਦਾ ਹੈ ਕਿ ਅੱਜ ਕੱਲ੍ਹ ਸਿਆਸਤ ਦੇ ਤੁਸੀਂ ਹਾਲਾਤ ਦੇਖਦੇ ਹੋ ਕਿ ਜਿਸ ਵੇਲੇ ਵੀ ਕੋਈ ਸਿਆਸੀ ਪਾਰਟੀ ਜੇ ਕੋਈ ਚੰਗਾ ਕੰਮ ਕਰਦੀ ਹੈ ਨਾ ਜੀ, ਓਪੋਜੀਸ਼ਨ ਦਾ ਫਰਜ਼ ਬਣਨਾ ਇਹ ਸ਼ੁਰੂ ਹੋ ਗਿਆ ਕਿ ਉਸ ਗੱਲ ਲਈ ਅਸੀਂ ਉਹਨਾਂ ਨੂੰ ਝੂਠਾ ਠਹਿਰਾਈਏ, ਵਿਰੋਧ ਕਰਨਾ। ਪਰ ਮੈਂ ਓਪਨਲੀ ਇਹ ਗੱਲ ਕਰਨਾ ਜੀ, ਮੈਂ ਆ ਮੇਰੇ ਸਾਥੀ ਕੌਂਸਲਰ ਸਾਹਿਬਾਨ ਨੇ ਜਿੰਨੇ ਵੀ, ਜਿੱਥੇ ਨਕੋਦਰ ਸ਼ਹਿਰ ਦੇ ਵਿਕਾਸ ਦੀ ਗੱਲ ਆਊਗੀ, ਮੌਜੂਦਾ ਪ੍ਰਧਾਨ ਨੇ ਉਹਨਾਂ ਨਾਲ ਬਿਲਕੁਲ ਡਟ ਕੇ ਖੜੇ ਹੋਵਾਂਗੇ। ਵਿਕਾਸ ਦੇ ਮੁੱਦੇ 'ਤੇ ਅਸੀਂ ਬਿਲਕੁਲ ਖੜੇ ਹਾਂ। ਦੇਖੋ, ਬਾਕੀ ਵਿਚਾਰਧਾਰਾ ਦੀ ਗੱਲ ਹੁੰਦੀ ਆ ਕਿ ਹਰ ਇਨਸਾਨ ਦੀ ਆਪੋ ਆਪਣੀ ਵਿਚਾਰਧਾਰਾ ਆ, ਹਰ ਕਿਸੇ ਨੂੰ ਅਧਿਕਾਰ ਹੈਗਾ ਆਪਣੀ ਗੱਲ ਰੱਖਣ ਲਈ, ਆਪਣੇ ਲਈ ਚੋਣ ਲੜਨ ਲਈ, ਆਪਣੀ ਹਰ ਚੀਜ਼ ਰੱਖਣ ਲਈ। ਡੈਮੋਕ੍ਰੇਸੀ ਆ, ਉਹਦੇ ਆਪਾਂ ਪਾਰਟ ਹਾਂ ਜੀ। ਪਰ ਇੰਨਾ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਹੜੀ ਨਗਰ ਕੌਂਸਲ ਨਕੋਦਰ ਚੁਣੀ ਵੀ ਗਈ ਹੈ ਕਿ ਖਰੇ ਤਰੀਕੇ ਨਾਲ, ਕਿਉਂਕਿ ਹਲੇ ਟਰਮ ਉਹਨਾਂ ਦੀ 6-7 ਮਹੀਨੇ ਦੀ ਹੋਈ ਆ, ਸਟਾਰਟਿੰਗ ਬਿਲਕੁਲ ਜੀ, ਕਿ ਉਹ ਬਖੂਬੀ ਹੋ ਕੇ ਨਿਭਾਉਣ। ਸਾਡੇ ਕੋਲ ਨਾ ਜੀ, ਜਿਸ ਵੇਲੇ ਮੈਂ ਬਤੌਰ ਪ੍ਰਧਾਨ ਸੀ, ਸਾਡੇ ਕੋਲ ਬੜੀਆਂ ਟਾਸਕ ਸੀਗੀਆਂ, ਬੜੇ ਪ੍ਰੋਜੈਕਟ ਸੀ ਆਉਣ ਵਾਲੇ, ਕਿਉਂਕਿ ਸਾਡਾ ਕਿਹੜਾ ਨਕੋਦਰ ਟਾਊਨ ਹੈ ਨਾ ਜੀ, ਇੱਕ ਡਾਊਨ ਟੂ ਵੈਲ ਕਿਹਾ ਜਾ ਸਕਦਾ ਕਿ ਜ਼ਮੀਨ ਇੱਕ ਨਾ ਜੀ, ਇੱਕ ਤਾਂ ਕੌਲੀ ਆਪਾਂ ਕਹਿ ਦਿੰਦੇ ਜੀ, ਨੀਵਾਂ ਪਾਸਾ ਹੈ। ਜਿਸ ਵੇਲੇ ਵੀ ਬਾਰਿਸ਼ਾਂ ਪੈਂਦੀਆਂ ਨੇ, ਅੱਜ ਵੀ ਹਾਲਾਤ ਹੈਗੇ ਨੇ ਜੀ, ਹਲੇ ਪ੍ਰੋਪਰ ਚੈਨਲ ਨਹੀਂ ਹੋਇਆ, ਉਹ ਪਾਣੀ ਬਹੁਤ ਖੜਾ ਹੋ ਜਾਂਦਾ ਹੈ। ਸਾਡਾ 50 ਸਾਲਾਂ ਦਾ ਜਿਹੜਾ ਨਕੋਦਰ ਸ਼ਹਿਰ ਦਾ ਪਾਣੀ ਸੀ,
ਉਹ ਇੱਕ ਮਹੱਲੇ ਤੋਂ ਦੂਸਰੇ ਮਹੱਲੇ ਤੋਂ ਤੀਸਰੇ ਮਹੱਲੇ ਸਾਡੀ ਨਿਕਾਸੀ ਕਿਤੇ ਨਹੀਂ ਸੀ। ਮੰਨ ਲਓ ਸ਼ਹਿਰ 'ਚ ਹੀ ਘੁੰਮੀ ਜਾਂਦਾ। ਬਿਲਕੁਲ ਘੁੰਮਦਾ ਸੀਗਾ ਜੀ। ਉਹਦੇ ਲਈ ਅਸੀਂ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਕਿਹੜੇ ਇਸ ਡਿਪਾਰਟਮੈਂਟ ਨਾਲ ਡੀਲ ਕਰਦੇ, ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ, ਕਿ ਕੀ ਕਰਨਾ ਚਾਹੀਦਾ। ਫਿਰ ਅਸੀਂ STP ਦੇ ਬਾਰੇ ਇਹਦੇ ਲਈ ਮੈਂ ਪਟੀਸ਼ਨ ਦਾਇਰ ਕੀਤੀ ਜੀ। ਉਸ ਵੇਲੇ ਮੈਂ ਕਾਉਂਸਲਰ ਵੀ ਨਹੀਂ ਸੀਗਾ ਜੀ, ਕਿਉਂਕਿ ਸ਼ੇਰਪੁਰਾ ਮਹੱਲਾ ਆ, ਉਹਨੂੰ ਬੜੀ ਕਿੱਲਤ ਆਉਂਦੀ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਈ। ਮੈਂ ਮਾਨਯੋਗ ਅਦਾਲਤ 'ਚ ਗਿਆ ਔਰ ਅਦਾਲਤ ਨੇ ਇਹਦੇ ਹੁਕਮ ਜਾਰੀ ਕੀਤੇ ਸੀ ਕਿ 6 ਮਿਲੀਅਨ ਲੀਟਰ ਕਪੈਸਿਟੀ ਦਾ ਕਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗੇ। ਤਕਰੀਬਨ 11-11.5 ਕਰੋੜ ਦਾ ਪ੍ਰੋਜੈਕਟ ਸੀ। ਕਹਿੰਦੇ ਜਿਸ ਵੇਲੇ ਤੁਸੀਂ ਲੋਕਾਂ ਲਈ ਕੰਮ ਕਰਦੇ ਹੋ ਨਾ ਜੀ, ਪਰਮਾਤਮਾ ਵੀ ਉਤਰ ਆਉਂਦਾ। ਉਸ ਕੰਮ ਨੂੰ ਲੈ ਕੇ STP ਲਈ ਅਲੋਟਮੈਂਟ ਹੋ ਗਈ ਫੰਡਿੰਗ ਦੀ, ਤਾਂ ਉਹ ਕੰਮ ਸਟਾਰਟ ਹੋ ਗਿਆ। ਅੱਜ 6 MLD ਉਹ ਕਪੈਸਿਟੀ ਦਾ ਸਾਡੇ ਕੋਲ ਅਵੇਲੇਬਲ ਹੈਗਾ। ਕਿ ਕਿੰਨਾ ਗੰਦਾ ਪਾਣੀ ਹੈ ਨਾ ਜੀ ਸੀਵਰ ਦਾ ਆ, ਉਹ ਉਹਦੇ ਵਿੱਚ ਜਾਂਦਾ। ਉਹਨੂੰ 24 ਘੰਟੇ ਦਾ ਟਾਈਮ ਹੁੰਦਾ ਜੀ ਉਹਨੂੰ ਸਾਫ਼ ਹੋਣ ਲਈ। ਕਦੀ ਕਦਾਈ ਕੀ ਹੁੰਦਾ, ਮਹੱਲਿਆਂ ਦੇ ਵਿੱਚ ਸੀਵਰੇਜ ਬਲੌਕ ਹੋ ਜਾਂਦਾ, ਉਹ ਡਿਪਾਰਟਮੈਂਟ ਦੀ ਹੁੰਦੀ ਕਿ 24 ਘੰਟਿਆਂ 'ਚ ਸਾਫ਼ ਕਰਕੇ ਅਸੀਂ ਕਿਹੜੀ ਸਾਫ਼ ਬਈ ਆ, ਕਾਲੀ ਬਈ, ਉਹਦੀ 8.5 ਕਿਲੋਮੀਟਰ ਦੀ ਲਾਈਨ ਵੀ ਪਾਈ ਉਹਦੇ ਵਿੱਚ, ਉਹਦੇ ਵਿੱਚ ਰੋਟੇਟ ਹੋ ਕੇ ਚੱਲ ਜਾਂਦਾ ਜੀ। ਇਹ ਜ਼ਰੂਰ ਹੈਗਾ ਆ ਕਿ ਸਾਡੇ ਨਾ ਜੀ ਕਿਹੜਾ ਮਰਦਮਸ਼ੁਮਾਰੀ ਕਹਿ ਲਓ ਜਾਂ ਸੈਂਸਸ ਕਿਹਨੂੰ ਕਹਿ ਦਿੰਦੇ ਆਪਾਂ ਜੀ, ਸੈਂਸਸ 2011 ਦੇ ਮੁਤਾਬਕ ਸਾਨੂੰ ਇਹ ਪ੍ਰੋਜੈਕਟ ਮਿਲਿਆ ਸੀਗਾ। ਕਿਉਂਕਿ ਆਬਾਦੀ ਦੇ ਮੁਤਾਬਕ ਹੁੰਦਾ ਕਿ ਸ਼ਹਿਰਾਂ ਦੇ ਵਿੱਚ 130-35 ਲੀਟਰ ਪਰ ਹੈਡ ਗਿਣਿਆ ਜਾਂਦਾ, ਪਿੰਡਾਂ ਦੇ ਵਿੱਚ 85 ਲੀਟਰ ਗਿਣਿਆ ਜਾਂਦਾ। ਇਹਨੂੰ ਲੈ ਕੇ ਫਿਰ 36,975 ਦੀ ਸਾਡੀ ਆਬਾਦੀ ਸੀ, ਉਹਦੇ ਹਿਸਾਬ ਨਾਲ ਸਾਨੂੰ 6 MLD ਮਿਲ ਗਿਆ। ਉਹ ਨਵੀਂ ਆਬਾਦੀ ਦੇ ਮੁਤਾਬਕ ਅਸੀਂ ਫਿਰ ਇਹਨੂੰ ਪਰਸੂ ਕਰਾਂਗੇ ਕਿ ਜੇ ਸਾਡਾ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਕਪੈਸਿਟੀ ਵੱਧ ਸਕੇ, ਉਹਦੇ ਲਈ ਜ਼ੋਰ ਲਾਵਾਂਗੇ ਜੀ ਔਰ ਕਰਨ ਦੀਆਂ ਕੋਸ਼ਿਸ਼ਾਂ ਕਰਾਂਗੇ। ਠੀਕ ਹੈ ਪ੍ਰਧਾਨ ਸਾਹਿਬ, ਜਿੱਦਾਂ ਮੈਂ ਪਹਿਲਾਂ ਵੀ ਗਿਆ ਵੀ ਅਸੀਂ ਦੇਖਦੇ ਰਹੇ ਹਾਂ, ਤੁਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਨਕੋਦਰ ਸ਼ਹਿਰ ਲਈ, ਪਰ ਕੁਝ ਕੁ ਮੁੱਦੇ ਇੱਦਾਂ ਦੇ ਸੀ ਜਿਹੜੇ ਤੁਹਾਡੇ ਤੋਂ ਪਹਿਲਾਂ ਵੀ ਖੜੇ ਸੀ, ਅੱਜ ਵੀ ਉੱਥੇ ਖੜੇ ਆ, ਜਿਨ੍ਹਾਂ ਦੇ ਵਿੱਚ ਇੱਕ ਹੈਗਾ ਰੇਹੜੀਆਂ ਦਾ ਮੁੱਦਾ, ਜਿਹੜੀਆਂ ਬਾਜ਼ਾਰ 'ਚ ਲੱਗਦੀਆਂ ਹੈ ਨਾ। ਕਿਉਂਕਿ ਆਪਾਂ ਨੂੰ ਪਤਾ ਵੀ ਪੀਰਾਂ ਦਾ ਸ਼ਹਿਰ ਆ, ਅਤੇ ਇੱਥੇ ਮੇਲੇ ਜਾਂ ਵੀਕਲੀ ਵੀਰਵਾਰ ਨੂੰ ਬਾਹਰੋਂ ਜਿਹੜੀ ਸੰਗਤ ਆ ਬਹੁਤ ਆਉਂਦੀ ਆ, ਪਰ ਬਾਜ਼ਾਰਾਂ ਦੀ ਹਾਲਤ ਜਿਹੜੀ ਆ ਨਾ ਬਹੁਤ ਬਦ ਤੋਂ ਬੱਤਰ ਆ। ਉਹਦੇ ਵਿੱਚ ਦੋ ਮੁੱਖ ਮੁੱਦੇ ਨੇ, ਇੱਕ ਤਾਂ ਰੇਹੜੀਆਂ, ਦੂਜਾ ਜਿਹੜੇ ਦੁਕਾਨਦਾਰਾਂ ਨੇ ਬਾਹਰ ਸਮਾਨ ਰੱਖਿਆ ਆ। ਇਹ ਅੱਜ ਤਾਈਂ ਹੱਲ ਨਹੀਂ ਹੋ ਸਕਿਆ। ਸਰ ਇਹਦੇ ਰਿਗਾਰਡਿੰਗ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸ ਸਕਦਾ ਜੀ। ਸਭ ਤੋਂ ਪਹਿਲਾਂ ਨਕੋਦਰ ਦੀ ਤੁਸੀਂ ਕਿਤੇ ਨਾ ਜੀ ਜਾ ਕੇ ਦੇਖੋਗੇ, ਰੇਹੜੀ ਮਾਰਕੀਟ ਦੀ ਸਭ ਤੋਂ ਪਹਿਲਾਂ ਪੰਜਾਬ 'ਚ ਚੰਡੀਗੜ੍ਹੋਂ ਮੈਂ ਜਾ ਕੇ ਰੇਹੜੀ ਮਾਰਕੀਟ ਨੂੰ ਤਕਰੀਬਨ ਸ਼ਾਰਟ ਟਾਈਮ 'ਚ 3 ਮਹੀਨੇ ਦੇ ਵਿੱਚ ਖੜੀ ਕਰਤੀ ਸੀ ਜੀ। ਰੇਹੜੀ ਮਾਰਕੀਟ ਲਈ ਅਸੀਂ ਪਲੇਸ ਟਾਈਲਾਂ ਲਾ ਕੇ, ਲਾਈਟਿੰਗ ਲਾ ਕੇ, ਵਾਸ਼ਰੂਮ ਤਿਆਰ ਕਰਤੇ। ਇਹ ਹੁੰਦਾ ਕਿ ਆਪਾਂ ਇੱਕ ਨਾ ਜੀ ਡੈਮੋਕ੍ਰੇਸੀ ਕੰਟਰੀ ਦੇ ਵਿੱਚ ਆਪਣੇ ਹੈਗੀ ਆ ਜੀ, ਲੋਕਤੰਤਰ ਵਾ, ਹਰ ਕੋਈ ਆਪਣੀ ਗੱਲ ਰੱਖ ਸਕਦਾ। ਉਹਨੂੰ ਸ਼ਿਫਟ ਕਰਨ ਲਈ ਮੈਂ ਅੱਜ ਮੈਨੂੰ ਯਾਦ ਆਉਂਦੇ ਨੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਸੀਗੇ ਜੀ ਮੈਡਮ ਅੰਮ੍ਰਿਤ ਸਿੰਘ, IAS ਹਨ। ਉਹਨਾਂ ਨਾਲ ਬੈਠ ਕੇ ਮੀਟਿੰਗਸ ਕੀਤੀਆਂ, DSP ਨਾਲ ਬੈਠ ਕੇ ਮੀਟਿੰਗਸ ਕੀਤੀਆਂ ਕਿ ਇਹਨੂੰ ਆਪਾਂ ਪਰਸੂ ਕਰ ਲਈਏ, ਕਿਉਂਕਿ ਗਵਰਨਮੈਂਟ ਚੇਂਜ ਹੋ ਚੁੱਕੀ ਸੀ ਕਾਂਗਰਸ ਟਾਈਮ ਦੀ। ਮੈਂ ਤੁਹਾਨੂੰ ਗੱਲ ਦੱਸਾਂਗਾ ਕਿਸ ਵੇਲੇ ਹੋਇਆ, ਕਿਉਂਕਿ ਪ੍ਰਧਾਨ ਮੈਂ ਹੀ ਸੀ। ਬਿਲਕੁਲ। ਉਹਨਾਂ ਦੋਨੋਂ ਹੀ ਅਫਸਰਾਂ ਦੇ ਮੈਂ ਇਸ ਗੱਲ ਲਈ ਰਿਗਾਰਡ ਕਰਦਾ ਕਿ ਉਹਨਾਂ ਨੇ ਨਾ ਜੀ ਪ੍ਰੈਸ਼ਰ ਤੋਂ ਹਟ ਕੇ, ਹੁੰਦਾ ਕਿ ਸਿਆਸਤ ਦੇ ਵਿੱਚ ਇਹ ਹੁੰਦਾ ਕਿ ਅਸੀਂ ਹਮੇਸ਼ਾ ਇਹ ਕਹਿੰਦੇ ਕਿ ਨੰਬਰਬਾਜ਼ੀ ਤੋਂ ਅਸੀਂ ਬਾਹਰ ਨਹੀਂ ਆਉਂਦੇ। ਅਸੀਂ ਕਦੀ ਕਦੇ ਸੋਚਦੇ ਹਾਂ ਜੇ ਅਕਾਲੀ ਦਲ ਦਾ ਪ੍ਰਧਾਨ ਆ ਤਾਂ ਅਸੀਂ ਕੰਮ ਹੋਣ ਹੀ ਕਿਉਂ ਦੇਣਾ। ਅੰਡਰ ਟੇਬਲ ਉਸ ਵੇਲੇ ਦੇ ਲੀਡਰਾਂ ਦੀ ਲੱਤਾਂ ਆਪਣੇ ਜ਼ਿਆਦਾ ਖਿੱਚਦੇ, ਉਸ ਵੇਲੇ ਦੇ ਲੀਡਰ ਜਿਹੜੇ ਸੀਗੇ ਨਾ ਜੀ, ਉਹਨਾਂ ਦੀ ਇੰਟਰਫੇਰੈਂਸ ਸਟਾਰਟ ਹੋ ਗਈਆਂ, ਪ੍ਰੈਸ਼ਰਾਈਜ਼ ਅਫਸਰਾਂ ਨੂੰ ਕਰਨਾ ਸ਼ੁਰੂ ਕਰਤਾ, ਇਹਨੂੰ ਸ਼ਿਫਟ ਨਾ ਕਰੋ। ਲੀਗਲ ਤੁਹਾਨੂੰ ਮੈਂ ਡਾਕੂਮੈਂਟ ਚੈੱਕ ਕਰਾ ਸਕਦਾ, ਮੈਂ ਅਫਸਰਾਂ ਨੂੰ ਬਾਉਂਡ ਕਰਤਾ ਸੀ ਇਸ ਗੱਲ ਦੇ ਵਿੱਚ ਕਿ ਜੇਕਰ ਤੁਸੀਂ ਨਹੀਂ ਕੀਤੀ ਤੁਹਾਡੇ ਕਾਨੂੰਨਨ ਕਾਰਵਾਈਆਂ ਕਰਾਵਾਂਗੇ। ਬਿਲਕੁਲ। ਆਖਰਕਾਰ ਉਸ ਵੇਲੇ ਦੇ ਅਫਸਰ ਕਿਹੜੇ ਆ ਜੀ, ਉਹ ਮੇਰੇ ਕੋਲ ਆਏ, ਕਹਿੰਦੇ ਜੀ ਅਸੀਂ ਕੋਸ਼ਿਸ਼ ਕਰ ਰਹੇ, ਕਿਉਂਕਿ ਅਸੀਂ 1 ਹਫ਼ਤਾ ਪੂਰਾ ਇਹਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਜੀ ਕਿ ਰੇਹੜੀ ਮਾਰਕੀਟ ਸ਼ਿਫਟ ਕਰ ਦਈਏ। ਉਹਨਾਂ ਨੂੰ ਇੱਥੇ ਤੱਕ ਕਹਿ ਦਿੱਤਾ ਸੀ ਕਿ ਤੁਸੀਂ ਦੇਖੋ ਰੋਜ਼ਮर्रा ਦੀ ਜ਼ਿੰਦਗੀ 'ਚ ਕਮਾਉਂਦੇ ਹੋ, ਆਪਣੇ ਬੱਚੇ ਪਾਲਦੇ ਹੋ, ਅਸੀਂ ਬਿਲਕੁਲ ਨਹੀਂ ਤੁਹਾਡੇ ਕੋਲ ਕੋਈ ਪੈਸਾ ਲਵਾਂਗੇ, ਤੁਸੀਂ ਸ਼ਿਫਟ ਹੋਵੋ, ਹਰ ਫੈਸਿਲਿਟੀ ਤੁਹਾਨੂੰ ਇੱਥੇ ਦੇਣ ਲਈ ਤਿਆਰ ਹਾਂ। ਪਰ ਉਹਨਾਂ ਵੇਲਿਆਂ ਦੀ ਕਿਹੜੀ ਲੀਡਰਸ਼ਿਪ ਉੱਪਰਲੀ ਸੀਗੀ, ਉਹ ਚਾਹੁੰਦੀ ਨਹੀਂ ਸੀ ਕਿ ਸ਼ਿਫਟ ਕੀਤਾ ਜਾਵੇ, ਕਿਉਂਕਿ ਅੱਜ ਵੀ ਤਿਆਰ ਆ ਜੀ। ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਨਕੋਦਰ ਸ਼ਹਿਰ ਪੀਰਾਂ ਫਕੀਰਾਂ ਦਾ ਸ਼ਹਿਰ ਆ। ਸਾਡੇ ਨਾ ਜੀ ਇੱਥੇ 2 ਧਾਰਮਿਕ ਡੇਰੇ ਨੇ ਕਿਹੜੇ, ਸਾਡੇ ਕਿਹੜੇ ਯਾਤਰੂ ਆਉਂਦੇ ਨੇ, ਅਨਐਕਸਪੈਕਟਡ ਆਉਂਦੇ ਨੇ। ਇਹਦੇ ਵਿੱਚ ਮੈਂ ਇਕੱਲਾ ਦੋਸ਼ੀ ਜਾਂ ਅੱਜ ਮੈਂ ਪ੍ਰਧਾਨ ਨਹੀਂ ਤਾਂ ਮੈਂ ਬਲੇਮ ਕਰਾਂ, ਇਹ ਬਣਦਾ ਨੇ ਜੀ। ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਕਿਹੜੀ ਹੈਗੀ ਆ, ਸਾਨੂੰ ਸਰਕਾਰ ਦੀ ਆ ਜੀ, ਕਿਉਂਕਿ ਉਮੀਦ ਤੋਂ ਵੱਧ ਸ਼ਰਧਾਲੂ ਆਉਣੇ ਸ਼ੁਰੂ ਹੋ ਗਏ।
ਪਾਰਕਿੰਗ ਦੀਆਂ ਸਪੇਸ ਕਿਹੜੀਆਂ ਨਗਰ ਕੌਂਸਲ ਕੋ ਅਵੇਲੇਬਲ ਨਹੀਂ ਹੈਗੀਆਂ ਜੀ। ਸਾਡਾ ਸਿਰਫ ਇਹ ਮਕਸਦ ਆ ਕਿ ਪੰਜਾਬ ਸਰਕਾਰ ਇਹਦੇ ਵਿੱਚ ਦਖਲ ਦੇਵੇ, ਜਾਂ ਤਾਂ ਕਿਹੜੇ ਸ਼ਰਧਾਲੂ ਆਉਂਦੇ ਆ ਇਹਨਾਂ ਲਈ ਉਸ ਤਰ੍ਹਾਂ ਦਾ ਰੂਟ ਰੱਖਤਾ ਜਾਵੇ ਕਿਹੜਾ ਸ਼ਹਿਰ 'ਚ ਟ੍ਰੈਫਿਕ ਨਾ ਹੋਵੇ। ਬਿਲਕੁਲ। ਨਕੋਦਰ ਦੇ ਅੱਜ ਇਹ ਹਾਲਾਤ ਹੋ ਗਏ ਨੇ, ਵੀਰਵਾਰ ਹੁੰਦਾ ਚਾਹੇ ਮੰਗਲਵਾਰ ਹੁੰਦਾ, ਯਾਤਰੂ ਆਉਂਦੇ ਨੇ, ਦੁਕਾਨਦਾਰ ਵਿਹਲੇ ਬੈਠ ਜਾਂਦੇ ਨੇ ਕਿਉਂਕਿ ਟ੍ਰੈਫਿਕ ਜਾਮ ਹੋਇਆ ਹੁੰਦਾ ਸਾਰੇ ਕਿਤੇ। ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਹੁਣ ਗੱਲ ਕਰ ਲਈਏ ਜੀ, ਸਾਡੇ ਨਕੋਦਰ ਦੀਆਂ ਕਿਹੜੀਆਂ ਪੁਲਿਸ ਦੀਆਂ ਵੈਕੈਂਸੀਜ਼ ਹੈਗੀਆਂ ਜੀ, ਉਹ ਕਿੰਨੀ ਸਾਨੂੰ ਜ਼ਰੂਰਤ ਆ, ਉਹ ਤੋਂ ਤਾਂ ਕਾਫੀ ਥੱਲੇ ਸਾਡੇ ਕੋਲ ਪੁਲਿਸ ਮੁਲਾਜ਼ਮ ਨੇ ਜੀ। ਤਾਂ ਅਸੀਂ ਕਿਹਨਾਂ ਦੇ ਚਲਾਨ ਕਰਾਵਾਂਗੇ, ਕਿਹਨਾਂ ਨੂੰ ਕਵਾਂਗੇ, ਕਿਉਂਕਿ ਨਕੋਦਰ ਸ਼ਹਿਰ ਬੜਾ ਛੋਟਾ ਆ ਜੀ। ਅਸੀਂ ਹਰ ਵੇਲੇ ਤੁਸੀਂ ਦੋ ਚੀਜ਼ਾਂ ਨੂੰ ਦੇਖੋ ਕਿ ਲੋਕ ਤਾਂ ਕਹਿ ਦਿੰਦੇ ਨੇ ਜੀ ਕਿ ਦੁਕਾਨਦਾਰਾਂ ਨੇ ਸਮਾਨ ਬਾਹਰ ਕੱਢਿਆ, ਇਹਨਾਂ ਦਾ ਸਮਾਨ ਅੰਦਰ ਕਰਾਓ, ਉਹ ਕਰਾਓ। ਅਸੀਂ ਇੱਕ ਦੁਕਾਨਦਾਰ ਵੀ ਬਣ ਕੇ ਦੇਖੀਏ। ਬਿਲਕੁਲ ਨਜਾਇਜ਼ ਕਬਜ਼ਾ ਕਿਹੜਾ ਆ ਉਹ ਹੋਣਾ ਨਹੀਂ ਚਾਹੀਦਾ, ਪਰ ਉਹਨਾਂ ਨੂੰ ਫੈਸਿਲਿਟੀ ਦੇਣ ਦੇ ਵੀ ਅਧਿਕਾਰ ਸਾਡੇ ਕੋਲ ਆ। ਬੀਤੇ ਦਿਨ ਹੀ ਹੈ ਨਾ ਜੀ, ਨਗਰ ਕੌਂਸਲ ਨਕੋਦਰ ਦੇ ਅਧਿਕਾਰੀ ਗਏ ਕਈ ਦੁਕਾਨਾਂ ਤੇ ਜੀ, ਤੁਸੀਂ ਆਪਣਾ ਸਮਾਨ ਚੱਕੋ। ਮੈਂ ਉੱਥੇ ਗਿਆ, ਪਹਿਲਾਂ ਉਹਨੇ ਬੇਨਤੀ ਕੀਤੀ ਸੀ। ਨਹੀਂ, ਮੈਂ ਤੁਹਾਨੂੰ ਦੱਸਣ ਲੱਗਾ ਜੀ, ਉਹਨਾਂ ਕੋਲ ਗਿਆ ਮੈਂ, ਉਹਨਾਂ ਨੂੰ ਜਾ ਕੇ ਦੋ ਗੱਲਾਂ ਜ਼ਰੂਰ ਕੀਤੀਆਂ। ਮੈਂ ਕਿਹਾ ਜੀ ਬਿਲਕੁਲ ਸਮਾਨ ਚੁਕਵਾਓ। ਜ਼ਿੰਦਗੀ 'ਚ ਇੰਨਾ ਤਾਂ ਦੇਖੋ ਕਿ ਸ਼ਹਿਰ ਸਾਡੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਉਹਨਾਂ ਨੂੰ ਪ੍ਰਮੋਟ ਕਰਨਾ ਵੀ ਹੈ। ਸਮਾਨ ਚੁਕਵਾ ਦਿਓ। ਜਿਹੜੇ ਟ੍ਰੈਫਿਕ ਕਿਸ ਵੇਲੇ ਉਹ ਸਮਾਨ ਚੱਕਦੇ ਨੇ, ਗੱਡੀਆਂ ਆ ਕੇ ਮੋਰੇ ਖੜੀਆਂ ਹੋ ਜਾਂਦੀਆਂ ਨੇ। ਜਾਂ ਤਾਂ ਆਪਾਂ ਪੰਜਾਬ ਸਰਕਾਰ ਨੂੰ ਇਹ ਕਹੀਏ ਕਿ ਸਾਨੂੰ ਪੁਲਿਸ ਪੂਰੀ ਦਿਓ, ਟੋ ਕਰਨ ਚੱਕ ਕੇ ਲੈ ਜਾਂਦੇ। ਇਹ ਸਮਾਨ ਚੱਕਦੇ ਨੇ, ਗੱਡੀਆਂ ਵਾਲੇ ਮੋਰੇ ਆ ਕੇ ਲਾ ਦਿੰਦੇ ਨੇ ਕਿ ਢਾਂਚਾ ਇੱਕ ਪਾਸੋਂ ਨਹੀਂ ਵਿਗੜਿਆ ਹੋਇਆ ਜੀ। ਉਹ ਇਹੀ ਗੱਲ ਹੁੰਦੀ ਹੈ ਜੀ, ਜਦੋਂ ਕੋਈ ਬਾਹਰ ਸੁਣਵਾਈ ਨਹੀਂ ਕਰਦਾ ਆਪਾਂ ਘਰ ਦੇ ਨਿਆਣੇ ਨੂੰ ਬੋਲ ਲੈਂਦੇ ਆ। ਪਰ ਮੇਰਾ ਇਹ ਜ਼ਰੂਰ ਕਹਿਣਾ ਹੈ, ਜਿੰਨੀ ਦੇਰ ਤੱਕ ਤੁਹਾਡੇ ਕੋਲ ਪੂਰੇ ਇਕਵਿਪਮੈਂਟਸ ਨਹੀਂ ਆਉਂਦੇ, ਸ਼ਹਿਰ ਵਾਲਿਆਂ ਨੂੰ ਕੀ ਤੰਗ ਕਰਨਾ। ਕਿਉਂਕਿ ਨਕੋਦਰ ਬਹੁਤਾ ਵੱਡਾ ਟਾਊਨ ਤਾਂ ਹੈ ਨਹੀਂ ਜੀ। ਆਪਾਂ ਨਕੋਦਰ ਨੂਰਮਹਿਲ ਦੀ ਗੱਲ ਕਰੀਏ, ਇੱਕ ਦੋ ਬਾਜ਼ਾਰ ਸਾਰੇ ਆਪਣੇ ਨੇ ਜੀ ਦੁਕਾਨਦਾਰ। ਹੁਣ ਮੈਂ ਸਿਰਫ ਆਪਣਾ ਦੱਸਣ ਦੀ ਖਾਤਰ ਉਹਨਾਂ ਨੂੰ ਕਹਾਂ ਚੱਕੋ ਜੀ ਸਮਾਨ ਨੂੰ, ਤੁਸੀਂ ਅੰਦਰ ਲੈ ਕੇ ਜਾਓ। ਬਿਲਕੁਲ ਕਰਾਵਾਂਗੇ। ਉਹਦੇ ਲਈ ਕੀ ਪੰਜਾਬ ਸਰਕਾਰ ਤਾਂ ਸਾਡਾ ਸਾਥ ਦੇਵੇ। ਤੁਹਾਡੇ ਕੋਲ ਗੱਡੀ ਖੜੀ ਹੋ ਜਾਂਦੀ ਹੈ, ਤੁਹਾਡੇ ਕੋਲ ਚਲਾਨ ਬੁੱਕ ਨਹੀਂ। ਜੇ ਚਲਾਨ ਬੁੱਕ ਤੁਹਾਡੇ ਕੋਲ, ਤੁਹਾਡੇ ਕੋਲ ਪੁਲਿਸ ਮੁਲਾਜ਼ਮ ਨਹੀਂ। ਠੀਕ ਹੈ। ਅਸੀਂ ਸ਼ਹਿਰ ਇੱਥੇ ਨਾਰਮਲੀ ਇੱਥੇ ਟ੍ਰੈਫਿਕ ਪੁਲਿਸ ਦਾ ਹੋਣਾ ਜ਼ਰੂਰੀ ਆ। ਟ੍ਰੈਫਿਕ ਪੁਲਿਸ ਦੇ ਨਾਲ ਜੀ ਨਕੋਦਰ ਸ਼ਹਿਰ ਇਤਿਹਾਸਿਕ ਸ਼ਹਿਰ ਆ। ਅਸੀਂ ਇੱਥੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਲੋਕਾਂ ਨੂੰ ਹੋਣ ਦੇਣਾ ਜੀ, ਚਾਹੇ ਉਹਦਾ ਸਾਨੂੰ ਨੁਕਸਾਨ ਹੁੰਦਾ ਹੋ ਜਾਵੇ। ਜੇ ਕੋਈ ਕਹੋਗੇ ਕਿਸੇ ਦੁਕਾਨਦਾਰ ਨੂੰ, ਨਕੋਦਰ ਵਾਲਿਆਂ ਨੂੰ ਆ ਕੇ ਕੋਈ ਪੁਲਿਸ ਮੁਲਾਜ਼ਮ ਜਾਂ ਕੋਈ ਤੰਗ ਕਰੇ, ਉਹ ਬਰਦਾਸ਼ਤ ਨਹੀਂ ਹੋਣਾ ਜੀ। ਉਹ ਬਿਲਕੁਲ ਉਹਨਾਂ ਦੇ ਨਾਲ, ਦੁਕਾਨਦਾਰਾਂ ਦੇ ਨਾਲ ਖੜੇ ਹੋਵਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਗ੍ਰਾਸ ਰੂਟ ਤੇ ਉਹ ਫੈਸਿਲਿਟੀਆਂ ਦੇਣੀਆਂ ਪਊਗੀਆਂ। ਸੀਵਰ 'ਚ ਅਸੀਂ ਫੇਲ ਹੋਏ ਜੀ, ਵਾਟਰ ਸਪਲਾਈ 'ਚ ਅਸੀਂ ਫੇਲ ਹੋਏ, ਲਾਈਟਿੰਗ 'ਚ ਅਸੀਂ ਹੋਏ, ਬੇਸਿਕ ਕਮਿਊਨਿਟੀ 'ਚ ਅਸੀਂ ਫੇਲ ਆ, ਹੌਸਪਿਟੈਲਿਟੀ 'ਚ ਅਸੀਂ ਫੇਲ ਆ, ਪਾਰਕਿੰਗ ਤੁਹਾਡੇ ਕੋਲ, ਐਜੂਕੇਸ਼ਨ 'ਚ ਅਸੀਂ ਫੇਲ ਆ। ਨਹੀਂ ਜੀ, ਮੈਂ ਤੁਹਾਨੂੰ ਆਪਣੇ ਸਿਸਟਮ ਦੀ ਗੱਲ ਦੱਸਦਾ। ਉਹ ਅਸੀਂ ਜਿਸ ਵੇਲੇ ਫੈਸਿਲਿਟੀਆਂ ਦੇਣੀਆਂ ਸ਼ੁਰੂ ਕਰਾਂਗੇ, ਉਸ ਵੇਲੇ ਬਿਲਕੁਲ ਅੱਖਾਂ 'ਚ ਅੱਖਾਂ ਪਾ ਕੇ ਦੁਕਾਨਦਾਰਾਂ ਨੂੰ ਵੀ ਕੱਢਣ ਦੀ। ਉਹ ਅਸੀਂ ਦਿਨੇ ਤਾਂ ਉਹਨਾਂ ਨੂੰ ਕੱਖ ਨਹੀਂ, ਇੱਕ ਪ੍ਰੈਸ਼ਰ ਹੀ ਮੇਨਟੇਨ ਕਰਦੇ ਪਏ। ਦੁਕਾਨਦਾਰਾਂ ਦਾ ਸਮਾਨ ਬਿਲਕੁਲ ਅੰਦਰ ਹੋਣਾ ਚਾਹੀਦਾ। ਉਹਦੇ ਲਈ ਅਸੀਂ ਵੀ ਆਪਣੇ ਆਪ ਨੂੰ ਠੀਕ ਕਰੀਏ, ਮਹਿਕਮੇ ਅਸੀਂ ਕਰਦੇ ਨਹੀਂ। ਅੱਛਾ, ਇੱਕ ਜਿਹੜੀ ਗੱਲ ਕੀਤੀ ਤੁਸੀਂ ਵੀ ਗੱਡੀਆਂ ਖੜ ਜਾਂਦੇ, ਕੀ ਆਪਣੇ ਕੋਲ ਇੱਥੇ ਸ਼ਹਿਰ ਦੇ ਮਿਡ ਦੇ ਵਿੱਚ ਕਿਤੇ ਪਾਰਕਿੰਗ ਹੈ ਨਹੀਂ? ਸਿਵਲ ਹਸਪੀਟਲ ਦੇ ਵਿੱਚ ਪਾਰਕਿੰਗ ਹੈ ਜੀ। ਠੀਕ ਹੈ। ਉਹ ਮੈਂ ਉਹੀ ਤੁਹਾਨੂੰ ਬੇਨਤੀ ਕਰਨ ਲੱਗਾ ਕਿ 3 ਪੁਆਇੰਟਸ ਬਣਾਏ ਸੀ ਪਾਰਕਿੰਗ ਲਈ ਜੀ, ਰੇਡੀ ਮਾਰਕੀਟ, ਸਿਵਲ ਹਸਪੀਟਲ ਨਕੋਦਰ। ਇਹ ਪੁਆਇੰਟਾਂ ਦੇ ਵਿੱਚ ਕਿ ਅਸੀਂ ਪਾਰਕਿੰਗ ਕਰੋ। ਫਿਰ ਗੱਲ ਪੁਲਿਸ ਪ੍ਰਸ਼ਾਸਨ ਤੇ ਆ ਜਾਂਦੀ। ਪੁਲਿਸ ਮੁਲਾਜ਼ਮ ਤਾਂ ਭਰੇ ਵੀਰਵਾਰ ਨੂੰ ਨਹੀਂ ਲੱਭਦੇ ਜੀ। ਠੀਕ ਹੈ। ਵੀਰਵਾਰ ਜਿਸ ਵੇਲੇ ਬਹੁਤ ਹੁੰਦਾ ਜੀ, ਮੇਨਟੇਨ ਹੋ ਸਕੇ, ਮੁਲਾਜ਼ਮ ਹੈ ਨਹੀਂ ਜੀ। ਮੈਂ ਐਸਐਚਓ ਨੂੰ ਕੀ ਕਹਾਂ, ਡੀਐਸਪੀ ਨੂੰ ਕੀ ਕਹਾਂ, ਕਿਉਂਕਿ ਸਾਨੂੰ ਆਪ ਨੂੰ ਹੀ ਪਤਾ ਹੈ ਕਿ ਸਾਡੇ ਕੋਲ ਜਿੰਨੇ ਮੁਲਾਜ਼ਮ ਸ਼ਹਿਰ 'ਚ ਚਾਹੀਦੇ ਉਹ ਸਾਡੇ ਕੋਲ ਅਵੇਲੇਬਲ ਹੀ ਨਹੀਂ। ਇਹਦੇ ਵਿੱਚ ਤਾਂ ਸਰਕਾਰ ਦਾ ਦਖਲ ਹੋਵੇ, ਪੁਲਿਸ ਮੁਲਾਜ਼ਮ ਸਾਡੇ ਕੋਲ ਪੂਰੇ ਹੋਣ, ਕਿਉਂਕਿ ਨਕੋਦਰ ਸ਼ਹਿਰ ਪਹਿਲਾਂ ਨਹੀਂ ਰਹਿ ਗਿਆ। ਵਾਧੂ ਚਾਹੀਦੇ ਆ, ਬਹੁਤ ਜ਼ਿਆਦਾ ਚਾਹੀਦੇ ਆ ਜੀ। ਪੁਲਿਸ ਸਾਡੇ ਕੋਲ ਅਵੇਲੇਬਲ ਨਹੀਂ। ਅਸੀਂ ਇਹ ਤਾਂ ਕਰਨ ਨਹੀਂ ਦੇਣਾ ਇਹਨਾਂ ਨੂੰ ਜੀ ਕਿ ਪੁਲਿਸ ਬਾਹਰੋਂ ਸੱਦ ਕੇ ਲਿਆ ਕੇ ਸਾਡੇ ਦੁਕਾਨਦਾਰਾਂ ਨੂੰ ਜਾਂ ਸਾਡੇ ਸ਼ਹਿਰ ਵਾਸੀਆਂ ਨੂੰ ਆਗੇ ਕਹਿਣਗੇ ਜੀ ਅੰਦਰ ਕਰੋ ਜਾਂ ਕੁਛ ਕਰੋ। ਬਿਲਕੁਲ ਕਰਵਾਵਾਂਗੇ, ਨਾਲ ਜਲ ਕੇ ਕਰਾਵਾਂਗੇ, ਪਹਿਲਾਂ ਫੈਸਿਲਿਟੀ ਦਿਓ। ਠੀਕ ਹੈ। ਫੈਸਿਲਿਟੀ ਕਿਹਨੇ ਦੇਣੀ ਹੈ ਜੀ? ਹਾਲਾਤ ਇਹ ਬਣ ਚੁੱਕੇ ਆ ਜੀ। ਮੈਂ ਬੀਤੇ ਦਿਨ ਹੀ ਤੁਹਾਨੂੰ ਗੱਲ ਸੁਣਾਉਣ ਲੱਗਾ, ਹਸਪੀਟਲਸ 'ਚ ਤੁਸੀਂ ਕਿਤੇ ਚਲ ਜਾਓਗੇ ਨਾ ਜੀ, ਤੁਹਾਨੂੰ ਡਾਕਟਰ ਅਵੇਲੇਬਲ ਨਹੀਂ ਮਿਲਦੇ। ਇਹ ਮੈਂ ਉਹਨਾਂ ਲੀਡਰਾਂ ਨੂੰ ਜ਼ਰੂਰ, ਮੈਂ ਬੀਤੇ ਦਿਨ ਹੀ ਵੀ ਕਿਹਾ ਸੀਗਾ ਜੀ, ਅਸੀਂ ਹੁਣ ਵਿਧਾਨ ਸਭਾ ਦੀਆਂ ਚੋਣਾਂ ਆਉਣ ਲੱਗੀਆਂ, ਬੜੇ ਮੁੱਦੇ ਉੱਠ ਰਹੇ ਆ ਜੀ, ਕੋਈ ਸੇਵੇਦਾਰ, ਕੋਈ ਕੁਛ। ਮੈਂ ਅੱਜ ਕਿਸੇ ਪਾਰਟੀ ਦੀ ਨਹੀਂ ਗੱਲ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਨਾ ਜੀ ਸਾਨੂੰ ਨਕੋਦਰ ਹਲਕੇ ਨੂੰ ਸਮਝਣਾ ਪਊ ਕਿ ਜੇ ਅਸੀਂ ਲੀਡਰ ਬਣਨਾ ਨਾ ਜੀ, ਐਮਐਲਏ ਦਾ ਇਲੈਕਸ਼ਨ ਲੜਨਾ, ਉਹਦੇ ਲਈ ਸਾਨੂੰ ਬੇਸਿਕ
ਹਲਕੇ ਦਾ ਤਾਂ ਪਤਾ ਹੋਣਾ ਚਾਹੀਦਾ ਸਾਨੂੰ ਜ਼ਰੂਰਤਾਂ ਕਿੰਨੀਆਂ ਨੇ। ਬਿਲਕੁਲ। ਸਾਡੇ ਹਲਕੇ ਦੇ ਵਿੱਚ ਕਿੰਨੇ ਬੂਥ ਨੇ, ਸਾਡੇ ਹਲਕੇ ਦੇ ਵਿੱਚ ਕਿੰਨੀਆਂ ਡਿਸਪੈਂਸਰੀਆਂ ਨੇ, ਸਾਡੇ ਹਲਕੇ ਦੇ ਵਿੱਚ ਕਿੰਨੇ ਪ੍ਰਾਇਮਰੀ ਸਕੂਲਸ ਨੇ, ਮਿਡਲ ਸਕੂਲਸ ਨੇ, ਹਾਈ ਸਕੂਲਸ ਨੇ, ਸੀਨੀਅਰ ਸੈਕੰਡਰੀ ਲੈਵਲ ਸਕੂਲਸ ਨੇ। ਸਾਡੇ ਨਿਆਣੇ ਸਭ ਤੋਂ ਜ਼ਿਆਦਾ ਜੇ ਨੂਰਮਹਿਲ ਸ਼ਹਿਰ ਦੇ ਨਿਆਣੇ ਆ ਉਹ ਕਿੱਥੇ ਪੜ੍ਹਨ ਜਾਂਦੇ ਆ, ਸਾਨੂੰ ਹੀ ਸਮਝਣਾ ਪਊਗਾ ਜੀ। ਸਾਨੂੰ ਤਾਂ ਅੱਜ ਦੀ ਡੇਟ ਨੂੰ ਪਤਾ ਹੀ ਕੁਝ ਨਹੀਂਗਾ ਕਿ ਸਾਡਾ ਨਕੋਦਰ ਹਲਕਾ ਕੀ ਆ। ਸਾਨੂੰ ਸਿਰਫ ਇਹ ਪਤਾ ਅੱਜ ਮੈਂ ਟਿਕਟ ਕਿਸੇ ਕੋ ਅਪਲਾਈ ਕਰ ਦਵਾਂ, ਇੱਦਾਂ ਨਹੀਂ ਹੋਣਾ ਜੀ। ਕਿਸੇ ਨੇ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਪੰਜਾਬੀ ਇੰਨਾ ਜ਼ਰੂਰ ਹੈਗਾ ਜੀ ਨਕੋਦਰ ਹਲਕੇ ਵਾਲੇ ਭੋਲੇ ਭਾਲੇ ਆ, ਪਰ ਐਡੇ ਵੀ ਭੋਲੇ ਭਾਲੇ ਨੇਗੇ ਅੱਖ 1 ਮਿੰਟ 'ਚ ਸਮਝ ਜਾਂਦੇ ਕਰਨ ਕੀ ਆਏ ਨੇ। ਪ੍ਰਧਾਨ ਜੀ, ਹੁਣ ਤੁਸੀਂ ਗੱਲ ਕੀਤੀ ਹਲਕੇ ਦੀ ਰਾਜਨੀਤੀ ਦੀ, ਤੁਹਾਡੀ ਜਿਹੜੀ ਫੈਮਿਲੀ ਬੈਕਗਰਾਉਂਡ ਆ ਬਹੁਤ ਜ਼ਿਆਦਾ, ਮੰਨ ਲਓ ਤੁਸੀਂ ਰਾਜਨੀਤੀ ਨਾਲ ਜੁੜੇ ਹੋਏ ਹੋ, ਨਗਰ ਕੌਂਸਲ 'ਚ ਤੁਹਾਡਾ ਯੋਗਦਾਨ ਬਹੁਤ ਜ਼ਿਆਦਾ ਰਿਹਾ। ਕਦੇ ਤੁਸੀਂ ਨਹੀਂ ਸੋਚਿਆ ਵੀ ਤੁਸੀਂ ਵੀ ਇਲੈਕਸ਼ਨ ਲੜੋ ਵਿਧਾਨ ਸਭਾ ਦੀ? ਸਰ ਦੇਖੋ, ਇਹ ਚੀਜ਼ਾਂ ਕਿਹੜੀਆਂ ਨਾ ਜੀ, ਚਾਹੇ ਵਿਧਾਨ ਸਭਾ, ਹਰ ਬੰਦਾ ਸੈਟਿਸਫਾਈਡ ਹੁੰਦਾ ਜੀ ਆਪਣੇ ਆਪਣੇ ਦਾਇਰੇ ਦੇ ਵਿੱਚ। ਇਹ ਨਹੀਂ ਕਿ ਹਰ ਬੰਦਾ ਚਾਹੁੰਦਾ ਕਿ ਮੈਂ ਅੱਗੇ ਵਧਾਂ ਜਾਂ ਮੈਂ ਕਿੰਨੀ ਸੇਵਾ ਕਰ ਸਕਦਾ ਹਾਂ ਕਿਤੇ ਕਰਾਂ। ਦੇਖੋ, ਇਹ ਚੀਜ਼ਾਂ ਸਾਰੀਆਂ ਵਕਤ ਔਰ ਕੁਦਰਤ 'ਤੇ ਆ ਜਾਂਦੀਆਂ, ਲੋਕਾਂ ਦੀ ਆਵਾਜ਼ 'ਤੇ ਆਉਂਦੀਆਂ। ਜਿਸ ਵੇਲੇ ਲੋਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਕੋਈ ਰੁਕਦਾ ਨਹੀਂ। ਪਰ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੇਰਾ ਇੱਕ ਬੇਸਿਕ ਫੰਡਾ ਜੀ, ਮੈਂ ਕੌਂਸਲਰ ਬਣਾ ਨਾ ਬਣਾ, ਮੈਂ ਪ੍ਰਧਾਨ ਬਣਾ ਨਾ ਬਣਾ, ਮੈਂ MLA ਦੀ ਇਲੈਕਸ਼ਨ ਲੜਾਂ ਜਾਂ ਨਾ ਲੜਾਂ, ਪਰ ਮੇਰੇ ਹਲਕੇ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਨਾ ਜੀ, ਉਹ ਅੱਜ ਨਾ ਅਸੀਂ 10 ਸਾਲਾਂ 'ਚ ਸਹੀ ਜੀ। ਚਾਹੇ ਥਰੂ ਮੇਰੇ ਤਕਰੀਬਨ ਹੈ ਨਾ ਜੀ 7 ਤੋਂ 8 ਕੇਸਿਸ ਨੇ ਜੀ। ਮੈਂ ਆਪਣੀ ਗਵਰਨਮੈਂਟ 'ਚ ਦੀ ਗੱਲ ਕਰਦਾ ਜੀ। ਅੱਜ ਦੇ ਹਾਲਾਤਾਂ 'ਚ ਤਾਂ ਇਹ ਹੈ ਕਿ ਕਾਂਗਰਸ ਦੇ ਲੀਡਰ ਤਾਂ ਆਪਣੇ ਹਲਕਾ ਇੰਚਾਰਜਾਂ ਤੋਂ ਡਰਦੇ ਰਹੇ ਆ ਜੀ। ਬਿਲਕੁਲ, ਮੈਂ ਇਸ ਗੱਲ ਦੀ ਸ਼ਾਬਾਸ਼ੀ ਦੇਣਾ ਚਾਹੁੰਦਾ ਜੀ ਮਿਸਟਰ ਵਡਾਲਾ ਸਾਹਿਬ ਨੂੰ। ਮੈਂ ਅਕਾਲੀ ਦਲ ਦੇ ਵਿੱਚ ਸੀ ਤਾਂ ਮੇਰੇ ਕੇਸਿਸ ਹਾਈ ਕੋਰਟ ਵੀ ਚੱਲਦੇ ਸੀ ਤਾਂ ਸੁਪਰੀਮ ਕੋਰਟ 'ਚ ਵੀ ਚੱਲਦੇ ਸੀ। ਆ ਨਵੀਂ ਦਾਣਾ ਮੰਡੀ ਬਣਵਾ ਕੇ ਦਿੱਤੀ ਹੈ ਜੀ। ਅੱਜ ਜਾ ਕੇ ਤੁਸੀਂ ਉੱਥੇ ਦੇਖ ਲਓ, ਨਵੀਂ ਦਾਣਾ ਮੰਡੀ ਸ਼ਿਫਟ ਕਰਾ ਕੇ ਇੱਧਰੋਂ ਨੋਟੀਫਾਈ ਕਰਾਈ, ਪੁਰਾਣੀ ਨੂੰ ਡੀ ਨੋਟੀਫਾਈ ਕਰਾਇਆ। ਐਜੂਕੇਸ਼ਨ ਦੀ ਗੱਲ ਕਰਾਂ, ਐਜੂਕੇਸ਼ਨ 'ਚ ਗਿਆ। ਬਿਜਲੀ ਸਿਸਟਮ ਦੀ ਗੱਲ ਕਰਾਂ, ਹਰ ਖੇਤਰ 'ਚ ਆਪਣੇ ਵੱਲੋਂ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਉਹਦਾ ਕਾਰਨ ਕੀ ਸੀ ਕਿ ਤੁਹਾਡੀ ਲੀਡਰਸ਼ਿਪ ਜਿਸ ਵੇਲੇ ਹੈ ਨਾ ਜੀ ਡਿਕਟੇਟਰਸ਼ਿਪ ਕਰਨ ਲੱਗ ਪੈਂਦੀ ਆ। ਕਾਂਗਰਸ ਦਾ ਵਿਨਾਸ਼ ਦਾ ਕਾਰਨ ਕੀ ਹੈ ਜੀ? ਡਿਕਟੇਟਰਸ਼ਿਪ। ਇਹੀ ਕਾਰਨ ਬਣਿਆ ਕਿ ਅਸੀਂ ਹੁਣ ਨੂਰਮਹਿਲ ਦੇ ਬਹੁਤ ਵੱਡੇ ਪਰਿਵਾਰ ਨੇ ਜੀ, ਚਲੋ ਨਾਮ ਕੀ ਲੈਣਾ ਜੀ, ਉਹਨਾਂ ਨੇ ਬੜੀਆਂ ਸੇਵਾਵਾਂ ਦਿੱਤੀਆਂ, ਕੰਮ ਕੀਤੇ ਨੇ। ਪ੍ਰੋਬਲਮ ਲੀਡਰਸ਼ਿਪਾਂ 'ਚ ਕਿੱਥੋਂ ਆਉਂਦੀਆਂ? ਜਿਸ ਵੇਲੇ ਅਸੀਂ ਇੱਕ ਵੱਡੇ ਕਿਰਦਾਰ ਨੂੰ ਖਤਮ ਕਰਨ ਲਈ ਜ਼ਮੀਨ 'ਤੇ ਵੱਡੇ ਲੀਡਰ ਆ ਜਾਂਦੇ ਆ ਨਾ ਜੀ, ਕਿਉਂਕਿ ਲੋਕਲ ਛੋਟੇ ਸ਼ਹਿਰ ਹੁੰਦੇ ਆ ਜੀ, ਉੱਥੇ ਦੇ ਕਿਹੜੇ ਵੱਡੇ ਪਰਿਵਾਰ ਹੁੰਦੇ ਆ ਜਾਂ ਕੋਈ ਵੱਡੇ ਲੀਡਰ ਹੁੰਦੇ ਆ, ਉਹ ਕੰਮ ਕਰਨਾ ਚਾਹੁੰਦੇ ਆ, ਪਰ ਉਹ ਕਿਹੜੇ ਨਾ ਜੀ ਉਦੋਂ ਉੱਪਰਲੇ ਲੀਡਰ ਹੁੰਦੇ, ਉਹਨਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ, ਖਤਮ ਕਰ ਦਿੰਦੇ ਨੇ ਜੀ, ਪਰ ਉਹ ਵਿਨਾਸ਼ ਸ਼ਹਿਰ ਦਾ ਹੁੰਦਾ ਜੀ। ਕਿਉਂਕਿ ਦਹਿਲ ਔਰ ਡਰ ਉਸ ਬੰਦੇ ਦੇ ਦਿਮਾਗ ਦੇ ਵਿੱਚ ਹੁੰਦਾ ਜੀ ਜਿਹੜੇ ਬੰਦਿਆਂ ਨੇ ਕਦੀ ਕੋਈ ਕਰਮ ਨਹੀਂ ਕੀਤਾ, ਬਸ ਚਮਚਾਗਿਰੀਆਂ ਕੀਤੀਆਂ ਨੇ ਜੀ। ਚਮਚਾਗਿਰੀ ਲੀਡਰ ਨੂੰ ਵੀ ਲੈ ਡੁੱਬਦੀਆਂ ਨੇ ਜੀ, ਔਰ ਤੁਹਾਡੇ ਆਪ ਨੂੰ ਵੀ ਲੈ ਡੁੱਬਦੀਆਂ ਨੇ। ਤਾਂ ਤੁਹਾਡੀਆਂ ਕਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਵੀ ਸਿਆਸੀ ਕਤਲ ਹੋ ਜਾਂਦਾ। ਹਮੇਸ਼ਾ ਮੈਰਿਟ ਦੇ ਆਧਾਰ 'ਤੇ ਕੰਮ ਕਰਨਾ ਚਾਹੀਦਾ ਜੀ। ਜੋ ਵਧੀਆ ਲੱਗਦਾ ਆਪਣੀਆਂ ਐਫਰਟਸ ਦਿਓ, ਕਿਉਂਕਿ ਸਾਡੇ ਕੋਲ ਤਾਂ ਹਾਲੇ ਤੇ ਹਿੰਦੁਸਤਾਨ ਦੀ ਗੱਲ ਨੂੰ ਛੱਡੀਏ ਜੀ, ਪੰਜਾਬ ਦੀ ਗੱਲ ਹੀ ਕਰ ਲੈਣਾ, ਸਾਡੇ ਕੋਲ ਤਾਂ ਬੇਸਿਕ ਇਨਫਰਾਸਟਰਕਚਰ 'ਚ ਹੀ ਅਸੀਂ ਪੂਰੇ ਕਾਮਯਾਬ ਨਹੀਂ ਹੋਏ। 70 ਸਾਲਾਂ 'ਚ ਕੁਛ ਨਹੀਂ ਕਰ ਸਕੇ। ਉਹ ਤਾਂ ਕਾਰਨ ਕੀ ਹੈ ਜੀ? ਸਾਡੇ ਇੱਥੇ ਦੇ ਹਾਲਾਤ ਕਿਹੜੇ ਨੇ? ਦੇਖੋ, ਤੁਸੀਂ ਨਕੋਦਰ ਡਿਗਰੀ ਕਾਲਜ ਦੀ ਗੱਲ ਕਰਨਾ ਜੀ, ਲਾਸਟ ਟਾਈਮ ਬਾਦਲ ਸਾਹਿਬ ਆਏ, ਵਡਾਲਾ ਸਾਹਿਬ ਨਾਲ ਗਏ, ਡਿਗਰੀ ਕਾਲਜ ਚਲੋ ਆਇਆ ਸਾਡੇ। ਉਹ ਸਾਡੇ ਸ਼ਹਿਰ ਦੇ ਵਿੱਚ ਕੋਈ ਐਜੂਕੇਸ਼ਨ ਦੇ ਰਿਗਾਰਡਿੰਗ ਮੂਵਮੈਂਟ ਤਾਂ ਹੈਗੀਆਂ ਜੀ। ਜਿਸ ਵੇਲੇ ਮੈਂ ਬਤੌਰ ਪ੍ਰਧਾਨ ਨਗਰ ਕੌਂਸਲ ਨਕੋਦਰ ਸੀ ਜੀ, ਹਰ ਡਿਪਾਰਟਮੈਂਟ ਦੇ ਅਧਿਕਾਰੀ ਕੋ ਪੁੱਛ ਕੇ ਦੇਖ ਲਓ ਜੀ, ਸਿਵਲ ਹਸਪੀਟਲ ਤੋਂ SMO ਕੋ, ਸਿਵਲ ਸਪਲਾਈ ਡਿਪਾਰਟਮੈਂਟਸ, ਐਜੂਕੇਸ਼ਨ ਸਾਡੇ ਮਿਡਲ ਸਕੂਲ ਵੀ ਆ, ਹਾਈ ਸਕੂਲ ਵੀ ਆ, ਸੀਨੀਅਰ ਸੈਕੰਡਰੀ ਸਕੂਲ ਵੀ ਆ। ਹਰ ਚੀਜ਼ 'ਚ ਸਵੇਰੇ 9 ਵਜੇ ਉੱਠ ਕੇ ਅਸੀਂ ਇਹ ਪੁੱਛਦੇ ਹੁੰਦੇ ਸੀ ਕਿਹੜੇ ਟੀਚਰਾਂ ਦੀ ਕਮੀ ਆ, ਤੁਹਾਡੇ ਕੋਲ ਡਾਕਟਰਸ ਦੀ ਕਿੰਨੀ ਕਮੀ ਆ। ਸਿਵਲ ਸਪਲਾਈ ਵਾਲਿਆਂ ਨੂੰ ਇਹ ਪੁੱਛਦੇ ਸੀ ਕਿ ਤੁਹਾਡੇ ਕੋਲ ਕਿਹੜਾ ਜਿਹੜੇ ਆਟਾ ਦਾਲ ਵਾਲੀਆਂ ਸਕੀਮਾਂ ਆ, ਕਿੰਨੇ ਤੁਹਾਡੇ ਕੋਲ ਕਾਰਡ ਬਣ ਗਏ ਆ, ਕਿੰਨੇ ਪੈਂਡਿੰਗ ਰਹਿ ਗਏ। ਹੁਣ ਤਾਂ ਪੁੱਛਣ ਵਾਲਾ ਹੀ ਕੋਈ ਨਹੀਂ ਜੀ, ਹੁਣ ਤਾਂ ਕੁਛ ਵੀ ਨਹੀਂ। ਹੁਣ ਤਾਂ ਬਸ ਇੱਕੋ ਇੱਕ ਰਾਗ ਆ ਜੀ ਕਿ ਕਿਸੇ ਢੰਗ ਦੇ ਨਾਲ ਅਸੀਂ ਟਿਕੇ ਰਹੀਏ, ਪਰ ਇਹ ਤਾਂ ਨਹੀਂ ਹੋਣਾ ਜੀ। ਸਾਨੂੰ ਐਫਰਟਸ ਕਰਨੀਆਂ ਪੈਂਦੀਆਂ, ਉਹ ਕਰਨੀਆਂ ਪੈਣੀਆਂ ਆ। ਇਸ ਲਈ ਮੈਂ ਨਗਰ ਕੌਂਸਲ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ ਬੈਸਟ ਆਫ ਲੱਕ ਕਹਿਣਾ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਧੀਆ ਤਰੀਕੇ ਨਾਲ ਚਲਾਓ ਜੀ। ਪ੍ਰਧਾਨ ਸਾਹਿਬ, ਤੁਸੀਂ ਫਿਰ ਨਗਰ ਕੌਂਸਲ 'ਤੇ ਲੈ ਆਓ ਗੱਲ, ਤੁਹਾਡੀ ਜਿਹੜੀ ਟਰਮ ਸੀ ਬੜੀ ਸਕਸੈਸਫੁਲ ਸੀ। ਮੈਂ ਮੰਨ ਲਓ ਤੁਹਾਡੇ ਨਾਲ ਬੈਠਾ ਤਾਂ ਨਹੀਂ ਕਹਿ ਰਿਹਾ, ਅਸੀਂ ਬਾਅਦ 'ਚ ਕਰਦੇ ਰਹੇ ਹਾਂ।
ਪਰ ਕੀ ਗੱਲ ਹੋਈ ਵੀ ਨਗਰ ਕੌਂਸਲ ਤੁਹਾਡੀ ਨਹੀਂ ਬਣ ਸਕੀ ਅਕਾਲੀ ਦਲ ਦੀ, ਕੀ ਗੱਲ ਸੀ? ਸਰ ਦੇਖੋ, ਨਗਰ ਕੌਂਸਲਾਂ ਕਿਹੜੀਆਂ ਦੇ ਇਲੈਕਸ਼ਨ ਹੁੰਦੇ ਆ, ਅਸੀਂ ਪਹਿਲੀ ਗੱਲ ਮੈਂ ਕੰਟੈਸਟ ਨਹੀਂ ਕੀਤਾ। ਉਸ ਤੋਂ ਬਾਅਦ ਕਿਹੜਾ ਨਗਰ ਕੌਂਸਲਾਂ ਦਾ ਹੁੰਦਾ, ਦੇਖੋ ਇਹਦੇ ਵਿੱਚ ਭਾਈਚਾਰਾ ਸਭ ਤੋਂ ਜ਼ਿਆਦਾ ਚੱਲਦਾ ਜੀ। ਵਿਧਾਨ ਸਭਾ ਦੇ ਵਿੱਚ ਇੱਕ ਪਾਰਟੀ ਵੋਟ ਹੁੰਦੀ, ਡਿਵੈਲਪਮੈਂਟ ਦੇ ਮੁੱਦੇ ਤੇ ਹੁੰਦੇ, ਕਿਹੜੀਆਂ ਨਗਰ ਕੌਂਸਲਾਂ ਹੁੰਦੀਆਂ ਆ ਇਹ ਤੁਹਾਡੀ ਮੈਨ ਟੂ ਮੈਨ ਮਾਰਕਿੰਗ ਆ ਜਾਂਦੀ ਹੈ। ਜਿੱਥੇ ਤੱਕ ਮੈਨੂੰ ਆਹ ਐਕਸਪੀਰੀਅੰਸ ਆਇਆ ਜੀ, ਇਹਦੇ ਵਿੱਚ ਤੁਸੀਂ ਪਾਰਟੀ ਨਾਲੋਂ ਬੰਦਾ ਚੁਣਦੇ ਹੋ ਕਿ ਤੁਹਾਡੀ ਨੇੜਤਾ ਕਿਹੜੀ ਹੈਗੀ। ਬਿਲਕੁਲ। ਜੇ ਇਸ ਵਾਰੀ ਨਗਰ ਕੌਂਸਲਾਂ ਦੇ ਵਿੱਚ ਚੋਣ ਹੋਈ, ਸਾਡੇ ਹੀ ਕੈਂਡੀਡੇਟ ਕਾਂਗਰਸ ਜੁਆਇਨ ਕੀਤੀ, ਸਾਡਿਆਂ ਨੇ ਕੀਤੀ ਜੀ। ਤੁਸੀਂ ਇੱਕ ਸ਼ਕਲਾਂ ਦੇਖੋਗੇ, ਇਹਨਾਂ ਚੋਂ ਅੱਧੇ ਤੋਂ ਜ਼ਿਆਦਾ ਕਿਹੜੇ ਨੇ ਕਿਹਨਾਂ ਨੇ ਮੇਰੇ ਨਾਲ ਕੰਮ ਕੀਤਾ। ਠੀਕ ਹੈ, ਮੈਂ ਸਤਿਕਾਰ ਕਰਦਾ ਅੱਜ ਉਹਨਾਂ ਦਾ ਵੀ ਜੀ, ਕਿਉਂਕਿ ਮੇਰੀ ਟਰਮ ਦੇ ਵਿੱਚ ਕਦੀ ਅਸੀਂ ਇਹ ਕੋਸ਼ਿਸ਼ ਨਹੀਂ ਕੀਤੀ ਅਕਾਲੀ ਦਲ ਦਾ, ਕਾਂਗਰਸ ਦਾ, BSP ਦਾ, BJP ਦਾ, ਜਿਹੜਾ ਚੁਣਿਆ ਨੁਮਾਇੰਦਾ ਆ ਉਹਦੇ ਹੱਕ ਦੇ ਮੁਤਾਬਕ ਅਸੀਂ ਗੱਲ ਕੀਤੀ, ਉਹਦੇ ਹੱਕ ਦੇ ਮੁਤਾਬਕ ਕੰਮ ਕੀਤੇ। ਕਦੀ ਉਹਨਾਂ ਨੂੰ ਓਵਰ ਰੂਟ ਕਰਕੇ ਨਹੀਂ ਕਿਹਾ ਕਿ ਮੈਂ ਇਹ ਨਹੀਂ ਕਰਾਉਣਾ, ਦੂਸਰੇ ਕੋਲੋਂ ਕਿਸੇ ਕੋ ਕਰਾਉਣਾ, ਡਿਫੀਟਡ ਕੋ ਕਰਾਉਣਾ। ਜਿਹੜਾ ਚੁਣਿਆ ਨੁਮਾਇੰਦਾ ਆ ਉਹਨਾਂ ਨੂੰ ਨਾਲ ਰਹਿ ਕੇ ਰੱਖਿਆ, ਕੰਮ ਕੀਤੇ ਨੇ। ਚਲੋ ਲੋਕਤੰਤਰ ਨੇ, ਲੋਕਾਂ ਦਾ ਫੈਸਲਾ ਆ, ਜੋ ਲੋਕਾਂ ਨੇ ਫਰਮਾਨ ਦਿੱਤਾ ਉਹਨੂੰ ਵੀ ਐਕਸੈਪਟ ਕੀਤਾ। ਹੁਣ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ, ਕਿਉਂ ਨਹੀਂ ਜਿੱਤੇ? ਜੇ ਮੈਂ ਅਕਾਲੀ ਦਲ 'ਚ ਸੀ, ਸਭ ਤੋਂ ਜ਼ਿਆਦਾ ਨਕੋਦਰ ਦੀ ਲੀਡ ਅਕਾਲੀ ਦਲ ਦੀ ਆਈ ਜੀ, 850। ਮੈਂ ਵੀ ਅਕਾਲੀ ਦਲ ਤੋਂ ਹੀ ਸੀ। ਹਾਂਜੀ ਹਾਂਜੀ। ਲੋਕਾਂ ਦਾ ਫਤਵਾ ਆ, ਲੋਕਾਂ ਨੇ ਕਿਹੜੀ ਆਪਣੀ ਕਦੀ ਕਤਾਏ ਲੋਕਾਂ ਦੀ ਸੋਚ ਬਣ ਜਾਂਦੀ ਹੈ ਕਿ ਅਸੀਂ ਚੇਂਜ ਕਰ ਦਈਏ, ਕਦੀ ਕਤਾਏ ਲੋਕਾਂ ਦੀ ਹੁੰਦੀ ਆ ਕਿ ਇਹ ਪੁਰਾਣਾ ਸਾਡੇ ਬਹੁਤ ਰਿਲੇਸ਼ਨ ਆ, ਇਹ ਰਿਲੇਸ਼ਨਸ ਨੂੰ ਵੋਟ ਪੈ ਜਾਂਦੀ ਹੈ ਜੀ ਕੌਂਸਲਾਂ ਦੀ। ਜੋ ਮੇਰਾ ਆਈਡੀਆ, ਜੇ ਵਿਕਾਸ ਦੇ ਮੁੱਦੇ ਤੇ ਮੈਂ ਤਾਂ ਅੱਜ ਵੀ ਡਿਬੇਟ ਕਰਨ ਲਈ ਤਿਆਰ ਹਾਂ ਜੀ, ਬਿਠਾਓ ਵਿਕਾਸ ਦੇ ਮੁੱਦੇ ਤੇ। ਜੇ ਕਿਸੇ ਨੇ ਵੀ ਗੱਲ ਕਰਨੀ ਹੋਵੇ, ਕਿਸੇ ਸਿਆਸੀ ਪਾਰਟੀ ਨੇ, ਮੇਰੇ ਨਾਲ ਬਿਠਾਓ। ਕੀ ਨਕੋਦਰ ਦੇ ਵਿੱਚ ਕੀਤਾ? ਕੈਂਡੀਡੇਟ ਬਣਨਾ ਤਾਂ ਬੜਾ ਆਸਾਨ ਆ ਜੀ। ਵਿਕਾਸ ਦੇ ਮੁੱਦੇ ਤੇ ਅਸੀਂ ਚਾਹੁੰਦੇ ਕੀ ਆ, ਸਾਡਾ ਹਲਕਾ ਕੀ ਚਾਹੁੰਦਾ? ਸਾਡਾ ਹਲਕਾ ਕੁਝ ਨਹੀਂ ਚਾਹੁੰਦਾ। ਅਸੀਂ ਚਾਹੁੰਦੇ ਸਾਡੀ ਕਿਹੜੀ ਆਉਣ ਵਾਲੀ ਜਵਾਨੀ ਆ ਉਹ ਪੜ੍ਹੇ ਲਿਖੇ ਔਰ ਆਪਣੇ ਆਪਣੇ ਖੇਤਰਾਂ 'ਚ ਸਕਸੈਸ ਹੋਵੇ। ਬਿਲਕੁਲ। ਸਾਡੀ ਹੈਲਥ ਸਿਸਟਮ ਆ ਉਹਨੂੰ ਅਸੀਂ ਕਿੱਦਾਂ ਲੈ ਕੇ ਜਾਵਾਂਗੇ, ਆਉਣ ਵਾਲਾ ਵਕਤ ਅਸੀਂ ਕਿੱਦਾਂ। ਮੈਨੂੰ ਤਾਂ ਇਹ ਹਾਲਾਤ ਦਿਖਣ ਲੱਗ ਪਏ ਜੀ ਕਿ ਪੰਜਾਬ ਅੱਧੇ ਨਾਲੋਂ ਜ਼ਿਆਦਾ ਤਾਂ ਫੋਰਨ ਦੇ ਵਿੱਚ ਚਲਾ ਗਿਆ ਜੀ। ਬਿਲਕੁਲ। ਸਾਡੇ ਯੰਗਸਟਰ ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਕਿਤੇ ਬਿਜਲੀ ਘਰ ਦੇ ਵਿੱਚ ਬਿਜਲੀ ਦਾ ਬਿੱਲ ਦੇ ਦਿਓ ਜੀ ਕਿ ਜਮ੍ਹਾਂ ਕਰਵਾਇਆ, ਉਹ ਅਪਸੈਟ ਹੋ ਕੇ ਆਉਂਦੇ ਆ ਕਿਉਂਕਿ ਸਾਡਾ ਢਾਂਚਾ ਇੱਦਾਂ ਦਾ ਬਣ ਗਿਆ, ਸਿਸਟਮ ਇੱਦਾਂ ਦਾ ਆ। ਉਹ ਢਾਂਚੇ ਨੂੰ ਕੋਈ ਨਾ ਕੋਈ ਤਾਂ ਆਊਗਾ, ਜਿਸ ਵੇਲੇ ਖਰੀ ਟੀਮ ਆਊਗੀ ਉਹ ਠੀਕ ਕਰਨ ਦੀਆਂ ਕੋਸ਼ਿਸ਼ਾਂ ਕਰੂ। ਅੱਜ ਨਾ ਹੋਊ, 10 ਸਾਲਾਂ ਨੂੰ ਹੋਊ। ਸਾਨੂੰ ਇੱਕ ਨਾ ਇੱਕ ਦਿਨ ਤਾਂ ਕਰਨਾ ਹੀ ਪੈਣਾ ਜੀ। ਹੁਣ ਤਾਂ ਦੇਖੋ ਸਿਆਸਤ ਗਰਮਾ ਗਈ ਆ, ਵਿਧਾਨ ਸਭਾ ਆ ਗਈ ਆ, ਇਹਦੇ ਵਿੱਚ ਹਰ ਬੰਦੇ ਨੇ ਗੱਲ ਕਰਨੀ ਆ। ਉਹ ਕਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਬੋਰਡਾਂ ਦੇ, ਕੋਈ ਸੇਵਾਦਾਰ, ਕੋਈ ਪੁੱਤ ਬਣ ਗਿਆ, ਕੋਈ ਕੁਛ। ਇਹ ਗੱਲਾਂ ਕਿਹੜੀਆਂ ਨਾ ਜੀ, ਹੁਣ ਬਹੁਤ ਹੀ ਦੇਰ ਤੱਕ, ਕਿੰਨੀ ਦੇਰ ਤੱਕ ਚੱਲੋਗੇ ਜੀ? ਕਿਉਂਕਿ ਚੰਦ ਕੁ ਦਿਨ ਲਈ ਸੇਵਾਦਾਰ ਬਣਦੇ ਆ। ਬਣਦਾ ਹੀ ਇਹ ਆ ਜੀ, ਕਿਉਂਕਿ ਅਸੀਂ ਜੰਮੇ ਪਲੇ ਇਸ ਹਲਕੇ 'ਚ, ਮਰਨਾ ਵੀ ਇਸ ਹਲਕੇ 'ਚ ਆ ਜੀ। ਅਸੀਂ ਕਿਹਦੇ ਨਾਲ ਧੋਖੇ ਦੀਆਂ ਗੱਲਾਂ ਕਰ ਲਵਾਂਗੇ ਜੀ? ਕਦੀ ਕਦੇ ਮੇਰੇ ਸੱਜਣ ਹੀ ਆ ਜੀ, ਆਪਣੇ ਮੇਰੇ ਨਿੱਜੀ ਵਾਰਡ ਦੇ ਬੰਦੇ ਆ, ਕਈ ਇਲਾਕੇ ਮੇਰੇ ਨਾਲ ਜੁੜੇ ਆ, ਉਹ 'ਚ ਡਿਵੈਲਪਮੈਂਟ ਹੀ ਨਹੀਂ ਹੋਈ ਜੀ। ਮੌਕੇ ਮੁਤਾਬਕ ਰੈਜ਼ੋਲੂਸ਼ਨ ਪਾਉਂਦੇ ਆ, ਫਿਰ ਉਹੀ ਗੱਲ ਆ ਜਾਂਦੀ ਹੈ ਨਾ ਜੀ, ਓਪੋਜੀਸ਼ਨ ਰੂਲਿੰਗ। ਫਿਰ ਹਲੇ ਵਾਚ ਕਰਦੇ ਆ ਕਿ ਪ੍ਰਧਾਨ ਵਧੀਆ ਤਰੀਕੇ ਨਾਲ ਚੱਲਣ, ਉਹਨਾਂ ਨੂੰ ਇਹ ਹੋ ਸਕਦਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਪਤਾ ਹੋਵੇ ਕਿ ਮੈਂ ਸ਼ਹਿਰ ਕਿੱਦਾਂ ਚਲਾਉਣਾ, ਕਿਉਂਕਿ ਹਰ ਬੰਦਾ ਪਾਰੀ ਆਪਣੇ ਮੁਤਾਬਕ ਖੇਲਦਾ। ਬਿਲਕੁਲ। ਮੈਂ ਤਾਂ ਆਪਣੇ ਵੱਲੋਂ ਸਿਰਫ ਇਹ ਕਹਿ ਸਕਦਾ, ਵਿਕਾਸ ਦੇ ਮੁੱਦੇ ਤੇ ਜਿੱਥੇ ਨਵੇਂ ਪ੍ਰਧਾਨ ਨੂੰ ਜ਼ਰੂਰਤ ਹੋਈ ਮੈਂ ਉਹਦੇ ਨਾਲ ਖੜਾ। ਠੀਕ ਹੈ। ਮੇਰੇ ਸਾਥੀ ਵੀ ਖੜੇ ਹੋਣਗੇ, ਕਿਉਂਕਿ ਨੋ ਕੌਨਫੀਡੈਂਸ ਮੋਸ਼ਨ ਦਾ ਸਾਡੇ ਨਕੋਦਰ 'ਚ ਰਿਵਾਜ਼ ਬਹੁਤ ਸੀ। ਅੱਜ ਪ੍ਰਧਾਨ ਬਣਾਇਆ, ਕੱਲ੍ਹ ਲਾਤਾ, ਅੱਜ ਬਣਾਇਆ, ਕੱਲ੍ਹ ਲਾਤਾ। ਪਰ ਸਾਡੀ ਇਹ ਫਿਦਰਤ ਨਹੀਂ, ਜਿਹੜਾ ਪ੍ਰਧਾਨ ਬਣ ਜਾਵੇ ਮੈਂ ਕਹਿੰਦਾ ਸਾਡਾ ਪ੍ਰਧਾਨ, ਸ਼ਹਿਰ ਦਾ ਪ੍ਰਧਾਨ। ਬਿਲਕੁਲ। ਉਹਦਾ ਰਿਗਾਰਡ ਕਰਨਾ ਸਾਡੀ ਰਿਸਪੌਂਸਿਬਿਲਟੀ ਬਣਦੀ, ਉਹਦਾ ਸਤਿਕਾਰ ਕਰਨਾ ਸਾਡੀ ਰਿਸਪੌਂਸਿਬਿਲਟੀ ਬਣਦੀ ਆ। ਜਿੱਥੇ ਓਪੋਜੀਸ਼ਨ ਦੀ ਗੱਲ ਆਊਗੀ, ਜਿੱਥੇ ਗਲਤ ਲੱਗੂਗਾ, ਡਟ ਕੇ ਕਵਾਂਗੇ ਤੁਸੀਂ ਇੱਥੇ ਪ੍ਰਧਾਨ ਗਲਤ ਹੋ, ਕਿਉਂਕਿ ਦਿਲਣਾ ਨਹੀਂ ਚਾਹੀਦਾ ਜੀ। ਵਿਕਾਸ ਦੇ ਮੁੱਦੇ ਤੇ ਉਹਨਾਂ ਨੂੰ ਸਾਡੀ ਓਪੋਜੀਸ਼ਨ ਦੀ ਲੋੜ ਆ, ਤੇ ਬਿਲਕੁਲ ਨੀਡਰ ਹੋ ਕੇ ਕਹਿੰਦੇ ਆ, ਅੱਜ ਵੀ ਖੜੇ, ਕਿਉਂਕਿ ਅੱਜ ਵਿਧਾਨ ਸਭਾ ਦੀ ਚੋਣ ਆ ਗਈ। ਕਿਸੇ ਲੀਡਰ ਦੇ ਮੂੰਹ ਇਹ ਨਿਕਲਣੀਆਂ ਨਹੀਂ ਗੱਲਾਂ ਜੀ ਅਸੀਂ ਮੌਜੂਦਾ ਸਰਕਾਰ ਦੇ ਪ੍ਰਧਾਨ ਦੇ ਨਾਲ, ਅਸੀਂ ਤਾਂ ਵੀ ਕਹਿੰਦੇ ਵਿਕਾਸ ਦੇ ਮੁੱਦੇ ਤੇ ਬਿਲਕੁਲ ਨਾਲ ਖੜੇ ਹੋਵਾਂ। ਕਰੋ, ਜੇ ਕੋਈ ਪ੍ਰੋਜੈਕਟ ਲੈ ਕੇ ਆ ਸਕਦੇ ਆ ਤੁਸੀਂ ਲਿਆਓ, ਸਾਡੀ ਕਿਤੇ ਮਦਦ ਦੀ ਜ਼ਰੂਰਤ ਆ। ਮੈਂ ਤੁਹਾਨੂੰ ਬੜਾ ਛੋਟਾ ਦੱਸਦਾ ਜੀ, ਫਾਇਰ ਸਟੇਸ਼ਨ ਲਿਆਉਣਾ ਸੀਗਾ। ਮੈਂ ਕਈ ਸੀਨੀਅਰ ਆਫਿਸਰਸ ਨਾਲ ਗੱਲ ਕੀਤੀ ਕਿ ਮੈਂ ਫਾਇਰ ਸਟੇਸ਼ਨ ਨਕੋਦਰ ਲਿਆਉਣਾ, ਇੱਥੇ ਅੱਗ ਲੱਗ ਜਾਂਦੀ ਹੈ। ਉਹ ਹੱਸ ਕੇ ਇਹ ਕਹਿੰਦੇ ਹੁੰਦੇ ਸੀਗੇ ਜੀ, ਅੱਛਾ ਜੀ इसको तो आदित्य कहते हैं वाइट एलिफेंट। मैं सच दसन लगा जी, ਹੁਣ ਕੀ ਨਾਮ ਲਵਾਂ ਆਫਿਸਰ ਦਾ। ਠੀਕ ਹੈ। ਮੈਂ ਕਿਹਾ ਜੀ ਅੱਗਾਂ ਸਾਡੇ ਇੱਥੇ ਲੱਗਦੀਆਂ ਆ, ਸਾਡਾ ਐਗਰੀਕਲਚਰ ਏਰੀਆ ਆ, ਕਿਦੋਂ ਖੱਤਿਆਂ ਨੂੰ ਲੱਗ ਜਾਂਦੇ, ਸਾਨੂੰ ਲੱਭਦਾ ਕੁਛ ਨਹੀਂ। ਬਿਲਕੁਲ।
ਉਹਦੇ ਵਿੱਚ ਜੀ ਮੈਂ ਉਸ ਵੇਲਿਆਂ ਦੇ ਪ੍ਰਧਾਨ ਨਗਰ ਕੌਂਸਲ ਨੂਰਮਹਿਲ, ਜਗਤ ਮੋਹਨ ਸ਼ਰਮਾ ਜੀ, ਐਡਮਿਨਿਸਟ੍ਰੇਟਰ ਸੀ ਬਿਲਗਾ ਜੀ, ਅਸੀਂ ਤਿੰਨੇ ਹੀ ਹਲਕੇ ਦੇ ਮਿਊਨਿਸਪੈਲਿਟੀਆਂ ਨੇ ਰਲ ਕੇ ਇਹ ਨਕੋਦਰ ਖੋਲ੍ਹਿਆ ਜੀ ਫਾਇਰ ਸਟੇਸ਼ਨ। ਅੱਜ ਤੁਸੀਂ ਦੇਖੋਗੇ ਨਾ ਜੀ, ਸਾਡੇ ਕਿਤੇ ਫਾਇਰ ਅਫਸਰ ਨਾਲ ਗੱਲ ਕਰਕੇ ਦੇਖਿਓ, ਲਾਸਟ ਈਅਰ ਸਭ ਤੋਂ ਜ਼ਿਆਦਾ ਉਨੀ ਜਲੰਧਰ ਕਾਰਪੋਰੇਸ਼ਨ ਦੀ ਨਹੀਂ ਪਰਸੈਂਟੇਜ ਹੋਊਗੀ ਟਰੈਵਲਿੰਗ ਦੀ ਜਿੰਨੀ ਨਕੋਦਰ ਦੀ ਹੋਊਗੀ ਜੀ। ਸ਼ਾਹਕੋਟ ਤੱਕ ਜਿੱਥੇ ਅੱਗ ਲੱਗਦੀ ਸੀ 15 ਮਿੰਟ ਦੇ ਵਿੱਚ ਆਪਣੀ ਗੱਡੀ ਨਕੋਦਰ ਦੀ ਪਹੁੰਚਦੀ ਸੀ। ਠੀਕ ਹੈ, ਇਹ 'ਚ ਤਾਂ ਤੁਹਾਡੇ ਸ਼ਹਿਰ ਦਾ ਵੀ ਪੂਰਾ ਹਿੱਸਾ ਹੈ ਔਰ ਬਿਲਗੇ ਦਾ ਵੀ ਪੂਰਾ ਹਿੱਸਾ ਹੈ। ਠੀਕ ਹੈ, ਪੈਸ਼ਨ ਨਾਲ ਕੰਮ ਕਰੋ ਜਿੰਨਾ ਹੋ ਸਕੇ। ਬਿਲਕੁਲ, ਸ਼ੌਕ ਹੋਣਾ ਚਾਹੀਦਾ। ਦੇਖੋ ਜੀ, ਰਾਜਨੀਤੀ ਇੱਕ ਪੈਸ਼ਨ ਹੋਣਾ ਚਾਹੀਦਾ ਜੇ ਤੁਸੀਂ ਰਾਜਨੀਤੀ ਕਰਨੀ ਆ। ਰਾਜਨੀਤੀ ਇਹ ਨਹੀਂ ਕਹਿੰਦੀ ਜੀ ਮੈਨੂੰ ਬਣਿਆ ਬਣਾਇਆ ਪਲੇਟਫਾਰਮ ਮਿਲ ਗਿਆ ਤਾਂ ਮੈਂ ਚੱਲ ਪਿਆ, ਅੱਗੇ ਨਹੀਂ ਹੋ। ਅਸੀਂ ਤਾਂ ਓਪੋਜੀਸ਼ਨ 'ਚ ਵੀ ਕੰਮ ਕਰਦੇ ਹਾਂ। ਕਿਤੇ ਵੀ ਕੋਈ ਗੱਲ ਹੋਵੇ ਸ਼ਹਿਰ ਦੀ, ਕੋਈ ਇਹ ਤਾਂ ਨਹੀਂ ਕਹਿੰਦੇ ਜੀ ਸਾਨੂੰ ਡਰ ਲੱਗਦਾ ਕਿਸੇ ਕੋ, ਜੋ ਕਰਨਾ ਕਰ ਲੈਣ। ਬਿਲਕੁਲ, ਪਰ ਕਿੱਥੇ ਨਕੋਦਰ ਦੀ ਗੱਲ ਆਉਂਦੀ ਆ, ਅੱਜ ਵੀ ਡਟ ਕੇ ਖੜੇ ਹਾਂ ਜੀ, ਕੱਲ ਵੀ ਡਟ ਕੇ ਖੜੇ ਹੋਣਾ, ਤਾਂ ਆਖਰੀ ਸਾਹਾਂ ਤੱਕ ਨਕੋਦਰ ਹਲਕੇ ਲਈ ਬਿਲਕੁਲ ਖੜੇ ਹੋਣਾ, ਕਿਉਂਕਿ ਸਾਡਾ ਸ਼ਹਿਰ ਆ ਔਰ ਸਾਡਾ ਹਲਕਾ। ਠੀਕ ਹੈ, ਇਹ ਆਪਣੀਆਂ ਜ਼ਿੰਮੇਵਾਰੀਆਂ ਬਣਦੀਆਂ। ਇਹ ਕਿਸੇ ਤੇ ਆਸਾਨ ਨਹੀਂ, ਇੱਕ ਪਬਲਿਕ ਤੇ ਆਸਾਨ ਨਹੀਂ ਕਿ ਕਿਸੇ ਦੇ ਨਹੀਂ, ਕਿਉਂਕਿ 50 ਸਾਲ ਇਸ ਸ਼ਹਿਰ ਨੂੰ ਅਸੀਂ ਦਿੱਤੇ ਆ ਜੀ। ਮੇਰੇ ਗ੍ਰੈਂਡਫਾਦਰ ਉਹਨਾਂ ਨੇ ਸਟਾਰਟ ਕੀਤਾ ਸਾਰਾ ਕੁਝ। ਉਦੋਂ ਬਾਅਦ ਮੇਰੇ ਵੱਡੇ ਤਾਇਆ ਜੀ ਇੱਥੇ ਸਰਦਾਰ ਦਰਬਾਰਾ ਸਿੰਘ ਚੀਫ ਮਿਨਿਸਟਰ ਪੰਜਾਬ ਸੀਗੇ ਜੀ। 1982 ਦੇ ਵਿੱਚ ਉਹਨਾਂ ਦੇ ਹਲਕਾ ਇੰਚਾਰਜ ਰਹੇ ਜੀ। ਠੀਕ ਹੈ, ਇਹ ਤਾਂ ਹੁਣ ਬਾਅਦ ਦੇ ਵਿੱਚ ਬਣੇ ਆ ਜੀ। ਹਾਂਜੀ, ਪਰ ਇੰਨਾ ਜ਼ਰੂਰ ਦੱਸਣਾ ਚਾਹੁੰਦਾ ਕਿ ਨਕੋਦਰ ਹਲਕੇ ਨਾਲ ਵੱਡੇ ਲੀਡਰ ਹਨ ਜੀ, ਜਿਸ ਵੇਲੇ ਪਿਆਰ ਕਰਨਗੇ, ਉਹਨਾਂ ਦੀਆਂ ਮਜਬੂਰੀਆਂ ਨੂੰ ਸਮਝਣਗੇ, ਤਾਂ ਫਿਰ ਵੋਟ ਮੰਗਣ ਦੀ ਜ਼ਰੂਰਤ ਨਹੀਂ। ਜਿਸ ਵੇਲੇ ਤੁਸੀਂ ਨਕੋਦਰ ਕਾਂਗਰਸ ਦੀ ਮੈਂ ਗੱਲ ਕਰਦਾ ਜੀ, ਮੈਂ ਬਾਕੀਆਂ ਦੀ ਤਾਂ ਹਲੇ ਗੱਲ ਹੀ ਛੱਡ ਦਿਓ, 14 ਕੈਂਡੀਡੇਟ ਬਣ ਗਏ। ਉਹ 14 ਹੀ ਹੈ ਨਾ ਜੀ, 14 ਪਿੰਡਾਂ 'ਚ ਚਲ ਜਾਣ, ਮੁੱਖ ਮੰਤਰੀ ਸਾਹਿਬ ਤਾਂ ਉਹਨਾਂ ਦੇ ਹੀ ਆ ਜੀ, ਉਹ ਸਾਡੇ ਹਲਕੇ ਦੇ 14 ਪਿੰਡ ਤਾਂ ਸਫਰ ਜਾਣਗੇ ਜੀ। ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ, ਇੱਦਾਂ ਨਹੀਂ ਹੋਣਾ ਜੀ। ਮਤਲਬ ਇੱਕ ਪਿੰਡ ਗੋਦ ਵੀ ਲੈ ਲੈਣ। ਮੈਂ ਕਿਹਾ ਜੀ ਬਣਦਾ ਇਹ ਆ ਜੀ। ਮੌਜੂਦਾ ਸਰਕਾਰ 'ਚ ਫਾਇਰ ਵਾਲੀ ਗੱਡੀ ਮੈਂ ਲੈ ਕੇ ਆਇਆ ਜੀ, ਚੰਡੀਗੜ੍ਹੋਂ ਹੀ ਲੈ ਕੇ ਆਇਆ ਜੀ। ਡਾਇਰੈਕਟਰ ਕੇ ਯਾਦਵ ਸੀਗੇ ਜੀ, ਆਪਣੇ DC ਸਾਹਿਬ ਰਹੇ ਨੇ ਜੀ, ਉਹਨਾਂ ਨੇ ਸਾਨੂੰ ਇਹ ਗੱਡੀ ਦਿੱਤੀ ਹੈ। ਉਸ ਵੇਲੇ ਸੈਂਟਰ ਗਵਰਨਮੈਂਟ ਦੀ ਪਾਲਿਸੀ ਦੀ, ਉਹਦੇ ਅਧੀਨ ਅਸੀਂ ਗੱਡੀ ਲੈ ਕੇ ਆਏ। ਗੱਲ ਤਾਂ ਮੈਂ ਜਜ਼ਬੇ ਦੀ ਕਰਦਾ ਜੀ, ਜਿਹਨੇ ਵੀ ਕੰਮ ਕਰਨਾ ਹੈ ਉਹ ਜਜ਼ਬੇ ਨਾਲ ਕਰਨਾ। ਬਹੁਤ ਲੀਡਰ ਨੇ ਸਾਡੇ ਹਲਕੇ ਦੇ ਵਿੱਚ ਵੀ ਜਿਹੜੇ ਜਜ਼ਬੇ ਨਾਲ ਕੰਮ ਕਰਦੇ, ਉਹਨਾਂ ਨੂੰ ਸਲੂਟ ਕਰਦੇ, ਕਿਸੇ ਪਾਰਟੀ 'ਚ ਵੀ ਆ ਜੀ। ਬਿਲਕੁਲ, ਪਰ ਹਾਲਾਤ ਇੱਦਾਂ ਦੇ ਨਾ ਕਿਤੇ ਬਣਾ ਦੇਣ ਕਿ ਕੱਲ ਵਿਧਾਨ ਸਭਾ ਆ ਗਈ ਆ, ਅੱਜ ਸਾਨੂੰ 13-14 ਲੱਭਣੇ ਆ ਜੀ। ਜਿਸ ਵੇਲੇ ਵਿਧਾਨ ਸਭਾ ਖਤਮ ਹੋਏ ਨਹੀਂ ਸਾਨੂੰ ਲੱਭਣਾ ਕੋਈ। ਬਿਲਕੁਲ, ਜਿਹੜਾ ਚੁਣਿਆ ਜਾਣਾ ਉਹ ਵੀ ਨਹੀਂ ਲੱਭਣਾ। ਦੇਖੋ, ਚੁਣਿਆ ਜਾਣੇ ਦੀ ਤਾਂ ਦੇਖੋ ਉਹਨੂੰ ਤਾਂ ਰਹਿਣਾ ਹੀ ਪੈਣਾ ਆ, ਕੋਈ ਚੁਣਿਆ ਜਾਵੇ ਜੀ ਭਾਵਾਂ, ਉਹਦੇ ਕੋਲ ਹੱਲ ਹੀ ਕੋਈ ਨਹੀਂ, ਕਿਉਂਕਿ ਉਹ ਵਿਧਾਇਕ ਬਣ ਜਾਂਦਾ ਜੀ, ਉਹ ਸਰਬੱਤ ਦਾ ਵਿਧਾਇਕ ਆ, ਉਹਨਾਂ ਨੂੰ ਤਾਂ ਰਹਿਣਾ ਹੀ ਪੈਣਾ, ਉਹਨੇ ਕੰਮ ਕਰਨੇ ਹੀ ਪੈਣੇ ਆ। ਪਰ ਜਿਨ੍ਹਾਂ ਦੀ ਮਨਸ਼ਾ ਨਾ ਜੀ ਕੰਮ ਕਰਨ ਦੀ, ਉਹ ਤਾਂ ਘਰੇ ਬੈਠੇ ਵੀ ਕੰਮ ਕਰਦੇ ਆ। ਬਿਲਗਾ ਸਕੂਲ ਇੱਕ ਪ੍ਰਾਇਮਰੀ ਸਕੂਲ ਸੀ, ਮੈਂ ਸਰਦਾਰ ਦਿਲਬਾਗ ਸਿੰਘ ਹਿੰਦੁਸਤਾਨ ਟਾਈਮਜ਼ ਵਾਲਿਆਂ ਦੀ ਗੱਲ ਦੱਸਣ ਲੱਗਾ। ਮਿਸਟਰ ਕੌੜਾ ਟ੍ਰਿਬਿਊਨ ਤੋਂ ਸੀ, ਉਹਨਾਂ ਨੇ ਇੱਕ ਕਟਿੰਗ ਨਿਊਜ਼ ਕਟਿੰਗ ਦੇਖੀ, ਅਸੀਂ ਉਹਦੇ ਲਈ ਹਿਊਮਨ ਰਾਈਟ ਕਮਿਸ਼ਨ ਚੱਲ ਗਏ ਜੀ। ਅੱਜ ਵੀ ਕੇਸ ਚੱਲ ਰਿਹਾ ਜੀ। ਉਹਦੀ 22 ਫੈਬਰਰੀ 2022 ਦੀ ਤਰੀਕ ਪਈ ਹੈ ਜੀ। ਠੀਕ ਹੈ, ਸਾਡੀ ਸਿਰਫ ਇਹ ਮੰਗ ਸੀ ਕਿ ਕਿਹੜਾ ਬਿਲਗਾ ਸਕੂਲ ਆ ਪ੍ਰਾਇਮਰੀ ਸਕੂਲ, ਉਹਦੇ ਕੋਲ ਨਗਰ ਪੰਚਾਇਤ ਦਾ ਇੱਕ ਡੰਪ ਲੱਗਾ ਆ। ਮੈਂ ਵੀ ਕਦੋਂ ਪ੍ਰਧਾਨ ਸੀਗਾ ਜੀ, ਸਾਡੇ ਕੋਲ 59 ਡੰਪ ਸੀਗੇ ਜੀ ਨਕੋਦਰ 'ਚ ਕੂੜੇ ਦੇ। ਕਰਾ ਕੇ ਅਸੀਂ 22-23 ਤੇ ਆ ਗਏ। ਅੱਛਾ, ਕਿਉਂਕਿ ਕੂੜਾ ਵੀ ਕਿਤੇ ਨਾ ਕਿਤੇ ਸੈਗਰੀਗੇਟ ਕਰਨਾ ਆ। ਪਰ ਜਿਹੜੇ ਮੇਜਰ ਗਵਰਨਮੈਂਟ ਸਕੂਲ ਹੈਗੇ ਆ ਜੀ, ਉਹਨਾਂ ਦੇ ਨੇੜੇ ਕਿਹੜਾ ਉਹਨੂੰ ਖਤਮ ਕਰਨ ਦੀ ਤਾਂ ਕੋਸ਼ਿਸ਼ ਕਰੀਏ ਜੀ। ਹੋ ਜਾਂਦਾ ਕਿਤੇ ਕਿਤੇ, ਮੈਂ ਕਹਿੰਦਾ ਸਾਡੇ ਸ਼ਹਿਰ ਦੇ ਵਿੱਚ ਵੀ ਕਈ ਥਾਵਾਂ ਤੇ ਮੇਰੀ ਬਤੌਰ ਪ੍ਰਧਾਨਗੀ ਦੇ ਕਈ ਡੰਪ ਸੀਗੇ। ਉਹਨਾਂ ਲਈ ਕਿਤੇ ਘਰਾਂ ਤੋਂ ਕੂੜਾ ਇਕੱਠਾ ਕਰਕੇ ਲਿਆਣਾ, ਚਲੋ ਜਿੰਨਾ ਹੋ ਸਕਦਾ ਹੋਇਆ ਕੀਤਾ। ਉਹਦੇ ਲਈ ਅਸੀਂ ਹਿਊਮਨ ਰਾਈਟ ਕਮਿਸ਼ਨ ਗਏ ਬਿਲਗੇ ਵਾਲੇ ਸਕੂਲ ਲਈ। ਹੁਣ ਉਹਨਾਂ ਦੀ ਜਵਾਬ ਦਾਵਾ ਆ ਗਿਆ, ਅਸੀਂ ਵੀ ਕੋਰਟ 'ਚ ਪੇਸ਼ ਹੋਵਾਂਗੇ ਕਿ ਕਿਹੜਾ ਕਿਰਪਾਲਤਾ ਕਰਕੇ ਡੰਪ ਚੱਕ ਦਿੱਤਾ ਜਾਵੇ ਤੇ ਬੱਚੇ ਪੜ੍ਹਦੇ। ਆਪਣੀ ਜਵਾਨੀ, ਇਹ ਜਵਾਨੀ ਆਪਣੀ ਬਣਨੀ ਹੈ ਜੀ, ਇਹਨਾਂ ਨੇ ਆਪਾਂ ਨੂੰ ਰੱਖਣਾ, ਇੱਥੋਂ ਦਾ ਕੂੜਾ ਚੱਕੋ। ਹੁਣ ਦੇਖੋ, ਬੜੀ ਬਦਕਿਸਮਤੀ ਦੀ ਗੱਲ, ਤੁਹਾਡੇ ਨੂਰਮਲ ਸਕੂਲ ਆ ਜੀ, ਪਹਿਲਾਂ ਗਰਲਸ ਸਕੂਲ ਅਲੱਗ ਸੀ, ਬॉयਜ਼ ਸਕੂਲ ਅਲੱਗ ਸੀ, ਹੁਣ ਇਹਨਾਂ ਨੇ ਕੋਐਡ ਕਰਤਾ ਇਕੱਠਾ। ਉਹਦੇ ਲਈ ਅਸੀਂ ਹਿਊਮਨ ਰਾਈਟ ਕਮਿਸ਼ਨ ਗਏ ਜੀ। 57 ਲੱਖ ਕਿੰਨੀ ਅਮਾਊਂਟ ਸੀ ਇਹਨਾਂ ਜੀ। ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਜਾ ਕੇ ਇਹਨਾਂ ਨੇ ਐਫੀਡੇਵਿਟ ਫਾਈਲ ਕਰਕੇ ਉਦਣ ਹੀ ਟ੍ਰਾਂਸਫਰ ਹੋਇਆ ਜੀ। ਉਸ ਤੋਂ ਬਾਅਦ ਫਿਰ ਸਿਆਸਤ ਦੀ ਭੇਂਟ। ਨਿਆਣਿਆਂ ਦੇ ਭਵਿੱਖ 'ਚ ਸਿਆਸਤ ਕਾਹਦੀ ਜੀ? ਮੈਂ ਕਹਿੰਦਾ ਕੋਈ ਨੰਬਰ ਮੇਰੇ ਨਾਮ ਆਉਂਦੇ, ਹੁਣ ਕੀ ਫਰਕ ਪੈਂਦਾ ਜੀ?
ਉਹ ਉਹਦੇ ਵਿੱਚ ਦੇਖੋ ਤਾਂ ਸਹੀ, ਜੇ 2000 ਨਿਆਣਾ ਪੜ੍ਹਦਾ ਉਹਨਾਂ 'ਚੋਂ 4 IAS ਤਾਂ ਬਣ ਕੇ ਮੇਰੇ ਸ਼ਹਿਰ 'ਚੋਂ ਜਾਣਗੇ, ਮੇਰੇ ਹਲਕੇ 'ਚੋਂ ਜਾਣਗੇ। ਉਹੀ ਜਵਾਨੀ ਨੇ ਸਾਡਾ ਭਾਰ ਚੱਕਣਾ ਆਉਣ ਵਾਲੀ ਵਕਤ 'ਚ। ਅਸੀਂ ਉਹਨਾਂ 'ਚ ਦੇਖਣ ਲੱਗ ਪੈਂਦੇ ਆ ਜੀ ਇਹ ਫਲਾਨਾ ਨਾ ਕਰ ਜਾਵੇ, ਫਲਾਨਾ ਕ੍ਰੈਡਿਟ ਵਾਰ ਕਿਹੜਾ ਸਾਡੇ ਦੇਸ਼ ਦਾ ਨੁਕਸਾਨ ਕਰ ਰਹੀ ਹੈ, ਸਾਡੇ ਹਲਕੇ ਦਾ ਨੁਕਸਾਨ ਕਰ ਰਹੀ ਹੈ ਜੀ। ਇਹ ਹੋਣੀ ਨਹੀਂ ਚਾਹੀਦੀ ਜੀ ਕਦੇ ਵੀ। ਤੁਸੀਂ ਮੇਰੀ ਟਰਮ 'ਚ ਕਿਤੇ ਦੇਖਿਓ ਜੀ ਕਿੰਨੇ ਕੁ ਉਦਘਾਟਨ ਕੀਤੇ ਜੀ। ਹੁਣ ਚਲੋ ਇੱਕ ਲੀਡਰ ਸੀਗੇ ਜੀ, ਕੀ ਹੁਣ ਮੈਂ ਉਹਨਾਂ ਦਾ ਨਾਮ ਲਵਾਂ, ਜਿਸ ਵੇਲੇ ਸਾਡੀ ਟਰਮ ਖਤਮ ਹੁੰਦੀ ਹੈ ਨਾ ਜੀ, ਕੋਈ 4-5 ਕਰੋੜ ਦੇ ਕੰਮ ਵਰਕ ਐਗਜ਼ੀਕਿਊਟ ਕਰਕੇ ਗਿਆ ਜੀ ਕੰਪਨੀ ਨੂੰ ਆਖਰੀ ਦਿਨ। ਅੱਛਾ। ਉਹ ਜਿਸ ਵੇਲੇ ਚੋਣਾਂ ਮਿਊਨਿਸਪੈਲਿਟੀ ਦੀਆਂ ਆ ਗਈਆਂ ਉਹਨਾਂ ਨੇ ਉਦਘਾਟਨ ਕਰਨੇ ਸ਼ੁਰੂ ਕਰਤੇ। ਮੈਂ ਇੱਕ ਪ੍ਰੈਸ ਕਾਨਫਰੰਸ ਕਿਹਾ, ਮੈਂ ਕਿਹਾ ਜੀ ਕੋਈ ਐਫਰਟਸ ਕਰਕੇ ਉਦਘਾਟਨ ਕਰੋ ਤਾਂ ਸਵਾਦ ਆਉਂਦਾ। ਕੋਈ ਸਾਡੇ 4 ਸਾਲਾਂ 'ਚ ਤੁਸੀਂ ਕੋਈ ਦੇਣ 50 ਸਾਲਾਂ 'ਚ ਦਿੱਤੀ ਆ ਤਾਂ ਸਵਾਦ ਆਉਂਦਾ। ਤੁਸੀਂ ਕੋਈ ਮੇਰੇ ਹਲਕੇ ਨੂੰ ਜਾਂ ਮੇਰੇ ਸ਼ਹਿਰ ਨੂੰ ਕੋਈ ਦੇਣ ਦਿਓ। ਮੈਂ ਬਤੌਰ ਅਕਾਲੀ ਦਲ ਚਾਜਾਂ ਹੁੰਦੇ ਹੋਏ ਵੀ ਸਭ ਤੋਂ ਪਹਿਲਾਂ ਸਟੇਟਮੈਂਟ ਦਊਂ, ਮੈਂ ਧੰਨਵਾਦ ਕਰਦਾ ਤੁਹਾਡਾ ਕੁਝ ਦੇ ਕੇ। ਉਹ ਇਹ ਤਾਂ ਮੇਰੇ ਕੀਤੇ ਕੰਮ ਵਾ, ਤੁਸੀਂ ਉਹਦੇ ਉਦਘਾਟਨ ਕਰਨ ਲੱਗੇ ਆ। ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਇਹ ਤਾਂ ਜਰਨਲ ਕੰਮ ਆ, ਕਿਸੇ ਦੀ ਵਾਰਡ ਦਾ ਕੋਈ 10 ਲੱਖ ਦਾ ਕੰਮ ਆ ਜੀ, ਉਹ ਜਰਨਲ ਕੰਮ ਆ, ਹਾਊਸ ਨੇ ਪਾਸ ਕੀਤਾ, ਉਹਦਾ ਟੈਂਡਰ ਲੱਗ ਗਿਆ, ਉਹਦੇ ਵਿੱਚ ਤੁਹਾਡੀਆਂ ਐਫਰਟਸ ਕੀ? 100% ਸੀਵਰੇਜ ਚੱਲਦਾ ਜੀ। ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਇੱਥੇ ਨਕੂਦਰ 'ਚ ਆਇਆ ਜੀ, ਠੀਕ ਹੈ, ਉਹ ਪ੍ਰੋਜੈਕਟ ਚੱਲਦਾ, ਉਹਦੇ ਉਦਘਾਟਨ ਇਹਨਾਂ ਨੇ ਮਹੱਲੇ ਵਾਈਜ਼ ਕਰਨੇ ਸ਼ੁਰੂ ਕਰਤੇ। ਉਹ ਮੈਂ ਐਕਸੀਅਰ ਨੂੰ ਫੋਨ ਕੀਤਾ, ਮੈਂ ਕਿਹਾ ਜੀ ਮੇਰੀ ਇੱਕ ਰਿਕੁਐਸਟ ਆ। ਕਹਿੰਦਾ ਕੀ? ਇਹ ਉਦਘਾਟਨ ਕਿੰਨੇ ਹੁੰਦੇ ਨਾ ਜੀ, ਇਹ ਕੰਮ ਰੋਕਦੇ ਆ। ਉਦਘਾਟਨ ਤਾਂ ਕਿਹੜੇ ਹੋਣੇ ਸੀ, ਹੋ ਗਏ, ਇਹਨੂੰ ਕੰਮ ਨੂੰ ਤਾਂ ਮੁਕੰਮਲ ਕਰ ਲਈ। ਬਿਲਕੁਲ। ਸਾਡੀ ਸੜਕ ਆ ਜੀ ਕਮਲ ਹਸਪੀਟਲ ਟੂ ਹੈ ਨਾ ਜੀ ਰਵਿਦਾਸਪੁਰੇ ਬਣਨੀ, 6 ਕਰੋੜ ਰੁਪਇਆ ਟਰਾਂਸਫਰ ਸੀਵਰੇਜ ਬੋਰਡ ਨੇ PWD ਨੂੰ ਵੀ ਕਰਤਾ। ਉਹ ਇੰਨਾ ਦੇ ਬਾਵਜੂਦ ਵੀ 1 ਸਾਲ ਹੋ ਗਿਆ ਪੈਸੇ ਟਰਾਂਸਫਰ ਕੀਤੇ ਨੂੰ, ਅੱਜ ਤਾਈਂ ਉਹ ਸੜਕ ਨਹੀਂ ਬਣਾ ਰਿਹਾ। ਹੁਣ ਟੈਂਡਰ ਐਗਜ਼ੀਕਿਊਟ ਕੀਤਾ, ਕੰਪਨੀ ਨੂੰ ਏਜੰਸੀ ਨੂੰ ਕੰਮ ਦੇ ਦਿੱਤਾ। ਹੁਣ ਚਲੋ ਸ਼ੂਗਰ ਮਿਲ ਦਾ ਕੰਮ ਚੱਲਦਾ ਪਿਆ ਜੀ, ਉਹ ਕਿੱਦਣ ਖਤਮ ਹੁੰਦਾ ਇਹ ਸੜਕ ਬਣ ਜੂ। ਕਹਿਣ ਦਾ ਮਤਲਬ ਕਿਹੜੇ ਆਟੋਮੈਟਿਕ ਕੰਮ ਹੁੰਦੇ ਆ ਨਾ ਜੀ, ਜਰਨਲ ਕੰਮ ਆ। ਜੇ ਅਸੀਂ ਉਹ ਵੀ ਸਿਆਸਤ ਦੇ ਭੇਟ ਚੜਾ ਦੇਵਾਂਗੇ ਕਿੱਥੋਂ ਜੀ, ਅਸੀਂ ਤਰੱਕੀ ਕਿੱਥੋਂ ਕਰਨੀ? ਇਲੈਕਸ਼ਨ ਆਉਣਗੇ, ਲੋਕਾਂ ਨੂੰ ਸਮਝ ਲੱਗ ਜਾਂਦੀ ਜੀ ਝੂਠ ਕੌਣ ਬੋਲਦਾ, ਸੱਚ ਕੌਣ ਬੋਲਦਾ, ਮੈਂ ਕਰ ਦੂੰ, ਮੈਂ ਕਰਾ ਦੂੰ। ਕੋਈ ਨਹੀਂ ਚਾਹੁੰਦਾ ਜੀ। ਹੁਣ ਇਹ ਕਹਿੰਦਾ ਕਿ ਐਟ ਦਾ ਟਾਈਮ ਮੈਨੂੰ ਦੱਸੋ ਇਹ ਕਿੱਦਾਂ ਹੋਣਾ। ਬਿਲਕੁਲ। ਸਟਰੀਟ ਲਾਈਟ ਬੰਦ ਹੋ ਗਈ, ਉਹ ਇੱਕ ਕਾਉਂਸਲਰ ਨੂੰ ਫੋਨ ਆਉਂਦਾ, ਉਹ ਸਟਰੀਟ ਲਾਈਟ ਚਲਵਾ ਦਿਓ ਜੀ। ਦੂਜੇ ਦਿਨ ਉਸ ਕਾਉਂਸਲਰ ਨੂੰ ਧੰਨਵਾਦ ਲਈ ਫੋਨ ਆਉਂਦਾ, ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟਰੀਟ ਲਾਈਟ ਚਲਾਤੀ। ਮੈਂ ਇਸ ਗੱਲ ਲਈ ਦੁਖੀ ਹੋਇਆ ਜੀ। ਉਹ ਇਹ ਤਾਂ ਡਿਪਾਰਟਮੈਂਟ ਦੀ ਇੱਕ ਜ਼ਿੰਮੇਵਾਰੀ ਹੈ, ਇੱਕ ਚੀਜ਼ ਬੰਦ ਹੋਈ ਉਹਨੂੰ ਆਟੋਮੈਟਿਕ ਚਲਾਓ। ਬਿਲਕੁਲ। ਅਸੀਂ ਉਹਦੀ ਕ੍ਰੈਡਿਟ ਵਾਰ 'ਚ ਕਿਉਂ ਪੈਂਦੇ ਆ? ਸਟਰੀਟ ਲਾਈਟ ਚਲਾਤੀ ਜੀ, ਕੋਈ ਸੀਵਰ ਬੰਦ ਹੋ ਗਿਆ ਉਹਨੂੰ ਚਲਾਤਾ। ਇਹ ਬੇਸਿਕ ਕਮਿਊਨਿਟੀਜ਼ ਆ, ਇਹ ਡਿਪਾਰਟਮੈਂਟ ਦੀ ਦੇਣੀ ਜ਼ਿੰਮੇਵਾਰੀ ਹੈ ਜੀ। ਇਹਦੇ ਲਈ ਤਾਂ ਆਪਾਂ ਸੈਲਰੀ ਦਿੰਦੇ ਆ, ਇਹਨਾਂ ਕੰਮਾਂ ਦੀ ਦਿੰਦੇ, ਅਸੀਂ ਟੈਕਸਿਸ ਦਿੰਦੇ ਆ। ਇਹਦੇ ਲਈ ਧੰਨਵਾਦ ਕਾਹਦਾ ਤਾਂ ਕੀ ਹੈ ਜੀ? ਅਸੀਂ ਇਸ ਗੱਲਾਂ ਤੋਂ ਬਾਹਰ ਨਹੀਂ ਆਉਂਦੇ, ਅਸੀਂ ਕਾਉਂਸਲਰ ਨੂੰ ਚੁਣਦੇ ਆ ਜੀ। ਆਪਣੇ ਏਰੀਏ ਲਈ ਇੱਕ ਕਾਉਂਸਲਰ ਚੁਣ ਕੇ ਸਾਡੀ ਇੱਕ ਸੋਚ ਹੋਣੀ ਚਾਹੀਦੀ ਹੈ ਰਲ ਮਿਲ ਕੇ ਕਿ ਮੇਰੇ ਏਰੀਏ ਨੂੰ ਆਹ ਚੀਜ਼ ਚਾਹੀਦੀ, ਕਾਉਂਸਲਰ ਸਾਹਿਬ ਤੁਸੀਂ ਲਿਆ ਕੇ ਦੇ ਸਕਦੇ ਹੋ। ਅਸੀਂ ਤਾਂ ਸਵੇਰੇ ਉੱਠਦੇ ਇੱਕ ਲਾਈਟ, ਇੱਕ ਸਫਾਈ, ਅਸੀਂ ਇਹ 3 ਚੀਜ਼ਾਂ ਤੋਂ ਬਾਹਰ ਹੀ ਨਹੀਂ ਆਉਂਦੇ ਪਏ। 70 ਸਾਲ ਸਾਨੂੰ ਹੋ ਗਏ ਆ, ਅਸੀਂ ਉੱਥੇ ਹੀ ਟਾਈਲਾਂ ਲਾਉਂਦੇ ਪਏ ਆ, ਉੱਥੇ ਹੀ ਪੱਟਦੇ ਪਏ ਆ, ਉੱਥੇ ਸੀਵਰ ਪਾਉਂਦੇ ਆ, ਉੱਥੇ ਆਹ ਬਦਕਿਸਮਤੀ ਦੀਆਂ ਸਾਡੀਆਂ ਗੱਲਾਂ ਜੀ। ਸਾਨੂੰ ਸੋਚ ਬਦਲਣੀ ਪਊਗੀ। ਇੱਕ ਨਾ ਤੁਹਾਡੇ ਸ਼ਹਿਰ ਦਾ ਹੋਰ ਵੀ ਮੁੱਦਾ ਜੋ ਮੈਨੂੰ ਲੱਗਦਾ ਅਸੀਂ ਦੇਖਿਆ, ਕਿਉਂਕਿ ਸਾਡਾ ਵੀ ਚੱਕਰ ਲੱਗਦਾ ਨਾ, ਉਹ ਹੋਗਾ ਬੱਸ ਸਟੈਂਡ ਦਾ, ਜਿਹਦੀ ਕਿ ਹਾਲਤ ਮਤਲਬ ਬਹੁਤ ਜ਼ਿਆਦਾ ਖਸਤਾ ਆ, ਤੇ ਤੁਹਾਡੀ ਟਰਮ ਦੇ ਵਿੱਚ ਵੀ ਉਹਦਾ ਕੁਝ ਨਹੀਂ ਹੋ ਸਕਿਆ। ਸਾਨੂੰ ਦੱਸੋ ਉਹਦਾ ਕੀ ਮੈਟਰ ਕੀ ਆ ਉਹਦਾ? ਐਕਚੁਅਲੀ ਕਿਹੜਾ ਬੱਸ ਸਟੈਂਡ ਸਾਡਾ ਸੀਗਾ ਜੀ, ਇਹਦਾ ਨਾ ਟਾਈਟਲ ਦਾ ਰੌਲਾ ਸੀ, ਮਲਕੀਅਤ ਦਾ ਰੌਲਾ ਸੀ। ਮੇਰੇ ਤੋਂ ਪਹਿਲਾਂ 40 ਸਾਲ ਨਗਰ ਕੌਂਸਲ ਵਰਸਸ ਵਕਫ ਬੋਰਡ ਇਹ ਕੇਸ ਚੱਲਦਾ ਰਿਹਾ ਜੀ। ਮੇਰੀ ਖੁਸ਼ਕਿਸਮਤੀ ਕਹਿ ਸਕਦੇ ਹਾਂ, ਮਾਨਯੋਗ ਲੋਅਰ ਕੋਰਟ ਦੇ ਵਿੱਚ ਮੇਰੀ ਟਰਮ ਦੇ ਵਿੱਚ ਇਹ ਨਗਰ ਕੌਂਸਲ ਦੇ ਹੱਕ ਦੇ ਵਿੱਚ ਟਾਈਟਲ ਹੋਇਆ, ਔਰ ਅੱਜ ਟਾਈਟਲ ਨਗਰ ਕੌਂਸਲ ਨੂੰ ਕੁਦਰਦਾ ਹੈ। ਇਸ ਵੇਲੇ ਅਸੀਂ, ਤੁਸੀਂ ਬੱਸ ਸਟੈਂਡ ਦੀ ਗੱਲ ਕੀਤੀ ਕਿਉਂਕਿ ਇਹ ਬਹੁਤ ਜ਼ਰੂਰੀ ਸੀਗੀ ਜੀ ਇਹ ਸਬਜੈਕਟ, ਕਿਉਂਕਿ ਪਬਲਿਕ ਨੂੰ ਦਿੱਕਤ ਬੜੀ ਆਉਂਦੀ ਉੱਤੇ। ਇਹਦੇ ਵਿੱਚ ਕੀ ਹੋਇਆ ਜੀ, ਟਾਈਟਲ ਦਾ ਅਸੀਂ ਕੇਸ ਜਿੱਤ ਲਿਆ। ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਵੱਲੋਂ ਇੱਕ ਪ੍ਰਪੋਜ਼ਲ ਆਈ ਕਿ ਤੁਸੀਂ ਬਣਾਉਣਾ ਚਾਹੋ ਤਾਂ ਬਣਾ ਸਕਦੇ ਹੋ। ਇਹ ਨਾ ਜੀ PPP ਮੋਡ ਔਰ BOT ਮੋਡ, 2 ਮੋਡ ਹੁੰਦੇ ਨੇ ਜੀ। ਚਾਹੇ ਤਾਂ ਪਬਲਿਕ ਕਿਹੜਾ ਤੁਸੀਂ ਦੇ ਨਾਲ ਕਰ ਸਕਦੇ ਹੋ ਪਾਰਟਨਰਸ਼ਿਪ 'ਚ, ਜਾਂ ਤੁਸੀਂ ਬਿਲਡ ਆਪਰੇਟ ਟਰਾਂਸਫਰ 'ਚ ਕਰ ਸਕਦੇ ਹੋ। ਅਸੀਂ ਨਗਰ ਕੌਂਸਲ ਨਕੋਦਰ 'ਚ ਉਸ ਵੇਲੇ ਰੈਜ਼ੋਲੂਸ਼ਨ ਪਾਇਆ ਕਿ ਇਹਨੂੰ BOT ਦੇ ਵਿੱਚ ਦਿੱਤਾ ਜਾਵੇ, ਬਿਲਡ ਆਪਰੇਟ ਟਰਾਂਸਫਰ ਕੋਈ ਵੀ ਕੰਪਨੀ ਮਲਟੀਨੈਸ਼ਨਲ ਆਵੇ ਇਹਨੂੰ ਬਣਾ ਕੇ ਕਰ ਦੇਵੇ।
ਰੈਜ਼ੋਲੂਸ਼ਨ ਪਾਉਣ ਤੋਂ ਬਾਅਦ ਇਹਦਾ ਪ੍ਰੋਸੈਸ ਸਟਾਰਟ ਕੀਤਾ। ਇਹਦੇ ਵਿੱਚ ਅੜਿੱਕਾ ਸਾਡਾ ਸਭ ਤੋਂ ਜ਼ਿਆਦਾ ਇਹ ਹੁੰਦਾ ਸੀਗਾ, ਜਿਸ ਵੇਲੇ ਅਸੀਂ ਕੋਈ ਕੰਮ ਕਰਨ ਲੱਗਦੇ ਸੀ ਵਕਫ ਬੋਰਡ ਫਰੰਟ ਤੇ ਆ ਕੇ ਖੜੀ ਹੋ ਜਾਂਦੀ। ਉਹਨਾਂ ਨੇ ਆ ਕੇ ਕੋਰਟ ਦੇ ਵਿੱਚ ਚਲ ਜਾਣਾ ਜਾਂ ਸਟੇ ਲੈਣ ਦੀ ਕੋਸ਼ਿਸ਼ ਕਰਨੀ ਕਿ ਨਗਰ ਕੌਂਸਲ ਇਹਦੀ ਮਾਲਕ ਨਹੀਂ। ਅਸੀਂ ਇਹ ਕਹਿੰਦੇ ਹਾਂ ਕਿ ਜੰਮਪਲ ਨਕੋਦਰ ਦਾ, ਤੁਸੀਂ 100 ਸਾਲ ਦਾ ਕੋਈ ਬਜ਼ੁਰਗ ਕਿਤੇ ਤੁਹਾਨੂੰ ਲੱਭ ਜਾਓ, ਉਹਨੂੰ ਪੁੱਛ ਕੇ ਦੇਖ ਲਓ ਨਕੋਦਰ ਦੀ ਜਾਇਦਾਦ ਆ। ਪਿਛਲੀਆਂ ਗੱਲਾਂ ਤਾਂ ਚਲੋ ਮੈਂ ਨਹੀਂ ਦੁਹਰਾਉਣਾ ਚਾਹੁੰਦਾ, ਪਰ ਤੁਸੀਂ ਕਾਗਜ਼ੀ ਕਾਰਵਾਈ ਦੇਖੋਗੇ ਨਾ ਜੀ, ਜਿਹੜੀ 50 ਸਾਲ ਨਹੀਂ ਹੋ ਸਕਦੀ ਸੀ ਜੀ, ਇਹਨਾਂ 5 ਸਾਲਾਂ 'ਚ ਮੈਂ ਨਗਰ ਕੌਂਸਲ, ਮੈਂ ਨਹੀਂ ਕਹਿ ਸਕਦਾ ਜੀ, ਅਸੀਂ ਉਹਦੀ ਲੜਾਈ ਲੜੀ ਸਾਰੀ ਬਿਲਕੁਲ ਲੜ ਕੇ ਵਿਟਨੈਸਿਸ ਦਿੱਤੀਆਂ। ਲੋਅਰ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਕੀਤਾ 40 ਸਾਲ ਬਾਅਦ ਜੀ। ਕਦੀ ਹਾਈ ਕੋਰਟ ਜਾਣਾ, ਫਿਰ ਮੂਵ ਹੋਣਾ। ਹੁਣ ਟਾਈਟਲ ਕਿਹੜਾ ਅਪੀਲ ਦੇ ਵਿੱਚ ਕੇਸ ਆ ਸੈਸ਼ਨ ਦੇ ਜੀ। ਉਸ ਤੋਂ ਬਾਅਦ ਗਵਰਨਮੈਂਟ ਚੇਂਜ ਹੋਈ, ਗਵਰਨਮੈਂਟ ਦਾ ਇੱਕ ਪ੍ਰਪੋਜ਼ਲ ਆਈ ਕਿ ਅਸੀਂ ਇਹਨੂੰ ਬੱਸ ਸਟੈਂਡ ਨੂੰ ਬਣਾਉਣਾ ਚਾਹੁੰਦੇ ਹਾਂ। ਇਹਦੇ ਰਿਗਾਰਡਿੰਗ ਸਾਡੀ ਇੱਕ ਮੀਟਿੰਗ ਹੋਈ ਸੈਕਟਰੀ ਟਰਾਂਸਪੋਰਟ ਪੰਜਾਬ ਕੇ ਸ਼ਿਵਾ ਪ੍ਰਸਾਦ ਜੀ, ਉਹਦੇ ਵਿੱਚ ਮੈਂ ਵੀ ਮੌਜੂਦ ਸੀ, CEO ਵਕਫ ਬੋਰਡ ਪੰਜਾਬ ਵੀ ਮੌਜੂਦ ਸੀ, ਮੇਰਾ EO ਵੀ ਮੌਜੂਦ ਸੀ। ਉਹਨਾਂ ਨੇ ਕਿਹਾ ਜੀ ਅਸੀਂ ਵਕਫ ਬੋਰਡ ਨੇ ਕਿਹਾ ਕਿ ਇਹ ਤੁਸੀਂ ਬੱਸ ਸਟੈਂਡ ਬਣਾ ਲਓ। ਮੈਂ ਕਿਹਾ ਠੀਕ ਆ, ਇੱਕ ਲਿਖ ਕੇ ਦੇ ਦਿਓ ਤੁਸੀਂ ਕਿ ਇਹਦਾ ਰੈਜ਼ੋਲੂਸ਼ਨ ਪਾ ਕੇ ਦਿਓ ਕਿ ਸਾਨੂੰ NOC ਵਕਫ ਬੋਰਡ ਦੇਵੇ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਰ ਉਹ ਟਾਈਟਲ ਫਰਦ ਤਾਂ ਨਗਰ ਕੌਂਸਲ ਨਕੋਦਰ ਦੇ ਨਾਮ ਤੇ ਆ, ਅਸੀਂ ਤੁਹਾਡੇ ਕੋਲ NOC ਕਿਉਂ ਲਈਏ? ਦੇਖੋ ਲੀਗਲੀ ਤੌਰ ਤੇ ਵਕਫ ਬੋਰਡ ਚੱਲ ਰਿਹਾ, ਉਹ ਇੱਕ ਸਾਬਤ ਕਰਨਾ ਚਾਹੁੰਦਾ ਕਿ ਜੇ ਕੋਰਟ ਦੇ ਵਿੱਚ ਕੋਈ ਗੱਲ ਵੀ ਪੇਸ਼ ਹੋਵੇ, ਉਹ ਹੱਥੋਂ ਤਾਂ ਸਾਡੇ ਇਹ ਕਰਾਉਣਾ ਚਾਹੁੰਦੇ ਸੀ। ਬੱਸ ਸਟੈਂਡ ਬਣ ਗਿਆ, ਇਹ 125-150 ਕਰੋੜ ਦੀ ਜ਼ਮੀਨ ਆ ਜੀ। ਤੁਸੀਂ ਮੈਨੂੰ ਇੰਨਾ ਦੱਸੋ ਕਿ ਜੇ ਤੁਸੀਂ ਇੱਕ ਘਰ ਦੇ ਮਾਲਕ ਹੋਵੋ, 150 ਕਰੋੜ ਦੀ ਜਾਇਦਾਦ ਨੂੰ ਦੇਖੋਗੇ ਕਿ ਉੱਤੇ 4 ਕਰੋੜ ਲੱਗਾ ਦੇਖੋਗੇ? ਬੱਸ ਸਟੈਂਡ ਤੇ 4 ਨਾ 5 ਕਰੋੜ ਲੱਗ ਜਾਓ। ਬਿਲਕੁਲ ਸਾਡੀ ਜ਼ਿੰਮੇਵਾਰੀ ਸ਼ਹਿਰ ਦੀ ਜਾਇਦਾਦ ਨੂੰ ਬਚਾਉਣ ਦੀ ਵੀ ਉਨੀ ਸੀਗੀ। ਮੈਂ ਉਸ ਮੀਟਿੰਗ ਦੇ ਵਿੱਚ ਡਿਨਾਈ ਕੀਤਾ ਸੈਕਟਰੀ ਟਰਾਂਸਪੋਰਟ, CEO ਵਕਫ ਬੋਰਡ। ਮੈਂ ਕਿਹਾ ਜੀ ਮੇਰੀ ਇੱਕ ਰਿਕੁਐਸਟ ਸੁਣਿਓ, ਨਾ ਮੈਂ ਰੈਜ਼ੋਲੂਸ਼ਨ ਲੈ ਕੇ ਆਣਾ, ਇਹਦੇ ਲਈ ਮੈਂ ਖੁੱਲਾ ਇਜਲਾਸ ਸ਼ਹਿਰ ਦਾ ਕਰੂੰਗਾ ਕਿ ਤੁਸੀਂ ਸਾਡੇ ਕੋਲ ਕੀ ਚਾਹੁੰਦੇ ਹੋ। ਤੁਸੀਂ ਇੱਕ 5 ਕਰੋੜ ਰੁਪਈਆ ਮੈਨੂੰ ਦੇਣਾ ਚਾਹੁੰਦੇ ਹੋ ਸ਼ਹਿਰ ਦੇ ਬੱਸ ਸਟੈਂਡ ਬਣਾਉਣ ਲਈ, ਉਹਦੇ ਲਈ ਮੇਰੇ ਕੋਲ ਇੱਕ ਰੈਜ਼ੋਲੂਸ਼ਨ ਪਾਉਣਾ ਚਾਹੁੰਦੇ ਅਸੀਂ ਵਕਫ ਬੋਰਡ ਕੋ NOC ਲਈ ਕਿਉਂ ਲਈਏ? ਮਾਲਕ ਅਸੀਂ, ਕਬਜ਼ਾ ਸਾਡਾ, ਸਭ ਕੁਝ ਸਾਡਾ। ਟਾਈਟਲ ਦਾ ਹੁਣ ਮੈਨੂੰ ਨਹੀਂ ਪਤਾ ਕਿ ਪੁਰਾਣਾ ਕੀ ਚੱਲਦਾ ਸੀਗਾ, ਪਰ ਮਾਲਕ ਤਾਂ ਨਗਰ ਕੌਂਸਲ ਨਕੋਦਰ ਹੈ। ਜੇ ਫਰਦ ਦੇ ਨਾਂ ਤੇ ਆ, ਅਸੀਂ ਤੁਹਾਡੇ ਕੋਲ NOC ਲੈਣੀ, ਤੁਸੀਂ ਕੋਰਟ ਦੇ ਵਿੱਚ ਜਾ ਕੇ ਇਹ ਕਰਨਾ ਕਿ ਨਗਰ ਕੌਂਸਲ ਨੇ ਸਾਡੇ ਕੋਲ NOC ਕਿਉਂ ਲਈ। ਨਾ ਮੈਂ ਕਰਨਾ, ਨਾ ਮੈਂ ਹੋਣ ਦੇਣਾ। ਬੱਸ ਸਟੈਂਡ ਅਸੀਂ ਬਣਾਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਜੀ ਸਾਡੀ ਮੀਟਿੰਗ ਕਿਹੜੀ ਆ ਉਹ ਹੋ ਗਈ, ਮੇਰਾ ਟਰਮ ਖਤਮ ਹੋਣ ਵਾਲੀ ਸੀਗੀ ਜੀ ਨਗਰ ਕੌਂਸਲ ਦੀ ਬਤੌਰ ਪ੍ਰਧਾਨ। ਨਗਰ ਕੌਂਸਲ ਨਕੋਦਰ 'ਚ ਇੱਕ ਰੈਜ਼ੋਲੂਸ਼ਨ ਆਇਆ ਜੀ, ਅਸੀਂ ਉਹਨੂੰ ਡਿਨਾਈ ਕੀਤਾ ਜੀ। ਉਸ ਵੇਲੇ ਦੇ ਲੀਡਰ ਹੋਣਗੇ ਜੀ, ਉਹਨਾਂ ਨੇ ਪ੍ਰੈਸ਼ਰਾਈਜ਼ ਹਾਊਸ ਨੂੰ ਕੀਤਾ ਕਿ ਇੱਕ ਰੈਜ਼ੋਲੂਸ਼ਨ ਪਾ ਕੇ ਦਿਓ ਵਕਫ ਬੋਰਡ ਇਹਦੀ NOC ਦੇਵੇ। ਮੈਂ ਉੱਠ ਕੇ ਮੀਟਿੰਗ ਤੋਂ ਪਹਿਲਾਂ ਇਹਨਾਂ ਨੂੰ ਕਿਹਾ, ਮੈਂ ਕਿਉਂਕਿ ਮੈਂ ਕਾਉਂਸਲਰ ਨਹੀਂ ਜੀ, ਕਾਉਂਸਲਰ ਮੇਰੀ ਮਦਰ ਨੇ, ਮੈਂ ਕਿਹਾ ਪ੍ਰਧਾਨ ਜੀ ਇੱਕ ਇਹੋ ਜਿਹਾ ਕੰਮ ਜ਼ਰੂਰ ਕਰਿਓ ਕਿ ਇਹਨਾਂ ਨੂੰ ਵਕਫ ਬੋਰਡ ਦਾ ਕੋਈ ਰੈਜ਼ੋਲੂਸ਼ਨ ਨਾ ਪਾਇਓ। ਇਹ ਸਾਡੇ ਸ਼ਹਿਰ ਦੀ 150 ਕਰੋੜ ਦੀ ਜਾਇਦਾਦ ਆ, ਜੇ ਕਿਤੇ ਵੀ ਖਿਸਦੀ ਹੋਈ ਤੁਹਾਡਾ ਰਿਕਾਰਡ ਧੋਤਾ ਨਹੀਂ ਜਾਣਾ। ਬਿਲਕੁਲ, ਇਹ ਕਰਿਓ ਨਾ। ਉਸ ਤੋਂ ਬਾਅਦ ਹੁਣ ਰੂਟੀਨ ਦੇ ਵਿੱਚ ਜਿਹੜੀ ਇਹ ਫਾਈਲ ਬੱਸ ਸਟੈਂਡ ਦੀ ਗਈ ਹੋਈ ਆ, ਹੋਪਫੁਲੀ ਮੈਨੂੰ ਲੱਗਦਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਇਹ ਬੱਸ ਸਟੈਂਡ ਤਿਆਰ ਹੋਊਗਾ। ਕਿਉਂਕਿ ਦੇਖੋ ਇੱਕ ਚੀਜ਼ ਤਾਂ ਮੰਨਣੀ ਪਊ, ਜੇ ਪੰਜਾਬ ਸਰਕਾਰ ਇਹਦੇ ਲਈ ਐਗਰੀ ਆ, ਵਕਫ ਬੋਰਡ ਵੀ ਪੰਜਾਬ ਸਰਕਾਰ ਦਾ ਪਾਰਟ ਆ, ਨਗਰ ਕੌਂਸਲ ਵੀ ਪਾਰਟ ਆ। ਵਕਫ ਬੋਰਡ ਇੱਕ ਕਮਿਊਨਿਟੀ ਦੀ ਲੜਾਈ ਲੜਦੀ ਆ। ਬਿਲਕੁਲ, ਨਗਰ ਕੌਂਸਲ ਕੋਈ ਕਮਿਊਨਿਟੀ ਨਹੀਂ, ਉਹ ਸਰਬਤ ਦੀ ਨਗਰ ਕੌਂਸਲਾਂ ਹੁੰਦੀਆਂ, ਕਿਉਂਕਿ ਉਹਦੇ ਵਿੱਚ ਕੋਈ ਕਾਸਟਿਜ਼ਮ ਨਹੀਂ ਹੁੰਦਾ ਜੀ। ਉਹਦਾ ਸਿਰਫ ਇੱਕ ਮਕਸਦ ਆ, ਕਿਹੜਾ ਸ਼ਹਿਰ ਦਾ ਵਸਨੀਕ, ਉਹ ਨਗਰ ਕੌਂਸਲ ਜ਼ਿੰਮੇਵਾਰ। ਬਿਲਕੁਲ, ਮੈਂ ਹਰ ਥਾਂ ਤੇ ਜ਼ਰੂਰ ਕਹਿਣਾ ਕਿ ਵਕਫ ਬੋਰਡ ਆਪਣਾ ਕਿਹੜਾ ਰਾਈਟ ਰੱਖਦੀ, ਉਹਨਾਂ ਦਾ ਰਾਈਟ ਨਹੀਂ ਬਣਦਾ, ਨਗਰ ਕੌਂਸਲ ਦਾ ਰਾਈਟ ਬਣਦਾ। ਨਗਰ ਕੌਂਸਲ ਦਾ ਹੱਕ ਆ ਇਹ ਤੋਂ ਧੋਤਾ ਨਾ ਜਾਵੇ। ਸਰਕਾਰ ਹੀ ਫੈਸਲਾ ਲਵੇ, ਵਕਫ ਬੋਰਡ CEO ਨੂੰ ਬਿਠਾਉਣ, ਸੈਕਟਰੀ ਲੋਕਲ ਗਵਰਨਮੈਂਟ ਨੂੰ ਬਿਠਾਉਣ ਕਿ ਨਗਰ ਕੌਂਸਲ ਦੀ ਜਾਇਦਾਦ ਹੈਗੀ ਆ, ਤੁਸੀਂ ਇਹਦੇ ਵਿੱਚ ਉਜਰ ਨਾ ਕਰੋ। ਕਿੱਡਾ ਕੁ ਕੰਮ ਆ ਸਰਕਾਰ ਲਈ। ਬਿਲਕੁਲ, 40 ਸਾਲ ਇਹ ਨਗਰ ਕੌਂਸਲ ਦੇ ਲੈਵਲ ਤੇ ਨਹੀਂ ਮੈਨੂੰ ਲੱਗਦਾ ਜੀ, ਇਹ ਸਰਕਾਰ ਦੀ ਉਜਰ ਦੀ ਕਾਰਨ ਕਿਹੜੇ ਰੁਕਿਆ। ਪਰ ਬੱਸ ਸਟੈਂਡ ਬਣਨਾ ਚਾਹੀਦਾ, ਬਿਲਕੁਲ ਜ਼ਰੂਰ। ਉਹਦਾ ਰੈਜ਼ੋਲੂਸ਼ਨ ਮੇਰੀ ਟਰਮ ਦੇ ਵਿੱਚ ਪਿਆ ਜੀ, ਬਿਲਡ ਆਪਰੇਟ ਟਰਾਂਸਫਰ। ਇਹੀ ਪ੍ਰਧਾਨ ਦੇ ਹੱਥੋਂ ਤੁਹਾਨੂੰ ਅੱਜ ਮੈਂ ਦੱਸਣ ਲੱਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਮੇਰਾ ਇੱਕ ਬਿਲਡ ਆਪਰੇਟ ਟਰਾਂਸਫਰ ਦਾ ਰੈਜ਼ੋਲੂਸ਼ਨ ਅਪਰੂਵਡ ਆ ਸਰਕਾਰ ਕੋਲੋਂ। ਉਸ ਵੇਲੇ ਦੀ ਕੋ ਮੈਂ ਮਨਜ਼ੂਰੀ ਲਈ ਹੋਈ ਆ।
ਜੇਕਰ ਸਰਕਾਰ ਕੋ ਨਾ ਬਣਦਾ ਹੋਇਆ ਤੁਹਾਨੂੰ ਇੱਥੇ ਨਕੋਦਰ ਬੱਸ ਸਟੈਂਡ ਇਸ ਪ੍ਰਧਾਨ ਦੇ ਹੱਥੋਂ ਬਣਵਾ ਕੇ ਦਿਖਾਵਾਂਗੇ ਜੀ। ਕਿਉਂਕਿ ਉਹਦੇ ਵਿੱਚ ਨਗਰ ਕੌਂਸਲ ਦਾ ਹੀ ਰੋਲ ਆ, ਸਰਕਾਰ ਦਾ ਕੋਈ ਰੌਲਾ ਨਹੀਂ। ਜਿੱਥੇ ਵਕਫ ਬੋਰਡ ਨਾਲ ਗੱਲ ਕਰਨੀ ਪਊਗੀ ਬਿਲਕੁਲ ਡਟ ਕੇ ਕਰਾਂਗੇ। ਦੇਖੋ ਲੋਕਾਂ ਤੋਂ ਵੱਡੇ ਕੋਈ ਮਹਿਕਮੇ ਨਹੀਂ ਹੁੰਦੇ, ਬਿਲਕੁਲ ਲੋਕਾਂ ਤੋਂ ਵੱਡਾ ਕੋਈ ਕਾਨੂੰਨ ਨਹੀਂ, ਉਹ ਸਹੂਲਤ ਤਾਂ ਲੋਕਾਂ ਨੂੰ ਦੇਣੀ। ਇਹਦੇ ਵਿੱਚ ਆਪਾਂ ਕਿਉਂ ਤੁਸੀਂ ਸਾਡੀਆਂ ਨਗਰ ਕੌਂਸਲ ਦੇ ਹੱਥ ਬਣਾਉਣ ਨੂੰ ਫਿਰਦੇ ਆ? 150 ਕਰੋੜ ਦੀ ਜਾਇਦਾਦ 1 ਮਿੰਟ ਦੇ ਵਿੱਚ ਸ਼ਹਿਰ ਦੇ ਹੱਥੋਂ ਗਵਾ ਦਈਏ, ਇਦਾਂ ਨਾ ਕਰੀਏ ਜੀ। ਇਹ ਮੇਨ ਇਸ਼ੂ ਆ ਜੀ ਜਿਹਦੇ ਕਰਕੇ ਬੱਸ ਸਟੈਂਡ ਦੀ ਪ੍ਰੋਬਲਮ ਆਈ ਆ। ਨਹੀਂ ਤਾਂ 5-7 ਕਰੋੜ ਦੀ ਜਿੱਥੇ 43 ਕਰੋੜ ਦੇ ਪ੍ਰੋਜੈਕਟ, 10-10 12-12 ਕਰੋੜ ਦੇ ਪ੍ਰੋਜੈਕਟ, ਤਕਰੀਬਨ 100 ਕਰੋੜ ਦੇ ਲਾਗੇ ਛਾਗੇ ਦੇ ਪ੍ਰੋਜੈਕਟ ਕਿਤੇ ਲਿਆ ਕੇ ਸ਼ਹਿਰ ਨੂੰ ਸਮਰਪਿਤ ਕੀਤੇ ਆ ਜੀ। ਤਾਂ ਨਕੋਦਰ ਬੱਸ ਸਟੈਂਡ ਤੇ ਇੰਨਾ ਲੱਗਣਾ ਨਹੀਂ ਸੀ। ਤੁਹਾਡੇ ਮੈਂ ਇਹਨਾਂ ਨੋਟਿਸ 'ਚ ਲਿਆ ਦੇਵਾਂ, ਮੈਂ ਅਕਾਲੀ ਦਲ 'ਚ ਜ਼ਰੂਰ ਹਾਂ। ਕਾਂਗਰਸ ਸਰਕਾਰ 'ਚ ਮੇਰੀ ਇੱਕ ਫਾਈਲ ਪੁੱਟਅਪ ਹੋਈ ਸੀ ਸਟੇਟ ਅਵਾਰਡ ਲਈ, ਸੂਬਾ ਸਰਕਾਰ ਨੇ ਜੀ, ਇਸ ਸਰਕਾਰ 'ਚ। ਪਰ ਉਸ ਵੇਲੇ ਦੇ ਲੀਡਰਾਂ ਦਾ ਕਿਤੇ ਦਖਲ ਜ਼ਿਆਦਾ ਆ ਗਿਆ ਜੀ। ਤਾਂ ਮੈਂ DC ਸਾਹਿਬ ਨੂੰ ਲਿਖਤੀ ਰੂਪ 'ਚ ਇਹ ਦੇ ਕੇ ਆਇਆ ਸੀ ਕਿ ਕਿਹੜਾ ਮੇਰਾ ਨਾਮ ਸਟੇਟ ਅਵਾਰਡ ਲਈ ਆ, ਉੱਪਰੋਂ ਦੀ ਬਣ ਕੇ ਸਾਰੀ ਫਾਈਲ ਆਈ, ਉਹ ਨਾ ਭੇਜਿਆ ਜਾਵੇ ਕਿ ਅਸੀਂ ਸਟੇਟ ਅਵਾਰਡ ਦੇ ਨਾਲ ਵੱਡੇ ਨਹੀਂ, ਲੋਕਾਂ ਨਾਲ ਵੱਡੇ ਆ, ਤਾਂ ਆਪਣੇ ਹਲਕੇ ਦੇ ਨਾਲ ਵੱਡੇ ਆ, ਤਾਂ ਸ਼ਹਿਰ ਦੇ ਨਾਲ ਵੱਡੇ ਆ। ਜਿਸ ਵੇਲੇ ਤੁਸੀਂ ਵੱਡੀ ਸੋਚ ਰੱਖੋਗੇ ਨਾ ਜੀ, ਉਹ ਪਰਮਾਤਮਾ ਵੀ ਸਾਥ ਦਿੰਦਾ। ਬਿਲਕੁਲ। ਜਿਸ ਵੇਲੇ ਅਸੀਂ ਛੋਟੀਆਂ ਸੋਚਾਂ 'ਚ ਲੱਗੇ ਰਹਿੰਦੇ ਜੀ, ਕੋਈ ਕਿਸੇ ਦਾ ਸਾਥ ਨਹੀਂ ਦਿੰਦਾ। ਪਰਮਾਤਮਾ ਤੋਂ ਬੇਅੰਤ ਕੋਈ ਨਹੀਂ ਜੀ। ਜੇ ਤੁਸੀਂ ਪਾਕ ਸਾਫ਼ ਹੋ ਤਾਂ ਕੁਦਰਤ ਨਾਲ ਚੱਲਦੀ ਹੈ। ਜਿਸ ਵੇਲੇ ਤੁਸੀਂ ਕਿਸੇ ਵੀ ਗੱਲ ਦੇ ਨਾਲ ਲੈਪ ਹੋਏ ਹੁੰਦੇ ਹੋ ਜੀ, ਪਰਮਾਤਮਾ ਕੀ ਇਨਸਾਨ ਵੀ ਨਹੀਂ ਸਾਥ ਦਿੰਦਾ। ਪ੍ਰਧਾਨ ਸਾਹਿਬ, ਇੱਕ ਨਾ ਪਿਛਲੇ 5 ਸਾਲਾਂ 'ਚ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਵੀ ਜਿਹੜੀ ਇੰਟਰਲੋਕ ਸੀ ਉਹਦਾ ਲਾਗਤ ਬਹੁਤ ਵੱਧ ਗਈ ਸੀ, ਜਦ ਕਿ ਸ਼ਹਿਰਾਂ ਦੇ ਵਿੱਚ ਪਹਿਲਾਂ RCC ਸਲੈਬ ਪੈਂਦੀ ਸੀ। ਤੁਸੀਂ ਸਾਨੂੰ ਇੱਕ ਛੋਟਾ ਜਿਹਾ ਦੱਸੋ ਬਰੀਫਲੀ ਵੀ ਜਿਹੜੀ RCC ਸਲੈਬ ਬੈਟਰ ਆ, ਜਿਹੜੀ ਇੰਟਰਲੋਕ ਲੱਗ ਰਹੀ ਉਹ ਬੈਟਰ ਆ? ਦੇਖੋ ਇਹਦਾ ਐਕਸਪੀਰੀਅੰਸ ਮੈਂ ਤੁਹਾਨੂੰ ਆਪਣਾ ਦੱਸਣ ਲੱਗਾ ਜੀ। ਇੰਟਰਲੋਕਿੰਗ ਟਾਇਲਸ ਕਿਹੜੀਆਂ ਹੁੰਦੀਆਂ, ਕੋਈ 60 mm, ਡਿਪੈਂਡਸ ਔਨ ਦਾ ਟ੍ਰੈਫਿਕ ਪ੍ਰੈਸ਼ਰ ਜੀ। ਜਿੱਦਾਂ ਦੀ ਸੜਕ ਵਾ ਉੱਦਾਂ ਦਾ ਟ੍ਰੈਫਿਕ ਲੰਘਦਾ ਹੋਵੇ, ਉੱਦਾਂ ਦਾ ਕੋਈ 60 mm ਹੁੰਦੀ, 80 mm ਹੁੰਦੀ, 100 mm ਹੁੰਦੀ ਆ। ਟਾਇਲ ਸਿਸਟਮ ਦਾ ਇੱਕ ਫਾਇਦਾ ਹੁੰਦਾ ਸੀ ਕਿ ਇਸ ਵੇਲੇ ਬੈਠ ਜਾਵੇ ਨਾ, ਧੱਸ ਜਾਵੇ, ਕਾਨੂੰਨਨ ਉਹਨੂੰ ਚੱਕਿਆ ਜਾ ਸਕਦਾ ਸੀ। ਬਿਲਕੁਲ, ਉਹਦੀ ਜਿੱਦਾਂ ਗੱਲ ਰਿਪੇਅਰ ਕਰ ਸਕਦੇ ਜੀ। ਕਿਹੜੀ RCC ਦੀ ਤੁਸੀਂ ਸਲੈਬ 6 ਇੰਚੀ 8 ਇੰਚੀ ਆਪਾਂ ਕਦੀ ਗੱਲ ਕਰਦੇ ਨਾ, ਤੁਸੀਂ ਸ਼ਹਿਰਾਂ ਜਾ ਕੇ ਦੇਖੋ ਕਿਹੜੀ ਤਾਂ ਅੱਜ ਤੋਂ 15 ਸਾਲ ਪਹਿਲਾਂ RCC ਪਈਆਂ ਜੀ, ਉਹ ਅੱਜ ਤਾਈਂ ਕਿਤੇ ਖਰਾਬ ਨਹੀਂ ਹੋਈਆਂ, ਉਵੇਂ ਹੀ ਆ, ਉੱਦਾਂ ਹੀ ਆ। ਅੱਜ ਜਿਸ ਵੇਲੇ ਵੀ ਅਸੀਂ ਕਹਿ ਸਕਦੇ ਹਾਂ M20 M25 M30 M35 ਮਟੀਰੀਅਲ ਦੀ ਕੁਆਲਿਟੀ ਜੀ, RMC ਦੀ ਜੀ, ਕਿਹੜੀ ਕੰਕਰੀਟ ਦੀ ਗੱਲ ਕਰਦੇ ਆ, ਉਹਦੇ ਵਿੱਚ ਕੀ ਹੁੰਦਾ, ਅਸੀਂ ਕੰਕਰੀਟ ਭਰਨੇ ਆ, ਕੰਕਰੀਟ ਤੋਂ ਟ੍ਰੈਫਿਕ ਲੰਘਣਾ ਸ਼ੁਰੂ ਹੋ ਗਿਆ। ਕਿਉਂਕਿ ਕਿਹੜੇ ਵੇਲਿਆਂ 'ਚ ਪੁਰਾਣੇ ਸ਼ਹਿਰਾਂ 'ਚ ਕੰਕਰੀਟ ਪਈ ਹੈ ਨਾ ਜੀ, ਉਸ ਵੇਲੇ ਤਾਂ ਸਾਈਕਲਾਂ ਤੋਂ ਛੋਟੇ ਸਕੂਟਰ ਬਹੁਤ ਤਾਵੇਂ ਹੁੰਦੇ ਸੀ। ਬਿਲਕੁਲ। ਅੱਜ ਹਰ ਘਰ ਦੇ ਵਿੱਚ ਕਾਰ ਆ, ਹਰ ਘਰ 'ਚ ਸਕੂਟਰ ਆ। ਲੋਕ ਇਸ ਗੱਲ ਨੂੰ ਨਹੀਂ ਸਮਝਦੇ ਕਿ ਕੰਕਰੀਟ ਨਵੀਂ ਪਈ ਆ। ਉਹ ਅੱਜ ਰਾਤੀ ਪਾ ਕੇ ਗਿਆ, ਕੱਲ ਸਵੇਰੇ ਟ੍ਰੈਫਿਕ ਲੰਘਾ ਦਿੰਦੇ ਆ ਜੀ। ਬਿਲਕੁਲ। ਉਹਦੀ ਬਜਰੀ ਬਾਹਰ ਆਣੀ ਸ਼ੁਰੂ ਹੋ ਜਾਂਦੀ ਆ, ਉਹਦੀ ਬੁਨਿਆਦ ਕਿਹੜੀ 1 ਸਾਲ ਜਾਂ 6 ਮਹੀਨਿਆਂ ਤੋਂ ਬਾਅਦ ਉਹ ਕੰਕਰੀਟ ਖਤਮ ਹੋ ਜਾਂਦੀ ਆ। ਆਪਾਂ ਦੋਸ਼ੀ ਕਹਿੰਦੇ ਉਸ ਵੇਲੇ ਨਗਰ ਕੌਂਸਲਾਂ ਨੂੰ। ਸਿਸਟਮ ਇਹ ਬਣ ਚੁੱਕਾ ਜੀ, ਮੈਂ 3 ਜਗ੍ਹਾ ਇੱਥੇ ਚੈੱਕ ਕਰ ਚੁੱਕਾ ਜੀ ਕੰਕਰੀਟ ਕਰਾ ਕੇ, ਉਹ 6 ਮਹੀਨੇ ਬਾਅਦ ਫੇਰ ਟੁੱਟ ਗਈ। ਠੀਕ ਹੈ। ਜਿਸ ਵੇਲੇ ਮੈਂ ਆਪਣੇ SC ਨੂੰ ਕਿਹਾ ਜੀ, SC ਔਰ ਐਕਸੀਅਨ ਦੋਨੇ ਬੈਠੇ ਸੀ, ਮੈਂ ਕਿਹਾ ਯਾਰ ਇਹਦਾ ਸੋਲਿਊਸ਼ਨ ਕੀ ਆ? ਉਹਨਾਂ ਨੇ ਮੈਨੂੰ ਇਹ ਕਿਹਾ ਕਿ ਕਿਸ ਵੇਲੇ ਨਵੀਂ ਬਣੀ ਆ 30 ਦਿਨ ਤਾਂ ਪਾਣੀ ਲੱਗਣਾ ਚਾਹੀਦਾ, ਟ੍ਰੈਫਿਕ ਨਹੀਂ ਨਾ। ਸਾਡੇ ਲੋਕ ਜਿਵੇਂ ਆਪਾਂ ਲੈਂਟਰ ਸੁਕਾਉਂਦੇ ਆ, ਬਸ ਉਹ ਚੀਜ਼ ਹੋ ਜਵੇ ਤਾਂ ਉਦੋਂ ਲੋਹਾ ਕੋਈ ਨਹੀਂ ਜੀ। ਠੀਕ ਹੈ। ਪਰ ਜਿੱਦਾਂ ਦੇ ਹਾਲਾਤ ਨੇ, ਉਹ 6 ਮਹੀਨੇ ਬਾਅਦ ਸਾਨੂੰ ਫਿਰ ਕੰਕਰੀਟ ਕਰਨੀ ਪੈਂਦੀ ਹੈ ਜੀ। ਹਾਈਵੇ ਬਣਦੇ ਪਏ, ਦੇਖੋ ਕੰਕਰੀਟ ਨਾ ਬਣਦੇ, ਬਿਲਕੁਲ ਉਹ 1.5 ਮਹੀਨਾ ਪਾਣੀ ਲਾਉਂਦੇ ਆ। ਸਾਡੇ ਤਾਂ ਨਗਰ ਕੌਂਸਲਾਂ 'ਚ ਇਹ ਹੁੰਦਾ ਜੀ ਹਾਲਾਤ ਕਿ ਸ਼ਾਮ ਤੇ ਪਾਣੀ, ਸ਼ਾਮ ਨੂੰ ਪਿਆ, ਸਵੇਰੇ ਟ੍ਰੈਫਿਕ ਸ਼ੁਰੂ, ਬਿਲਕੁਲ ਦੂਜੇ ਦਿਨ ਚੱਲ ਪੈਂਦਾ ਹੈਗਾ। ਆਹ ਵੱਡੀ ਦਿੱਕਤ ਆ ਜੀ। ਠੀਕ ਹੈ। ਅੱਛਾ ਪ੍ਰਧਾਨ ਸਾਹਿਬ, ਮੈਨੂੰ ਇੱਕ ਗੱਲ ਦੱਸੋ ਵੀ ਹੁਣ ਤੁਸੀਂ ਆਪਣੇ ਸ਼ਹਿਰ ਲਈ ਕਿਵੇਂ ਦੇਖਦੇ ਹੋ ਵੀ ਜਿਹੜੇ ਆਉਣ ਵਾਲੇ ਕੀ ਪ੍ਰੋਜੈਕਟ ਹੋਣੇ ਚਾਹੀਦੇ, ਕਿਹੜੇ ਆਉਣ ਵਾਲੇ ਕੰਮ ਤੁਹਾਨੂੰ ਲੱਗਦਾ ਵੀ ਸ਼ਹਿਰ 'ਚ ਹੋਣੇ ਚਾਹੀਦੇ ਆ? ਸਰ ਦੇਖੋ, ਤੁਸੀਂ ਬੜੇ ਨੇੜੇ ਤੋਂ ਐਜ ਏ ਪ੍ਰਧਾਨ ਨੇੜੇ ਤੋਂ ਸ਼ਹਿਰ ਨੂੰ ਦੇਖਿਆ ਹੋਇਆ। ਦੇਖੋ, 2 ਚੀਜ਼ਾਂ ਦੀ ਫੈਸਿਲਿਟੀ 100% ਹੋਣੀ ਚਾਹੀਦੀ ਜੀ। ਇੱਕ ਨਾ ਜੀ, ਨਕੋਦਰ 100 ਬੈੱਡ ਲਈ ਮੈਂ ਹਾਈ ਕੋਰਟ ਗਿਆ ਜੀ, ਸਿਵਲ ਹਸਪੀਟਲ ਨਕੋਦਰ ਲਈ। ਉਹ ਇਕੱਲਾ 100 ਬੈੱਡ ਨਹੀਂ ਹੁੰਦਾ ਜੀ, ਉਹਦੇ ਵਿੱਚ ਪੈਰਾਮੀਟਰਸ ਹੁੰਦੀਆਂ, ਕਿਹੜੇ ਡਾਕਟਰਸ ਹੁੰਦੇ ਆ, ਉਹ ਹਰ ਚੀਜ਼ ਦੇ ਹੁੰਦੇ ਆ ਜੀ। ਪੈਰਾਮੈਡੀਕਲ ਡਾਕਟਰਸ ਹੁੰਦੇ ਆ, ਕਈ ਚੀਜ਼ਾਂ। 100 ਬੈੱਡ ਹਸਪੀਟਲ ਦਾ ਨਾਮ ਆ, ਪਰ ਉਹ 'ਚ ਫੈਸਿਲਿਟੀਆਂ ਬਹੁਤ ਨੇ ਜੀ। ਠੀਕ ਹੈ। ਉਹਦੇ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮੈਂ 2 ਵਾਰੀ ਗਿਆ ਜੀ ਕਿ ਮੇਰਾ 50 ਬੈੱਡ ਦਾ ਹਸਪੀਟਲ ਹੈ, ਇਹਨੂੰ 100 ਬੈੱਡ ਦਾ ਕੀਤਾ ਜਾਵੇ।
ਇਹਦੇ ਰਿਗਾਰਡਿੰਗ ਲਾਸਟ ਗਵਰਨਮੈਂਟ ਦੀ ਗੱਲ ਕਰਦਾ ਜੀ, ਮੈਂ ਸੀਐਮ ਡਿਪਟੀ ਸੀਐਮ ਨਾਲ ਗੱਲ ਕੀਤੀ ਕਿ ਇੱਦਾਂ ਇੱਦਾਂ ਮੈਨੂੰ ਚਾਹੀਦਾ ਜੀ, ਉਹ ਐਗਰੀ ਕਰ ਗਏ। ਫਿਰ ਤੁਹਾਡੇ ਨੂਰਮਲ ਸ਼ਹਿਰ ਇੱਕ ਡਿਸਪੈਂਸਰੀ ਦਾ ਹਸਪੀਟਲ ਹੈ ਨਾ ਜੀ, CSC, ਹਾਂਜੀ, ਉੱਥੇ ਉਦਘਾਟਨ ਕੰਸਰਨਡ ਮਿਨਿਸਟਰ ਆਏ ਸੀਗੇ ਜੀ, ਉਹਨਾਂ ਨਾਲ ਮੈਂ ਗੱਲ ਕੀਤੀ ਜੀ, ਸਾਡੀ ਕੋਈ ਜਗ੍ਹਾ ਲੈ ਲਓ ਕਮੇਟੀ ਦੀ, ਅਸੀਂ ਹਸਪੀਟਲ ਬਣਾਉਣ ਲਈ ਤਿਆਰ ਹਾਂ 100 ਬੈਡਸ। ਚਲੋ ਗੱਲ ਚੱਲ ਪਈ। ਕੋਰਟ ਨੇ ਕੀ ਕੀਤਾ, ਇਹਦੀ ਫਿਜ਼ੀਬਿਲਿਟੀ ਰਿਪੋਰਟ ਬਣਾਉਣ ਲਈ ਕਹਿਤਾ ਜੀ ਹਸਪੀਟਲ ਦੀ। ਸਰਕਾਰ ਨੇ ਫਿਜ਼ੀਬਿਲਿਟੀ ਇਹਦਾ ਦੱਸਿਆ ਕਿ ਮਹੀਨੇ ਸਾਲ ਦਾ ਕਿੰਨਾ ਖਰਚਾ ਆਊਗਾ ਹਸਪੀਟਲ ਦਾ, ਜੋ ਇਹਨਾਂ ਦਾ ਬਣਦਾ ਸੀ, ਪੈਰਾਮੈਡੀਕਲ ਨਾਨ ਪੈਰਾਮੈਡੀਕਲ ਪੋਸਟਾਂ, ਸਾਰਾ ਕੁਝ 100 ਬੈਡਸ ਦਾ ਬਣ ਗਿਆ। ਜਿਸ ਵੇਲੇ ਫਿਜ਼ੀਬਿਲਿਟੀ ਰਿਪੋਰਟ ਬਣੀ ਤਾਂ ਪੰਜਾਬ ਸਰਕਾਰ ਨੇ ਇਹ ਕਿਹਾ ਕਿ 100 ਬੈਡਸ ਦਾ ਕਿਹੜਾ ਨਕੋਦਰ ਹਸਪੀਟਲ ਕਰਨ ਲਈ ਸਾਨੂੰ ਕਈ ਕਿੱਲਤਾਂ ਆਣੀਆਂ। ਸੈਂਟਰ ਸਰਕਾਰ ਦੀ ਇੱਕ ਪਾਲਿਸੀ ਆ ਜਿਹਦੇ ਵਿੱਚ 30 ਬੈਡਸ ਹਸਪੀਟਲ ਆ, ਮਦਰ ਐਂਡ ਚਾਈਲਡ ਕੇਅਰ ਸੈਂਟਰ, ਉਹ ਤੁਹਾਨੂੰ ਦੇ ਦਿੰਦੇ। ਜਿਸ ਵੇਲੇ ਮੈਂ ਮੀਟਿੰਗ 'ਚ ਗਿਆ, ਮੈਂ ਕਿਹਾ ਜੀ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਇਹ ਦੇ ਦਿਓ, ਪਰ ਸਾਡੀ 100 ਬੈਡਸ ਦੀ ਨੈਸੈਸਿਟੀ ਆ। ਉਹਨਾਂ ਵੇਲਿਆਂ ਜਾਂ 30 ਬੈੱਡ ਦਾ ਹਸਪੀਟਲ ਬਣ ਰਿਹਾ ਜੀ, 7 ਕਰੋੜ ਦੀ ਲਾਗਤ ਸੀ, 6 ਕਰੋੜ 90 ਲੱਖ ਦੀ। ਅੱਜ ਵੀ ਬਿਲਡਿੰਗ ਬਣਦੀ ਹੈ, ਮੇਰੇ ਖਿਆਲ ਨਾਲ ਹੁਣ ਛੇਤੀ ਇਹ ਲੋਕਾਂ ਨੂੰ ਸਮਰਪਿਤ ਕਰ ਦੇਣਗੇ ਤਾਂ ਬਿਲਡਿੰਗ ਬਣਨੀ ਸਟਾਰਟ ਹੋ ਗਈ ਜੀ। ਹੁਣ ਕੰਪਲੀਸ਼ਨ ਤੇ ਹੀ ਹੈ ਮੇਰੇ ਖਿਆਲ ਨਾਲ ਕੰਮ ਸਾਰੇ ਦਾ। ਸੋ ਮੇਰੇ ਕਹਿਣ ਦਾ ਭਾਵ ਆ ਕਿ ਸਾਡੇ ਸ਼ਹਿਰ ਨੂੰ ਸਭ ਤੋਂ ਬੇਸਿਕ ਜ਼ਰੂਰਤਾਂ 2 ਚੀਜ਼ਾਂ ਹੀ ਹੁੰਦੀਆਂ ਜੀ ਹਰ ਬੰਦੇ ਲਈ, ਬੇਸਿਕ ਇਨਫਰਾਸਟ੍ਰਕਚਰ, ਐਜੂਕੇਸ਼ਨ ਐਂਡ ਹੈਲਥ। ਇਹ 3 ਚੀਜ਼ਾਂ ਜਿਸ ਵੇਲੇ ਆ ਜਾਣਗੀਆਂ ਨਾ ਜੀ, ਅਸੀਂ ਆਪਣੇ ਆਪ ਹੀ ਤਰੱਕੀ ਕਰਾਂਗੇ। ਸਾਡੇ ਨਿਆਣਿਆਂ ਦੀ ਸਿਹਤ ਠੀਕ ਰਹੂ, ਸਾਡੇ ਨਿਆਣਿਆਂ ਦੀ ਐਜੂਕੇਸ਼ਨ ਸਹੀ ਰਹੂ, ਉਹਨਾਂ ਨੂੰ ਬੇਸਿਕ ਇਨਫਰਾਸਟ੍ਰਕਚਰ ਸਾਰਾ ਸਹੀ ਮਿਲੂ, ਤਾਂ ਮੈਂ ਕਹਿੰਦਾ ਅਸੀਂ ਵਿਦੇਸ਼ਾਂ ਨਾਲੋਂ ਉੱਪਰ ਹੋਵਾਂਗੇ ਜੀ। ਉਹ ਦੇਣਾ ਕਿੱਦਾਂ? ਉਹਦੇ ਲਈ ਥਿੰਕ ਟੈਂਕ ਬਣਾਉਣਾ ਪੈਂਦਾ ਜੀ। ਮਾਸਟਰ ਪਲਾਨ ਤੁਹਾਨੂੰ ਇਹ ਦੱਸਣ ਲੱਗਾ, ਜਿਸ ਵੇਲੇ ਨਾ ਜੀ ਵੱਡੇ ਪ੍ਰੋਜੈਕਟ ਅਸੀਂ ਲੈ ਕੇ ਆਉਂਦੇ ਹਾਂ, ਕਈ ਗੱਲਾਂ ਤਾਂ ਮੈਨੂੰ ਆਪ ਨੂੰ ਭੁੱਲ ਜਾਂਦੀਆਂ ਜੀ। ਨਕੋਦਰ ਸ਼ਹਿਰ ਦਾ ਮਾਸਟਰ ਪਲਾਨ ਮੈਂ ਆਪਣੀ ਕਿਸ ਵੇਲੇ ਗਵਰਨਮੈਂਟ 'ਚ ਆਇਆ, ਪ੍ਰਧਾਨ ਬਣਿਆ ਸੀ, ਸਭ ਤੋਂ ਪਹਿਲਾਂ ਉਹਨੂੰ ਅਪਰੂਵ ਕਰਵਾਇਆ। ਉਹਦੇ ਵਿੱਚ ਮੇਰਾ ਬਹੁਤ ਸਾਥ ਦਿੱਤਾ ਹਲਕੇ ਦੇ ਵਿਧਾਇਕ ਵਡਾਲਾ ਸਾਹਿਬ ਨੇ। ਮਾਸਟਰ ਪਲਾਨ ਜਿਸ ਵੇਲੇ ਅਪਰੂਵ ਹੁੰਦਾ ਨਾ ਜੀ, ਤੁਹਾਡੀਆਂ ਸੈਂਟਰ ਗਵਰਨਮੈਂਟਸ ਦੀਆਂ ਕਿਹੜੀਆਂ ਗ੍ਰਾਂਟਸ ਹੁੰਦੀਆਂ ਜੀ, ਉਹ ਮਾਸਟਰ ਪਲਾਨ ਤੋਂ ਬਾਅਦ ਤੁਹਾਨੂੰ ਅਪਰੂਵ ਕਰਦੇ ਕਿ ਮਾਸਟਰ ਪਲਾਨ ਦਿਖਾ ਲਓ, ਤੁਹਾਡਾ ਨੋਟੀਫਾਈਡ। ਕਈ ਸ਼ਹਿਰਾਂ ਦੇ ਤਾਂ ਹਲੇ ਤੇ ਮਾਸਟਰ ਪਲਾਨ ਅਪਰੂਵ ਹੀ ਨਹੀਂ ਹੋਏ, ਉਹ ਸਾਡਾ ਗਜ਼ਟ ਹੋਇਆ। ਉਦੋਂ ਬਾਅਦ ਅੱਜ ਅਸੀਂ ਸੈਂਟਰ ਸਰਕਾਰ ਤੋਂ ਵੀ ਗ੍ਰਾਂਟਾਂ ਲੈਣ ਲਈ ਤਿਆਰ। ਮੇਰੀ ਨਿੱਜੀ ਮਨਸ਼ਾ ਜੇ ਪੁੱਛੋ ਤਾਂ ਮੇਰੀ ਸਿਰਫ ਇਹ ਆ, ਚਾਹੇ ਕੋਈ ਮਲਟੀਨੈਸ਼ਨਲ ਕੰਪਨੀ ਹੋਵੇ, ਚਾਹੇ ਗਵਰਨਮੈਂਟ ਦਾ ਕੋਈ ਪ੍ਰੋਜੈਕਟ ਹੋਵੇ, ਸਾਡੇ ਹਲਕੇ ਦੇ ਵਿੱਚ ਆਉਣ ਵਾਲੇ ਵਕਤ ਦੇ ਵਿੱਚ ਜਿੰਨੀ ਜਵਾਨੀ ਹੈ ਨਾ ਜੀ, ਸਭ ਤੋਂ ਪਹਿਲਾਂ ਜਿੰਨੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੇ, ਇਹਨਾਂ ਨੂੰ ਜੌਬ ਲਈ ਇੱਕ ਇੰਡਸਟਰੀ ਚਾਹੀਦੀ ਹੈ ਜੀ। ਬਿਲਕੁਲ, ਉਹ ਤਾਂ ਉਹਦੀ ਡਿਪਾਰਟਮੈਂਟਲ ਪ੍ਰੋਜੈਕਟ ਰਿਪੋਰਟ ਬਣੇ। ਸਾਡੇ ਕੋਲ ਸੈਂਸਸ ਦੇ ਮੁਤਾਬਕ ਤਾਂ ਸਾਰਾ ਰਿਕਾਰਡ ਹੈਗਾ ਜੀ, ਹਲਕੇ ਦੇ ਵਿੱਚ ਸਾਡੇ ਕੋਲ ਕਿੰਨੇ ਬੱਚੇ ਨੇ ਜਵਾਨ। ਸੋ ਆਹ ਇਸ ਗੱਲ ਦਾ ਉਸ ਦਿਨ ਦਾ ਇੰਤਜ਼ਾਰ ਕਰਾਂਗੇ ਜੀ ਕਿ ਸਰਕਾਰਾਂ ਆਵਾਜ਼ ਮਾਰ ਕੇ ਕਹਿਣ, ਧੀਏ ਤੂੰ ਵੱਡੀ ਹੋ ਗਈ ਆ, ਉੱਥੇ ਨੌਕਰੀ ਕਰ ਜਾ ਕੇ। ਇਹ ਦਿਨ ਦੇਖਣਾ ਚਾਹੁੰਦੇ ਆ ਜੀ, ਉਹਦੇ ਲਈ ਐਫਰਟਸ ਕਰਨੀਆਂ ਪੈਂਦੀਆਂ। ਅੱਜ ਹੀ ਗੱਲ ਕਰਕੇ ਨਤੀਜੇ ਨਹੀਂ ਮਿਲਦੇ, ਉਹਦੇ ਲਈ ਐਫਰਟਸ ਕਰਨੀਆਂ ਪੈਂਦੀਆਂ। ਵਡਾਲਾ ਸਾਹਿਬ, ਇੱਕ ਲਾਸਟ ਵਿੱਚ ਘਰ ਘਰ ਚੱਲੀ ਗੱਲ, ਚੰਨੀ ਸਾਹਿਬ ਕਹਿੰਦੇ ਵੀ ਅਸੀਂ ਕਰਦੇ ਹਾਂ ਮਸਲੇ ਹੱਲ। ਤੁਹਾਨੂੰ ਲੱਗਦਾ ਵੀ ਕੁਝ ਮਸਲੇ ਹੱਲ ਹੋਏ ਆ 2-2.5 ਮਹੀਨਿਆਂ ਦੇ ਵਿੱਚ? ਸਰ ਤੁਸੀਂ ਫਿਰ ਮੇਰੇ ਨਾਲ ਉਹੀ ਗੱਲ ਕਰਨ ਲੱਗੇ ਹੋ, ਜਿਸ ਪਾਰਟੀ ਦਾ ਪ੍ਰਧਾਨ ਇੱਕ ਆਪਣੇ ਸਰਕਾਰੀ ਉਸ ਅਮਲੇ ਨਾਲ ਜਿਹਦਾ ਦੁਰਉਪਯੋਗ ਕਰਦੀਆਂ ਮੌਜੂਦਾ ਸਰਕਾਰਾਂ ਜੀ, ਉਹਨਾਂ ਨੂੰ ਕਹਿ ਦੇਵੇ ਕਿ ਮੇਰਾ ਸੁਲਤਾਨਪੁਰ ਦਾ MLA ਐਡੀ ਜ਼ੁਰਤ ਰੱਖਦਾ, ਸਾਹਮਣੇ ਕੋਈ ਥਾਣੇਦਾਰ ਵੀ ਮੂਹਰੇ ਆ ਜਾਂਦਾ ਆ, ਉਹਦੀ ਪੈਂਟ ਗਿੱਲੀ ਹੋ ਜਾਂਦੀ ਆ, ਤੁਸੀਂ ਉਸ ਗਵਰਨਮੈਂਟ ਤੋਂ ਕੀ ਉਮੀਦ ਰੱਖੋਗੇ ਜੀ? ਕਦੀ ਵੀ ਜ਼ਿੰਦਗੀ ਦੇ ਵਿੱਚ ਇੱਕ ਬਾਪ ਆਪਣੀ ਔਲਾਦ ਬਾਰੇ ਸਟੇਜਾਂ ਤੇ ਉੱਠ ਕੇ ਇਹ ਨਹੀਂ ਕਹਿੰਦਾ ਕਿ ਮੇਰੀ ਇੱਕ ਔਲਾਦ ਚੰਗੀ ਬਹੁਤ ਆ, ਦੂਜੀ ਮਾੜੀ ਬਹੁਤ ਆ। ਇਹ ਤੋਂ ਸਾਬਤ ਹੁੰਦਾ ਇਹ ਫੇਲੀਅਰ ਗਵਰਨਮੈਂਟ ਆ। ਇਹਨਾਂ ਦੀ ਕਿਹੜੀ ਕਹਿਣੀ ਔਰ ਕਰਨੀ ਦੇ ਵਿੱਚ ਬਹੁਤ ਫਰਕ ਆ। ਹੋ ਸਕਦਾ ਕਿ CM ਸਾਹਿਬ ਦੀ ਚੰਗੀ ਸੋਚ ਹੋਵੇ ਜੀ, ਐਜ਼ ਅ ਮੈਨ ਵਧੀਆ ਤਰੀਕੇ ਦੇ ਨਾਲ ਉਹ ਕੰਮ ਕਰਨ ਦੀ ਕੋਸ਼ਿਸ਼, ਪਰ ਉਹ ਕੰਮ ਲਈ ਇੱਕ ਨੋਟੀਫਿਕੇਸ਼ਨਸ ਹੁੰਦੇ ਨੇ ਜੀ। ਬਿਲਕੁਲ, ਉਹ ਜਿੰਨੀ ਦਿਨ ਉਹਨਾਂ ਨੇ ਨੋਟੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਲੋਕ ਪੰਜਾਬ ਦੇ ਏਡੇ ਸਿਆਣੇ ਹੈਗੇ ਆ ਜੀ, ਇਹਨਾਂ ਨੂੰ 5 ਸਾਲ ਮੌਜੂਦਾ ਸਰਕਾਰ ਨੂੰ ਦਿੱਤੇ ਨੇ ਜੀ। ਮੁੱਖ ਮੰਤਰੀ ਸਾਹਿਬ ਦਾ ਚਿਹਰਾ ਬਦਲ ਕੇ ਕੰਮ ਨਹੀਂ ਹੋਣੇ ਜੀ। ਬਿਲਕੁਲ, ਮੈਂ ਬਤੌਰ ਪ੍ਰਧਾਨ ਰਿਹਾ ਜੀ, ਬੜੀ ਛੋਟੀ ਕਮੇਟੀ 17 ਕੌਂਸਲਰਾਂ ਦੀ ਆ। ਜੇ ਮੇਰੇ 17 ਕੌਂਸਲਰਾਂ ਚੋਂ ਮੈਜੋਰਿਟੀ ਮੇਰੇ ਨਾਲ ਸੀ ਨਾ ਜੀ, ਨੇਰੀ ਵਾਂਗੂ ਕੰਮ ਕਰ, ਤਾਂ ਮੈਂ ਨਕੋਦਰ 'ਚ 100 ਕਰੋੜ ਦੇ ਨੇੜੇ ਤੇੜੇ ਦੇ ਕੰਮ ਕੀਤੇ ਆ ਜੀ। ਇਹਦੀ ਜ਼ਿੰਮੇਵਾਰੀ ਉਹਨਾਂ ਵਿਧਾਇਕਾਂ ਦੀ ਵੀ ਆ ਜਿਹੜੇ ਮੁੱਖ ਮੰਤਰੀ ਪਹਿਲੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹੇ, ਕਿ ਉਹਨਾਂ ਦੀ ਰਿਸਪੌਂਸਿਬਿਲਟੀ ਨਹੀਂ? ਉਹ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿੰਦੇ ਕਿ ਡਟ ਕੇ ਤੁਸੀਂ ਜੋ ਕਰਨੇ ਫੈਸਲੇ ਲਓ, ਅਸੀਂ ਤੁਹਾਡੇ ਨਾਲ ਆ। ਅੱਜ ਇਹ ਆਪਣੇ ਮੁੱਖ ਮੰਤਰੀ ਨੂੰ ਛੱਡ ਕੇ ਦੂਆ ਮੁੱਖ ਮੰਤਰੀ ਦੇ ਦਿੱਤਾ। ਹੁਣ ਰਹਿ ਗਏ 10 ਦਿਨ, ਤਾਂ ਉਹਦੇ ਵਿੱਚ ਕੀ ਫੈਸਲਾ ਲੈਣਗੇ? 3 ਮਹੀਨਿਆਂ 'ਚ ਕੀ ਸਰਕਾਰ ਕਰ ਸਕਦੀ? ਕੁਛ ਨਹੀਂ ਕਰ ਸਕਦੀ ਜੀ। 5 ਸਾਲਾਂ 'ਚ
ਵਾਅਦੇ ਸੀਐਮ ਦੇ ਨਹੀਂ ਹੁੰਦੇ ਜੀ, ਪਾਰਟੀਆਂ ਦੇ ਹੁੰਦੇ ਨੇ। ਇਹ ਤਾਂ ਹੁਣ ਇਹਨਾਂ ਨੇ ਆਪਣੀ ਕਾਂਗਰਸ ਨੂੰ ਬਚਾਉਣ ਲਈ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਭਰਤਾ ਸਾਰਾ ਕੁਝ ਭਾਂਡਾ ਜੀ, ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ, ਉਹ ਨਹੀਂ ਕੀਤਾ, ਚਿਹਰਾ ਚੇਂਜ ਕਰਤਾ। ਤੁਸੀਂ ਮੰਤਰੀ ਤਾਂ ਉਹਨਾਂ ਦੀ ਉਹਦੀ ਮੁੱਖ ਮੰਤਰੀਸ਼ਿਪ ਦੇ ਵਿੱਚ ਇੰਜੋਏ ਕੀਤੀਆਂ, ਮੰਤਰੀ ਤਾਂ ਤੁਸੀਂ ਰਹੇ। ਬਿਲਕੁਲ, ਕੰਮ ਤਾਂ ਕੈਬਨਿਟ ਨੇ ਕਰਨਾ ਹੁੰਦਾ, ਕੈਬਨਿਟ ਨੇ ਕੀਤਾ। ਉਨੇ ਹੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੇ ਐਮਐਲਏਆਂ ਦੀ ਵੀ ਸੀ ਜੀ। ਇਹ ਹੁਣ ਸਾਬਤ ਕਰਨਾ ਚਾਹੁੰਦੇ ਜੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਰੋਕਤਾ। ਫਿਰ ਤੁਹਾਨੂੰ ਤਾਂ ਵਿਧਾਇਕੀ ਤੋਂ ਮੇਰੇ ਖਿਆਲ ਨਾਲ ਰਿਜ਼ਾਈਨ ਕਰਨਾ ਚਾਹੀਦਾ ਸੀਗਾ, ਕਿਉਂਕਿ ਉਸ ਵੇਲੇ ਤਾਂ ਤੁਸੀਂ ਇੱਕ ਹੀ ਫੰਡ, ਇੱਕ ਆਵਾਜ਼ ਦਿੰਦੇ ਸੀ ਪੰਜਾਬ ਦੀ ਸਰਕਾਰ ਕੈਪਟਨ ਦੇ ਨਾਲ। ਕੈਪਟਨ ਚਿਹਰਾ ਆਇਆ, ਕਾਂਗਰਸ ਚਿਹਰਾ ਨਹੀਂ। ਇਹ ਰਿਜ਼ਾਈਨ ਦੇ ਕੇ ਆਓ ਮੈਦਾਨ 'ਚ, ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਆ। ਮੈਂ ਇਹ ਨਹੀਂ ਕਿ ਉਹਨਾਂ ਦੀ ਪੱਖਪਾਤ ਕਰਦਾ ਪਿਆ, ਮੇਰਾ ਸਿਰਫ ਇਹ ਕਹਿਣਾ, ਜਿਹਦੇ ਨਾਮ ਤੇ ਤੁਸੀਂ ਇਲੈਕਸ਼ਨ ਲੜ ਕੇ ਵਿਧਾਇਕ ਬਣੇ ਹੋ, ਮੰਤਰੀ ਬਣੇ ਹੋ ਔਰ ਇੰਜੋਏ ਕਰ ਰਹੇ ਹੋ ਆਪਣੀਆਂ ਸੀਟਾਂ ਦਾ, ਤੁਹਾਨੂੰ ਰਿਜ਼ਾਈਨ ਕਰਕੇ ਕਹਿਣਾ ਚਾਹੀਦਾ ਸੀ ਲਓ ਜੀ ਅਸੀਂ ਅੱਜ ਆ ਗਏ। ਬਿਲਕੁਲ, 4.5 ਸਾਲ ਨਜ਼ਾਰੇ ਲਏ ਆ। ਦੇਖੋ ਜੀ, ਚਾਹੇ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਬੀਜੇਪੀ, ਬੀਐਸਪੀ, ਜੋ ਇੱਕ ਮੁੱਖ ਮੰਤਰੀ ਪੰਜਾਬ ਦਾ ਮੌਜੂਦਾ ਸਰਕਾਰ ਕਾਂਗਰਸ ਨੇ ਕੀਤਾ ਨਾ ਜੀ, ਐਜ਼ ਅ ਡੈਮੋਕ੍ਰੇਸੀ ਹੱਕ ਨਹੀਂ ਉਹਨਾਂ ਦਾ ਬਣਦਾ। ਉਹਨਾਂ ਨੇ ਨਹੀਂ ਕੰਮ ਕੀਤੇ, ਤੁਸੀਂ ਉਹਨੂੰ 1.5 ਸਾਲ ਪਹਿਲਾਂ ਲਾਂਦੇ। ਬਿਲਕੁਲ, ਤੁਸੀਂ ਇੱਕ ਵੋਟ ਦੀ ਖਾਤਰ ਤੁਸੀਂ ਅੱਜ ਕਹਿੰਦੇ ਹੋ ਅਸੀਂ ਚਿਹਰਾ ਚੇਂਜ ਕਰਤਾ। ਇਹ ਲੋਕਾਂ ਨੇ ਐਕਸੈਪਟ ਕਰਨਾ ਜੀ, ਲੋਕਾਂ ਦੀ ਮਰਜ਼ੀ ਆ। ਔਰ ਲੋਕ ਬੜੇ ਪੰਜਾਬ ਦੇ ਸਿਆਣੇ ਹੋ ਚੁੱਕੇ ਨੇ, ਭੋਲੇ ਜ਼ਰੂਰ ਨੇ ਪੰਜਾਬੀ ਜੀ। ਇਹ ਤਾਂ ਪੂਰੀ ਦੁਨੀਆ 'ਚ ਕਹਾਵਤ ਹੈ ਜੀ, ਪੰਜਾਬੀਆਂ ਨੂੰ ਭੋਲਾ ਕੋਈ ਨਹੀਂ। ਅਸੀਂ ਇਮੋਸ਼ਨਲ ਹੁੰਦੇ ਆ, ਪਰ ਐਡੇ ਵੀ ਇਮੋਸ਼ਨਲ ਨਹੀਂ। ਤੁਸੀਂ 3 ਮਹੀਨਿਆਂ ਦੀ ਕਦਾਰ, ਮੈਂ ਤਾਂ ਤੁਹਾਨੂੰ ਇਹਨਾਂ ਦੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਦੀ ਗੱਲ ਦੱਸਦੇ ਜੀ। ਮੌਜੂਦਾ ਸਰਕਾਰ ਦਾ ਪ੍ਰਧਾਨ ਹੋਵੇ ਨਵਜੋਤ ਸਿੰਘ ਸਿੱਧੂ ਹੋਣੇ, ਉਹ ਇੱਕ ਸਟੇਜ ਤੇ ਆਪਣੇ ਐਮਐਲਏ ਨੂੰ ਖੁਸ਼ ਕਰਨ ਲਈ ਪੰਜਾਬ ਪੁਲਿਸ ਦੀਆਂ ਝੜੀਆਂ ਲਾ ਦੇਣ ਜੀ, ਕਿ ਪੰਜਾਬ ਪੁਲਿਸ ਕਿਹੜੇ ਪੁਲਿਸ ਵਾਲੇ ਉਹ ਉਹਨਾਂ ਦੇ ਬਾਲ ਬੱਚੇ ਨਹੀਂ, ਉਹਨਾਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਜੀ ਪੁਲਿਸ ਦੇ, ਉਹਨਾਂ ਦੇ ਨਿਆਣਿਆਂ ਨੂੰ ਜਾ ਕੇ ਲੋਕ ਇਹ ਕਹਿਣ ਕਿ ਜੀ ਐਮਐਲਏ 'ਚ ਜ਼ਿਆਦਾ ਤਾਕਤ ਵਾ, ਤੁਹਾਡੇ ਤਾਂ ਡੈਡੀ ਦੀ ਪੈਂਟ ਗਿੱਲੀ ਕਰ ਦੇਣਗੇ। ਇਹ ਕਹਾਵਤ ਕਿਹੜੀ ਆ? ਇਹ ਵੀ ਹੋ ਸਕਦਾ ਕਿ ਕੋਈ ਇਸ ਗੱਲ ਦੇ ਨਾਲ ਕੋਈ ਸੁਸਾਈਡ ਕਰ ਲਵੇ ਜੀ। ਉਹ ਤਾਂ ਬੋਲ ਕੇ ਚਲ ਗਿਆ ਪੰਜਾਬ ਕਾਂਗਰਸ ਪ੍ਰਧਾਨ। ਸੁਸਾਈਡ ਹੋ ਚੁੱਕੀ ਆ ਜੀ, ਸਾਡੇ ਨੂਰਮਹਿਲ ਦੇ ਨਾਲ ਚੀਮਾ ਪਿੰਡ ਆ, ਉੱਥੇ ਦੀ ਲੇਡੀਜ਼ ਇੱਕ ਸੁਸਾਈਡ ਕਰ ਰਹੀ ਚੰਨੀ ਦੇ ਲਾਰਿਆਂ 'ਚ ਆ ਕੇ। ਮੈਂ ਹੁਣ ਸਰ ਗੱਲ ਇੱਥੇ ਲਿਆ ਕੇ ਖੜੀ ਕਰਦਾ ਕਿ ਇਹ ਤਾਂ ਦੇਖੋ ਇਹਨਾਂ ਦੀ ਆਲ ਇੰਡੀਆ ਕਾਂਗਰਸ, ਮੇਰਾ ਦਖਲ ਤਾਂ ਨਹੀਂ ਜੀ ਉਹ 'ਚ ਬਣਦਾ, ਇਹਨਾਂ ਦੀ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਇੰਨੀ ਗੱਲ ਕਹਿਣਾ ਚਾਹੀਦਾ। ਮੁਲਾਜ਼ਮ ਵੀ ਨਾਗਰਿਕ ਆ ਪੰਜਾਬ ਦਾ, ਵੋਟ ਵੀ ਉਹਨੇ ਪਾਣੀ ਆ। ਇਹ ਹੋ ਸਕਦਾ ਕਹਿੰਦੇ ਕਿਹਾ ਜਾਂਦਾ ਹੁੰਦਾ ਮੌਜੂਦਾ ਸਰਕਾਰ ਦੀ ਪੁਲਿਸ ਆਪਣੀ ਹੁੰਦੀ, ਹੱਥਾਂ 'ਚ ਹੁੰਦੀ ਆ। ਇਹ ਨਾ ਹੋਵੇ ਕਿ ਤੁਸੀਂ ਮੁਲਾਜ਼ਮਾਂ ਦੀ ਵੋਟ ਪਾ ਲਓ, ਉਹਨਾਂ ਦੀਆਂ ਜਨਾਨੀਆਂ ਤੋਂ ਲੈ ਕੇ ਨਿਆਣੇ ਤੱਕ ਕਾਂਗਰਸ ਵੱਲ ਤੱਕਣ ਨਾ। ਇਹ ਹਾਲਾਤ ਪੈਦਾ ਨਾ ਇਹ ਕਰ ਦੇਣ, ਆਪਣੀਆਂ ਸਟੇਟਮੈਂਟਾਂ ਉਹ ਦੇਣ ਜਿਹਦੇ ਵਿੱਚ ਤੂੰ ਮੌਜੂਦਾ ਸਰਕਾਰ ਦਾ ਯਾਰ ਪ੍ਰਧਾਨ ਆ, ਤੇਰੀ ਸਟੇਟਮੈਂਟ ਤਾਂ ਸਰਬਤ ਲਈ ਹੋਣੀ ਚਾਹੀਦੀ ਆ ਕਿ ਪੰਜਾਬ ਦਾ ਕਿਸੇ ਪਾਰਟੀ ਸਿਆਸੀ ਦਾ ਬੰਦਾ ਹੋਵੇ, ਉਹਦੀ ਜ਼ਿੰਮੇਵਾਰੀ ਸਾਡੀ ਪਾਰਟੀ ਦੀ। ਤੁਸੀਂ ਤਾਂ ਸਟੇਟਮੈਂਟ ਆ ਲੋਕਾਂ ਦੀਆਂ ਪੈਂਟਾਂ ਗਿਣੀਆਂ ਕਰਨ ਲਈ, ਤੁਹਾਨੂੰ ਵੋਟ ਕੌਣ ਪਾ ਦੂਗਾ ਜੀ? ਮੈਨੂੰ ਨਹੀਂ ਲੱਗਦਾ ਜੀ ਐਤਕੀ ਹਾਲਾਤ ਇਹਨਾਂ ਦੀ ਫੇਵਰ ਚ ਆਉਣਗੇ ਜੀ। ਠੀਕ ਹੈ, ਜਿਹੜੀ ਪਾਰਟੀ ਆਪਣੇ ਮੁਲਾਜ਼ਮ ਦਾ ਨਹੀਂ ਸੋਚ ਸਕਦੀ ਜੀ, ਉਹਨਾਂ ਨੇ ਲੋਕਾਂ ਦਾ ਤਾਂ ਕੀ ਸੋਚਣਾ ਜੀ, ਜਿਹੜੇ 24 ਘੰਟੇ ਨਾਲ ਹੀ ਸੇਵਾ ਚ ਰਜੇ, ਲੋਕਾਂ ਦੀ ਸੇਵਾ ਲਈ ਰਹਿੰਦੇ ਆ। ਕਹੂੰਗਾ ਐਮਰਜੈਂਸੀ ਵੇਲੇ ਲੋਕਾਂ ਦੀ ਇਹ ਵੀ ਗੱਲ ਨੂੰ ਛੱਡੀਏ, ਮੈਂ ਫਿਰ ਦੱਸੀ ਜਾਂਦਾ ਜੀ, ਕਿਹਾ ਜਾਂਦਾ ਹੈ ਕਿ ਪੁਲਿਸ ਮੌਜੂਦਾ ਸਰਕਾਰ ਦਾ ਇੱਕ ਅਮਲਾ ਹੁੰਦਾ। ਬਿਲਕੁਲ, ਆਪਾਂ ਕਹਾਵਤ ਹੀ ਸੁਣਦੇ ਹਾਂ। ਉਹ ਜਿਹੜਾ ਤੁਹਾਡਾ ਅਮਲਾ ਜਿਹੜਾ 24 ਘੰਟੇ ਤੇਰੇ ਘਰ ਦੇ ਬਾਹਰ ਡਿਊਟੀਆਂ ਦਿੰਦਾ, ਉਹ ਤੁਸੀਂ ਉਹਦੇ ਬਾਰੇ ਹੀ ਇੱਦਾਂ ਦੇ ਸ਼ਬਦ ਬੋਲ ਰਹੇ ਹੋ, ਤਾਂ ਆਪਾਂ ਕਿਹਦੇ ਲਈ ਵਫਾਦਾਰ ਹੋਵਾਂਗੇ ਜੀ? ਇਹ ਕੋਈ ਸ਼ੋਅ ਨਹੀਂ ਚੱਲਦਾ ਜੀ, ਇਹ ਪੰਜਾਬ ਆ। ਬਿਲਕੁਲ, ਇਹ ਪੰਜਾਬੀਅਤ ਨੂੰ ਚਲਾਉਣਾ ਆ। ਇੱਥੇ ਸਾਡੀ ਸਭ ਤੋਂ ਵੱਡਾ ਮੁੱਦਾ ਕਿਸਾਨੀ ਦਾ ਮੁੱਦਾ, ਸਾਡੇ ਜਵਾਨੀ ਦਾ ਮੁੱਦਾ, ਸਾਡੇ ਤਾਂ ਮੁੱਦੇ ਇੰਨੇ ਪੰਜਾਬ ਦੇ ਹੈਗੇ ਆ, ਅਸੀਂ ਭੋਲੇ ਭਾਲੇ ਹੈਗੇ ਆ। ਅੱਧੇ ਨਾਲੋਂ ਜ਼ਿਆਦਾ ਤਾਂ ਇੱਕ ਕੋਠੀਆਂ 20 ਮਰਲਿਆਂ 'ਚ ਪੰਜਾਬੀਆਂ ਦੀਆਂ, ਸਾਡੇ ਕਿਹੜਾ ਰਹਿੰਦਾ ਜੀ? ਕੋਈ ਕੈਨੇਡਾ ਗਿਆ, 2 ਜੀ ਰਹਿਣ ਲੱਗ ਪਏ। ਇਹ ਹਾਲਾਤ ਪੈਦਾ ਕਰਤੇ ਆ। ਇਸ ਲਈ ਮੇਰੀ ਇੱਕ ਰਾਏ ਆ, ਮੈਂ ਤਾਂ ਬਹੁਤ ਛੋਟਾ ਬੰਦਾ ਜੀ, ਨਵਜੋਤ ਸਿੰਘ ਸਿੱਧੂ ਤਾਂ ਬਹੁਤ ਵੱਡੇ ਲੀਡਰ ਆ, ਪਰ ਆਪਣੀ ਬਾਣੀ ਨੂੰ ਉਹਨਾਂ ਨੂੰ ਇਹ ਦੇਖ ਕੇ ਸ਼ਬਦ ਬੋਲਣੇ ਚਾਹੀਦੇ ਆ ਜਿਹਦੇ ਨਾਲ ਕਿਸੇ ਦੀ ਆਤਮਾ ਨੂੰ ਠੇਸ ਨਾ ਪਹੁੰਚੇ। ਇਹ ਸ਼ਬਦ ਚੰਗੇ ਨੇ ਜੀ। ਅਸੀਂ ਤਾਂ ਇੱਥੇ ਨਕੋਦਰ 'ਚ ਮੈਂ ਬਤੌਰ ਪ੍ਰਧਾਨ ਰਿਹਾ ਜੀ, ਨਗਰ ਕੌਂਸਲ ਦੇ ਇੱਕ ਸਫਾਈ ਕਰਮਚਾਰੀ ਤੋਂ ਲੈ ਕੇ ਐਸਸੀ ਤੱਕ, ਈਓ ਤੱਕ, ਮੈਂ ਕਹਿੰਦਾ ਹੁੰਦਾ ਸੀ ਮੇਰਾ ਮੁਲਾਜ਼ਮ ਆ। ਅੱਜ ਵੀ ਕਹਿੰਦਾ ਜਿਹੜਾ ਸ਼ਹਿਰ ਦਾ ਨਕੋਦਰ ਦਾ ਕੋਈ ਮੁਲਾਜ਼ਮ ਹੈ ਮੇਰਾ ਆਪਣਾ ਮੁਲਾਜ਼ਮ। ਸਾਰੇ ਮਾੜੇ ਨਹੀਂ ਹੁੰਦੇ ਜੀ, ਜੇ ਕੋਈ ਮਾੜਾ ਹੈਗਾ ਉਹਨੂੰ ਡਟ ਕੇ ਕਹੋ ਤੂੰ ਮਾੜਾ। ਤੁਸੀਂ ਤਾਂ ਇਹ ਟਾਂਚਾ ਕਰਦੇ ਆ ਮੁਲਾਜ਼ਮਾਂ ਨੂੰ, ਉਹ ਵੀ ਪੁਲਿਸ ਨੂੰ। ਇੱਕ ਦਿਨ ਪੁਲਿਸ ਵਾਲੀ ਵਰਦੀ ਪਾ ਕੇ ਇਹ ਆਪਣਾ ਸਿੱਧੂ ਸਾਹਿਬ ਨੂੰ ਦੇਖਣਾ ਚਾਹੀਦਾ ਕਿ ਪੁਲਿਸ ਕਰਦੀ ਕੀ ਸਾਰਾ ਦਿਨ।
ਨਹੀਂ ਡਿਊਟੀ ਕਰਕੇ। ਨਹੀਂ ਜੀ, ਦੇਖੋ ਪੁਲਿਸ ਚ ਚੰਗੇ ਅਫਸਰ ਹੈਗੇ ਆ ਤਾਂ ਪੁਲਿਸ ਬਚੀ ਜਾਂਦੀ ਹੈ ਜੀ, ਮਾੜੇ ਵੀ ਹੁੰਦੇ ਹਰ ਡਿਪਾਰਟਮੈਂਟ, ਪਰ ਅਸੀਂ ਇਦਾਂ ਦੀ ਸ਼ਬਦਾਵਲੀ ਵਰਤਾਂਗੇ ਜੀ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀਆਂ ਫੈਮਲੀਆਂ ਨੂੰ ਇਹਨਾਂ ਦਾ ਮੈਸੇਜ ਚੰਗਾ ਲੱਗਾ ਹੋਊ। ਇਹ ਜ਼ਰੂਰ ਹੋ ਸਕਦਾ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਇਹਨਾਂ ਦਾ ਵਿਧਾਇਕ ਆ ਉਹਨੂੰ ਖੁਸ਼ ਕਰਨ ਲਈ ਇਹਨਾਂ ਨੇ ਕਹਿਤਾ ਹੋਵੇ, ਉਹ ਸਿੱਧੂ ਸਾਹਿਬ ਵਿਧਾਇਕ ਤਾਂ ਬਾਅਦ ਚ ਵੀ ਖੁਸ਼ ਹੋ ਜਾਣਗੇ। ਉਹ ਇਹ ਗੋਲੀਆਂ ਖਾਣ ਨੂੰ ਇਹ ਪੁਲਿਸ ਆ ਆਪਣੇ ਕੋਲ, ਬਿਲਕੁਲ ਇਹਨਾਂ ਨੂੰ ਸਲੂਟ ਕਰਨਾ ਚਾਹੀਦਾ, ਚਾਹੇ ਆਰਮੀ ਹੋਵੇ ਚਾਹੇ ਪੁਲਿਸ ਹੋਵੇ, ਹਰ ਬੰਦਾ ਕਰਪਟ ਨਹੀਂਗਾ, ਬਿਲਕੁਲ, ਪਰ ਆਪਣੀ ਬਾਣੀ ਤੇ ਵਿਰਾਮ ਰੱਖਣਾ ਚਾਹੀਦਾ। ਭੰਡਾਰਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਸਮਾਂ ਦਿੱਤਾ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਜੀ। ਥੈਂਕ ਯੂ ਸੋ ਮਚ ਸਰ, ਤੁਸੀਂ ਆਏ ਹੋ, ਤੁਹਾਨੂੰ K9 ਐਂਡ ਤੁਹਾਡੇ ਸਾਰੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਔਰ क्षमा ਚਾਹਨਾ ਜੇ ਮੇਰੀਆਂ ਗੱਲਾਂ 'ਚ ਕਿਸੇ ਦੀਆਂ ਕੋਈ ਫੀਲਿੰਗਸ ਹਰਟ ਹੋਈਆਂ ਹੋਣ। ਮੈਂ ਨਿੱਜੀ ਤੌਰ ਤੇ ਕੋਈ ਇੱਦਾਂ ਦੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਸੀ, ਪਰ ਤੁਸੀਂ ਕਈ ਸਬਜੈਕਟਸ ਤੇ ਗੱਲ ਕੀਤੀ, ਪਰ ਮੇਰੇ ਕੋਲ ਰਿਹਾ ਨਹੀਂ ਗਿਆ, ਜਿੱਦਾਂ ਤੁਸੀਂ ਪੁਲਿਸ ਦੀ ਗੱਲ ਕੀਤੀ ਕਿ ਲੀਡਰ ਐਡਾ ਵੱਡਾ ਨਹੀਂ ਹੁੰਦਾ ਜੀ ਜਿੰਨੇ ਸਾਡੇ ਸੋਲਜਰਸ ਵੱਡੇ ਹੁੰਦੇ ਨੇ। ਇੱਕ ਹੋਰ ਵੀ ਹੈ ਉਹਦੇ 'ਚ ਭੰਡਾਰਾ ਸਾਹਿਬ, ਹੁਣ ਮੈਂ ਵੀ ਚਲੋ ਸ਼ੇਅਰ ਕਰ ਲੈਣਾ, ਲੀਡਰ ਆ 5 ਸਾਲ ਲਈ, ਬਿਲਕੁਲ ਜੀ, ਠੀਕ ਹੈ, ਪੁਲਿਸ ਜਾਂ ਕੋਈ ਵੀ ਸਰਕਾਰੀ ਮੁਲਾਜ਼ਮ ਆ ਉਹ ਹੈਗਾ ਜਦੋਂ ਤੱਕ ਉਹਦੀ ਰਿਟਾਇਰਮੈਂਟ ਨਹੀਂ। ਬਿਲਕੁਲ ਜੀ, ਧੰਨਵਾਦ ਸਰ। ਮੈਂ ਤਾਂ ਬਸ ਇਹੀ ਕਹਿਣਾ ਕਿ ਆਪਣੇ ਸ਼ਬਦਾਂ ਨੂੰ ਨਾ ਬੋਲਣਾ ਚਾਹੀਦਾ ਕਿ ਲੋਕ ਤੁਹਾਡੇ ਤੋਂ ਸੇਧ ਲੈਂਦੇ ਨੇ, ਕਿਸੇ ਨੂੰ ਨੀਵਾਂ ਨਾ ਮਹਿਸੂਸ ਆਪਾਂ ਕਰਾ ਸਕੀਏ, ਇੰਨੀ ਸੋਚ ਆ ਜੀ। ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ।